ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਟਾਈਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਪਰਮਜੀਤ ਸਿੰਘ ਬਾਠ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਅਸੀਂ ਜਿਨ੍ਹਾਂ ਦੀਆਂ ਗੱਲਾਂ ਕਰਦੇ ਹਾਂ ਕਿ ਜੀ ਸਿਆਸਤਦਾਨਾਂ ਨੇ ਆਹ ਕਰ ਦਿੱਤਾ, ਸਿਆਸਤਦਾਨਾਂ ਨੇ ਆਹ ਨਹੀਂ ਕੀਤਾ, ਕਿਉਂਕਿ ਸਾਨੂੰ ਪੱਤਰਕਾਰਾਂ ਨੂੰ ਵੀ ਇੱਕੋ ਹੀ ਕੰਮ ਹੁੰਦਾ ਨਾ, ਕਮੀਆਂ ਕੱਢਣ ਦਾ। ਇਹ ਸੱਸ ਨੌਂ ਦੀ ਲੜਾਈ ਹੈ ਕਿ ਲੀਡਰ ਜਿਹੜੇ ਨੇ ਜੇ ਉਹ ਚੰਗਾ ਕੰਮ ਵੀ ਕਰਨ ਤਾਂ ਅਸੀਂ ਅੱਖਾਂ ਮੀਚ ਲਈਦੀਆਂ, ਜੇ ਮਾੜਾ ਕੰਮ ਕਰਨ ਤਾਂ ਅਸੀਂ ਐਨ ਇੱਲਾਂ ਨੂੰ ਜਾ ਕੇ ਪੈ ਜੀਦਾ ਕਿ ਭਾਈ ਆਹ ਨਹੀਂ ਹੋਇਆ। ਤੇ ਜਿਨ੍ਹਾਂ ਦੀਆਂ ਰੋਜ਼ ਗੱਲਾਂ ਕਰਦੇ ਹਾਂ ਤੇ ਜੇ ਅੱਜ ਤੁਹਾਡੀ ਗੱਲ ਅਸੀਂ ਉਹਨਾਂ ਦੇ ਨਾਲ ਹੀ ਕਰਾ ਦਈਏ, ਕਿਉਂਕਿ ਸਿਆਸਤਦਾਨਾਂ ਦੇ ਵੀ ਪਰਿਵਾਰ ਨੇ, ਸਿਆਸਤਦਾਨਾਂ ਦਾ ਵੀ ਕਦੇ ਬਚਪਨ ਹੁੰਦਾ, ਉਹਦੇ ਤੋਂ ਬਾਅਦ ਉਹ ਵੱਡੇ ਹੁੰਦੇ ਆ ਤੇ ਫਿਰ ਸਿਆਸਤ ਦੇ ਵਿੱਚ ਆਉਂਦੇ ਆ ਤੇ ਜਿੱਥੇ ਕਿਤੇ ਸਾਨੂੰ ਲੱਗਾ ਕਿ ਭਾਈ ਸਾਨੂੰ ਤਰਾਜ ਆ ਤੁਹਾਡੇ ਤੇ, ਉੱਥੇ ਫਿਰ ਅਸੀਂ ਆਪਣਾ ਤਰਾਜ ਪ੍ਰਗਟ ਕਰ ਦੇਦਾ। ਡਾਕਟਰ ਰਾਜਕੁਮਾਰ ਚੱਬੇਵਾਲ ਨੇ, ਕਾਂਗਰਸ ਪਾਰਟੀ ਦੇ ਲੀਡਰ ਨੇ, ਲਗਾਤਾਰ ਦੂਸਰੀ ਵਾਰ MLA ਬਣੇ ਆ। ਹੁਣ ਤਾਂ ਸੁੱਖ ਨਾਲ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਨੇ, ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਖਲੋਂਦੇ ਨੇ ਵਿਧਾਨ ਸਭਾ ਦੇ ਵਿੱਚ। ਉਹਨਾਂ ਦੇ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ ਕਾਂਗਰਸ ਪਾਰਟੀ ਦੀਆਂ, ਵਿਧਾਨ ਸਭਾ ਦੀਆਂ, ਸੈਸ਼ਨ ਲੰਬੇ ਕਿ ਛੋਟੇ, ਕੁਛ ਉਹਨਾਂ ਦੀ ਪਿਛਲੀ ਸਰਕਾਰ ਦੀਆਂ, ਕਿਉਂਕਿ ਖੁਦ ਉਹ MLA ਰਹੇ, ਖੁਦ ਮੌਜੂਦਾ ਸਰਕਾਰ ਦੇ ਮੌਜੂਦਾ ਕਾਰਜਕਾਲ ਨੂੰ ਜਿੰਨੇ ਕੁ ਮਹੀਨੇ ਲੰਘੇ ਨੇ ਉਹ ਕਿਵੇਂ ਦੇਖਦੇ ਨੇ। ਤੁਹਾਨੂੰ ਸਾਖਸ਼ਾਤ ਤੁਹਾਡੇ ਦਰਸ਼ਨ ਹੋ ਗਏ, ਬਹੁਤ ਅੱਛਾ ਲੱਗਾ। ਨਹੀਂ, ਮਿਹਰਬਾਨੀ ਜੀ। ਦੇਖੋ ਤੁਸੀਂ ਤਾਂ ਉਦੋਂ ਡਾਕਟਰੀ ਕਰਦੇ ਹੁੰਦੇ ਸੀ ਜਦੋਂ ਅਜੇ ਅਸੀਂ ਟੀਕਾ ਲਵਾਉਣ ਤੋਂ ਵੀ ਡਰਦੇ ਸੀ। ਬਿਲਕੁਲ। ਅੱਛਾ ਡਾਕਟਰ ਸਾਹਿਬ, ਸਿਆਸਤ ਵਾਲੇ ਪਾਸੇ ਤਾਂ ਆਪਾਂ ਆਉਣਾ ਹੀ ਹੈ, ਕਿਉਂਕਿ ਸਾਨੂੰ ਸਾਰੀਆਂ ਪਾਰਟੀਆਂ ਤੇ ਇਤਰਾਜ਼ ਹੁੰਦੇ ਆ ਜੀ। ਸਾਨੂੰ ਐਂ ਲੱਗਦਾ ਹੁੰਦਾ ਕਿ ਪੰਜਾਬ ਦਾ ਪਾਣੀ ਜੇ ਥੱਲੇ ਗਿਆ ਤਾਂ ਲੀਡਰਾਂ ਕਰਕੇ ਗਿਆ ਜੀ। ਸਾਨੂੰ ਐਂ ਵੀ ਲੱਗਦਾ ਹੁੰਦਾ ਕਿ ਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਨਹੀਂ ਆਏ, ਕੋਈ ਬੱਚਾ ਪੜ੍ਹਨੋਂ ਵਾਂਝਾ ਰਹਿ ਗਿਆ, ਕਿਸੇ ਨੂੰ ਡਿਗਰੀ ਡਿਪਲੋਮਾ ਨਹੀਂ ਮਿਲਿਆ, ਤਾਂ ਉਹਦੇ ਪਿੱਛੇ ਆਮ ਬੰਦੇ ਦਾ ਹੱਥ ਨਹੀਂ। ਸਿਆਸਤਦਾਨਾਂ ਨੇ ਕਿਤੇ ਕਮੀ ਕਮਜ਼ੋਰੀ ਰੱਖੀ ਕਿ ਚਾਹੇ ਕੋਈ ਸੱਤਾਧਾਰੀ ਆ, ਚਾਹੇ ਕੋਈ ਵਿਰੋਧੀ ਧਿਰ ਦਾ ਬੰਦਾ। ਪੰਜਾਬ 'ਚ ਜੇ ਨਸ਼ਾ ਵਿਕਦਾ ਹੈ, ਪੰਜਾਬ 'ਚ ਜੇ ਸਟੇਡੀਅਮ ਹੈ ਨਹੀਂ, ਟ੍ਰੇਨਰ ਹੈ ਨਹੀਂ, ਸਕੂਲ 'ਚ ਜੇ ਮਾਸਟਰ ਹੈ ਨਹੀਂ, ਕਸੂਰ ਸਾਡੇ ਹਿਸਾਬ ਨਾਲ ਸਿਆਸਤਦਾਨਾਂ ਦਾ। ਅਸੀਂ ਥੋੜਾ ਨਹੀਂ ਕਹਿੰਦੇ, ਸਿਆਸਤਦਾਨਾਂ ਦਾ ਕਹਿੰਦੇ ਆ। ਤੇ ਆਪਾਂ ਆਰਾਮ ਨਾਲ ਗੱਲਾਂ ਕਰਨੀਆਂ ਜਿੱਦਾਂ ਆਪਾਂ ਘਰ ਬੈਠੇ ਕਰਦੇ ਹੁੰਦੇ। ਤੁਸੀਂ ਇਹ ਭੁੱਲ ਜਿਓ ਕਿ ਤੁਸੀਂ ਸਿਆਸਤਦਾਨ ਹੋ, ਮੈਂ ਭੁੱਲ ਜਾਣਾ ਮੈਂ ਪੱਤਰਕਾਰ ਹਾਂ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਆਮ ਹੀ ਲੱਗਦਾ ਹੁੰਦਾ ਕਿ ਟੱਬਰਵਾਦ ਦੀ ਰਾਜਨੀਤੀ ਚੱਲਦੀ ਹੈ, ਪਰਿਵਾਰਵਾਦ ਦੀ ਰਾਜਨੀਤੀ ਚੱਲਦੀ ਹੈ। ਤੁਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਦੂਜੀ ਵਾਰ MLA ਬਣੇ। ਤੁਹਾਡੇ ਟੱਬਰ ਦੇ ਵਿੱਚੋਂ ਕਿਹੜਾ ਪਰਿਵਾਰ ਦਾ ਮੈਂਬਰ ਲੀਡਰ ਹੁੰਦਾ ਸੀ ਜਿਹਨੇ ਤੁਹਾਨੂੰ ਬਾਂਹ ਫੜ ਕੇ ਟਿਕਟ ਦਵਾਈ? WhatsApp ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ। ਵਾਕਈ ਜਿਹੜੀ ਪਰਿਵਾਰ ਦੀ ਰਾਜਨੀਤੀ ਹਮੇਸ਼ਾ ਪੂਰੇ ਦੇਸ਼ ਦੀ ਡੈਮੋਕ੍ਰੇਸੀ ਦੇ ਵਿੱਚ ਬੜੀ ਭਾਰੂ ਰਹੀ ਹੈ ਜੀ। ਔਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਪਰਿਵਾਰ ਦੇ ਵਿੱਚ ਤਾਂ ਕੋਈ ਵੀ ਰਾਜਨੀਤੀ ਵਿੱਚ ਨਹੀਂ ਸੀ। ਔਰ ਮੇਰੇ ਪਿਤਾ ਜੀ ਪਹਿਲਾਂ ਆਰਮੀ ਸੀਗੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੀ ਵਾਜ਼ PN ਇਨ ਬੈਂਕ। ਤੇ ਉਹਨਾਂ ਨੇ ਬੜੀ ਮਿਹਨਤ, ਉਹਨਾਂ ਦੀ ਤਪੱਸਿਆ ਸਦਕਾ ਜੀ ਤੇ ਜੋ ਜ਼ਿੰਦਗੀ ਦੇ ਵਿੱਚ ਤੱਕਿਆ ਸੀ ਉਹਨਾਂ ਦਾ, ਕਿਉਂਕਿ ਉਹਨਾਂ ਦਾ ਵੀ ਸੁਪਨਾ ਸੀ, ਕਿਉਂਕਿ ਉਹਨਾਂ ਦਾ ਇਹ ਸੁਪਨਾ ਸੀ ਕਿ ਅਸੀਂ ਤਾਂ ਨਹੀਂ ਪੜ੍ਹ ਸਕੇ ਜੀ, ਪਰ ਸਾਡੇ ਬੱਚੇ ਪੜ੍ਹਨ, ਬੱਚੇ ਬੁਲੰਦੀਆਂ ਨੂੰ ਛੂਹਣ। ਔਰ ਉਹਨਾਂ ਦਾ ਮੈਂ ਸਮਝਦਾ ਕਿ ਜੋ ਬਹੁਤ ਵੱਡਾ ਸਹਿਯੋਗ ਹੈ, ਬਹੁਤ ਵੱਡਾ ਰੋਲ ਹੈ। ਤੁਹਾਨੂੰ ਪਤਾ ਕਿ ਸਾਡੇ ਅੱਜ ਕੱਲ੍ਹ ਇੱਕ ਦੋ ਬੱਚੇ ਨੇ, ਉਹਨਾਂ ਨੂੰ ਪੜ੍ਹਾਉਣ ਲੱਗੇ ਪਸੀਨੇ ਆ ਜਾਂਦੇ, ਔਰ ਉਹਨਾਂ ਨੇ ਸਾਨੂੰ ਪੜ੍ਹਾਇਆ, ਇੱਥੇ ਤੱਕ ਪਹੁੰਚਾਇਆ, ਡਾਕਟਰ ਬਣਾਇਆ। ਔਰ ਮੈਂ MBBS ਅੰਮ੍ਰਿਤਸਰ ਤੋਂ ਕੀਤੀ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ MD ਰੇਡੀਓ ਡਾਇਗਨੋਸਿਸ ਦੇ ਵਿੱਚ ਜਿੰਨੀਆਂ ਵੀ ਸਕੈਨਿੰਗ ਮੋਡੈਲਿਟੀਜ਼ ਹੈ ਉਹਦੇ ਵਿੱਚ ਮੈਂ MD ਕੀਤੀ। ਤੇ ਉਸ ਤੋਂ ਬਾਅਦ ਲਗਾਤਾਰ ਆਈ ਵਾਜ਼ ਇਨ ਦਾ ਪ੍ਰੈਕਟਿਸ ਕਾਫੀ 19 ਤੋਂ 17 18 ਸਾਲ ਮੈਂ ਵੀ ਮਤਲਬ ਪ੍ਰੈਕਟਿਸ ਕੀਤੀ, ਖੂਬ ਪ੍ਰੈਕਟਿਸ ਕੀਤੀ ਹੈ। ਠੀਕ ਹੈ ਜੀ। ਔਰ ਬੜਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੜਾ ਅੱਛਾ ਨਾਮ ਰਿਹਾ ਲੋਕਾਂ ਦਾ, ਕੰਮ ਵਧੀਆ ਚੱਲਿਆ, ਕੰਮ ਬਹੁਤ ਵਧੀਆ ਚੱਲਿਆ ਔਰ ਲੋਕਾਂ ਨੇ ਐਪਰੀਸ਼ੀਏਟ ਵੀ ਕੀਤਾ ਜੀ। ਤੇ ਵਾਹਿਗੁਰੂ ਦੀ ਕਿਰਪਾ ਹੋਈ ਕਿ ਚਲੋ ਕਿਤੇ ਪਤਾ ਨਹੀਂ ਇਹ ਕੀ ਮੇਰੀ ਜ਼ਿੰਦਗੀ ਦੇ ਵਿੱਚ ਕੀ ਮੋੜ ਸੀ। ਮੈਂ ਆਈ ਹੈਡ ਨੈਵਰ ਥਾਟ ਆਫ ਪੋਲੀਟਿਕਸ। ਠੀਕ ਹੈ ਜੀ। ਕਿਉਂਕਿ ਸ਼ਾਇਦ ਮੈਨੂੰ ਲੱਗਦਾ ਸੀ ਕਿ ਇਸ ਦਾ ਰਾਜਨੀਤੀ ਲਈ ਬਣੀ ਹੀ ਨਹੀਂ ਹੈ। ਪਰ ਹਮੇਸ਼ਾ ਲੋਕ ਗੱਲ ਕਰਦੇ ਸੀ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਈ ਵੀ ਮਾੜਾ ਕੰਮ ਹੋਣਾ, ਕੋਈ ਵੀ ਮਾੜੀ ਗੱਲ ਹੋਣੀ, ਤੇ ਅਸੀਂ ਕਹਿੰਦੇ ਜੀ ਇਹ ਸਿਆਸਤਦਾਨਾਂ ਨੇ ਕੀਤਾ ਜੀ। ਤੇ ਮੈਂ ਫਿਰ ਇਹ ਸੋਚਿਆ ਕਿ ਆਪਾਂ ਵੀ ਆਲਵੇਜ਼ ਕੀਪ ਟਾਕਿੰਗ, ਸਾਰੇ ਅਸੀਂ ਰਾਜਨੀਤਿਕ ਲੋਕਾਂ ਦੀ ਗੱਲ ਕਰਦੇ ਰਹਿੰਦੇ ਹਾਂ ਵੀ ਇਹ ਜੀ ਇੱਦਾਂ ਨੇ, ਆਹ ਨਹੀਂ ਕਰਦੇ। ਆਪਾਂ ਇਹ ਜਿਹੜਾ ਗਟਰ ਹੈ, ਜਿਹੜਾ ਗੰਦਗੀ ਸਾਫ਼ ਕਰੀਏ ਥੋੜੀ। ਹਾਂ, ਇਹ ਜਿਹੜੀ ਗੰਦਗੀ ਹੈ, ਆਪਾਂ ਕਹਿੰਦੇ ਆ ਵੀ ਗੰਦਗੀ ਹੈ, ਗੰਦਗੀ ਹੈ, ਤੇ ਜਦ ਤੱਕ ਇਹ ਗਟਰ 'ਚ ਅਸੀਂ ਆਪ ਨਹੀਂ ਵੜਾਂਗੇ ਤਦ ਤੱਕ ਇਸ ਗਟਰ ਦੀ ਸਫਾਈ ਨਹੀਂ ਹੋ ਸਕਦੀ। ਸੋ ਮੈਂ ਸੋਚਿਆ ਕਿ ਚਲੋ ਪੋਲੀਟਿਕਸ ਵੀ ਇੱਕ ਵਾਰੀ ਜ਼ਰੂਰ ਦੇਖਦੇ ਹਾਂ। ਔਰ ਅੱਛੀ ਪੋਲੀਟਿਕਸ ਕਰਨ ਦਾ ਹਮੇਸ਼ਾ ਸੁਪਨਾ ਸੀ ਔਰ ਮੈਂ ਲੋਕਾਂ ਦੀਆਂ ਬੜਾ ਆਸ਼ੀਰਵਾਦ ਰਿਹਾ ਜੀ। ਲੋਕਾਂ ਨੇ ਬੜੀ ਕਿਰਪਾ ਕੀਤੀ ਕਿ 2017 ਦੇ ਵਿੱਚ ਮੈਨੂੰ ਪਹਿਲੀ ਵਾਰ ਵਿਧਾਇਕ ਬਣਾਇਆ। ਔਰ ਉਸ ਵਿਧਾਨ ਸਭਾ ਤੋਂ ਮੈਂ ਵਿਧਾਇਕ ਚੁਣਿਆ ਗਿਆ ਜਿੱਥੇ 45 ਸਾਲ ਬਾਅਦ ਕਾਂਗਰਸ ਜਿੱਤੀ ਸੀ। ਕਦੇ ਜਿੱਤੀ ਹੋਈ ਨਹੀਂ ਸੀ। ਮੈਂ 72 ਤੋਂ ਬਾਅਦ 17 ਦੇ ਵਿੱਚ ਕਾਂਗਰਸ ਤੋਂ ਜਿੱਤੀ। ਕੀ ਬਾਤ ਹੈ।
ਤੇ ਉਸ ਤੋਂ ਬਾਅਦ ਚਲੋ ਚਲੀ ਹੁਣ ਅੱਗੇ ਚੱਲੀ ਜਾਂਦਾ ਕੰਮ ਜੀ। ਮੁਕੱਦਰ ਅੱਛੇ ਸੀ ਜੀ। ਸਰਕਾਰ ਵੀ ਬਣੀ ਡਾਕਟਰ ਸਾਹਿਬ, ਮੈਂ ਇੱਥੇ ਇੱਕ ਵਾਰ ਫੇਰ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦਾ ਕਿ ਤੁਸੀਂ 2009 ਤੱਕ, ਜਿਵੇਂ ਪੇਂਡੂ ਭਾਸ਼ਾ ਕਹਿੰਦੇ ਡਾਕਟਰੀ ਕਰਦੇ ਸੀ, 2010 ਤੱਕ। ਫਿਰ ਤੁਸੀਂ 7 ਸਾਲ ਕਾਂਗਰਸ ਪਾਰਟੀ ਦੇ ਵਿੱਚ ਸਰਕਾਰ में ਰਹੇ ਤੇ 17 ਦੇ ਵਿੱਚ ਤੁਹਾਨੂੰ ਟਿਕਟ ਮਿਲ ਗਈ, ਤੁਸੀਂ ਐਮਐਲਏ ਬਣ ਗਏ। ਫਿਰ 22 ਦੇ ਵਿੱਚ ਟਿਕਟ ਮਿਲੀ, ਫਿਰ ਬਣ ਗਈ ਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਵੀ ਬਣ ਗਏ ਕਿ ਜਿੰਨੇ ਕਾਂਗਰਸ ਦੇ ਵਿਧਾਇਕ ਨੇ, ਜੇ ਕਿਤੇ ਬਾਜਵਾ ਸਾਹਿਬ ਦੀ ਗੈਰ ਹਾਜ਼ਰੀ ਹੋਵੇ ਤਾਂ ਲੀਡ ਤੁਸੀਂ ਕਰਨੀ। ਠੀਕ ਹੈ ਜੀ। ਉਪਲਬਧੀ ਛੋਟੀ ਨਹੀਂ। ਮੈਂ ਇਹਦੇ ਤੋਂ ਪਹਿਲਾਂ ਕਿ ਹੋ ਸਕਦਾ ਤੁਹਾਡੇ ਤੇ ਬਹੁਤ ਸਾਰੇ ਵਿਰੋਧੀਆਂ ਨੂੰ ਇਤਰਾਜ਼ ਵੀ ਹੋਵੇ, ਹੋ ਸਕਦਾ ਤੁਹਾਡੇ ਹਲਕੇ ਦੇ ਕੁਝ ਲੋਕਾਂ ਨੂੰ ਮਾਣ ਵੀ ਹੋਵੇ, ਪਰ ਮੈਂ ਇਹ ਉੱਥੇ ਜਾਣ ਤੋਂ ਪਹਿਲਾਂ, ਤੁਹਾਡੇ ਡਾਕਟਰ ਬਣਨ ਤੋਂ ਪਹਿਲਾਂ, ਕਿਉਂਕਿ ਤੁਸੀਂ ਦੋ ਚੀਜ਼ਾਂ ਕਹੀਆਂ ਕਿ ਤੁਹਾਡੇ ਪਿਤਾ ਜੀ ਫੌਜ 'ਚ ਸੀ, ਦੇਸ਼ ਲਈ ਸੇਵਾ ਕੀਤੀ, ਫਿਰ ਉਹ ਪੀਐਨ ਸੀ। ਪਿੰਡ 'ਚ ਰਹੇ ਕਿ ਸ਼ਹਿਰ 'ਚ ਰਹੇ ਤੁਸੀਂ? ਪਿੰਡ 'ਚ ਰਹੇ ਥਰੂ ਆਊਟ। ਓਕੇ। ਪਿੰਡ ਦੇ ਵਿੱਚੋਂ ਉਦੋਂ ਤੁਸੀਂ ਡਾਕਟਰ, ਉਦੋਂ ਰਾਜਕੁਮਾਰ ਸੀ, ਰਾਜਕੁਮਾਰ ਦੇ ਫਾਦਰ ਸਾਹਿਬ ਪੀਐਨ ਨੇ, ਤੇ ਪਿੰਡ ਦੇ ਵਿੱਚੋਂ MBBS ਕਿਵੇਂ ਬਣ ਗਿਆ? ਜਾਣੀ ਕਿਹਨੇ ਤੁਹਾਨੂੰ ਉਧਰਲੇ ਪਾਸੇ ਨੂੰ ਤੋਰਿਆ? ਪਿਤਾ ਜੀ ਨੇ ਤਾਂ ਮਿਹਨਤ ਕੀਤੀ, ਇੱਕ ਪਹਿਲਾਂ ਨੌਕਰੀ ਕੀਤੀ, ਇੱਕ ਬਾਅਦ ਵਿੱਚ ਕੀਤੀ। ਇਹ ਸਵਾਲ ਕੱਲਾ ਤੁਹਾਡੇ ਲਈ ਨਹੀਂ, ਅੱਜ ਬਹੁਤ ਸਾਰੇ ਪੰਜਾਬ ਦੇ ਬੱਚੇ ਨੇ ਜਿਨ੍ਹਾਂ ਦੇ ਪਰਿਵਾਰ ਦੇ ਕੋਲੇ ਰੁਪਈਏ ਧੇਲੇ ਥੋੜੇ ਨੇ, ਜਿਨ੍ਹਾਂ ਦੇ ਪਿਤਾ ਜੀ ਤੁਹਾਡੇ ਪਿਤਾ ਜੀ ਵਾਂਗੂ ਨੌਕਰੀ ਕਰਦੇ ਹੋਣਗੇ, ਤਾਂ ਬੰਦਾ ਕਿ ਸੋਚ ਲੈਂਦਾ ਯਾਰ ਕਿਸੇ ਪਾਸੇ ਲੱਗ ਨਹੀਂ ਸਕਦੇ। ਪਰ ਜੇ ਰਾਜਕੁਮਾਰ ਡਾਕਟਰ ਵੀ ਬਣ ਸਕਦਾ ਤੇ ਮੁੜ ਕੇ MLA ਵੀ ਬਣ ਸਕਦਾ ਤੇ ਵਿਰੋਧੀ ਧਿਰ ਦਾ ਉਪ ਨੇਤਾ ਵੀ, ਤਾਂ ਕੋਈ ਵੀ ਬਣ ਸਕਦਾ। ਕਿਵੇਂ ਲੰਘਿਆ ਉਹ ਝਾਟੋ, ਦੱਸਿਓ। ਦੇਖੋ, ਪੜ੍ਹਾਈ ਵਿੱਚ ਤੇ ਮੈਂ ਅੱਛਾ ਸੀ। ਠੀਕ ਹੈ ਜੀ। ਤੇ ਜਦੋਂ 10th ਹੋਈ ਤੇ 10th ਤੋਂ ਬਾਅਦ ਮੈਂ ਉਦੋਂ ਪ੍ਰੈਪ ਤੇ ਪ੍ਰੀ ਮੈਡੀਕਲ ਹੁੰਦੇ ਸੀ, +1 +2 ਜਿਹਨੂੰ ਅੱਜ ਕੱਲ੍ਹ ਕਹਿੰਦੇ ਆ। ਤੇ ਜਦੋਂ ਮੈਂ +1 ਦੇ ਵਿੱਚ ਐਡਮਿਸ਼ਨ ਲੈਣ ਜਾ ਰਿਹਾ ਸੀ, ਜਸਟ ਪਾਪਾ ਦੇ ਨਾਲ ਸਾਈਕਲ ਤੇ ਜਾ ਰਿਹਾ ਸੀ। ਸਰਕਾਰੀ ਸਕੂਲ 'ਚ ਪੜ੍ਹੇ ਸੀ? ਸਰਕਾਰੀ ਸਕੂਲ। ਠੀਕ ਹੈ। ਆਪਣੇ ਪ੍ਰਾਇਮਰੀ ਸਕੂਲ, ਫਿਰ ਗਵਰਨਮੈਂਟ ਹਾਈ ਸਕੂਲ ਨਾਰੇ 'ਚ ਪੜ੍ਹਿਆ, ਫਿਰ ਬਜਵਾੜਾ ਪੜ੍ਹਿਆ। ਠੀਕ ਹੈ ਜੀ। SBSE ਹਾਈ ਸਕੂਲ ਬਜਵਾੜਾ। ਤੇ ਉਸ ਤੋਂ ਬਾਅਦ ਜਦੋਂ ਫਿਰ ਮੈਂ ਐਡਮਿਸ਼ਨ ਲੈਣ ਜਾ ਰਿਹਾ ਸੀ +1 'ਚ, ਤੇ ਰਸਤੇ 'ਚ ਬਾਹਰ ਮੈਨੂੰ ਕੁਦਰਤੀ, ਮੇਰਾ ਕੋਈ ਪਲਾਨ ਨਹੀਂ ਸੀ ਬਾਈ ਦੈਟ ਟਾਈਮ ਜੀ, ਤੇ ਕੀ ਕਰਨਾ, ਜਿੱਦਾਂ ਪਤਾ ਹੀ ਨਹੀਂ ਹੁੰਦਾ, ਆਪਾਂ ਸਾਰੇ ਨਹੀਂ ਕੀ ਕਰਨਾ ਜੀ। ਮਤਲਬ ਇਹ ਵੀ ਪਾਪਾ ਦਾ ਸੁਪਨਾ ਸੀ ਕਿ ਡਾਕਟਰ ਬਣੇ। ਠੀਕ ਹੈ। ਤੇ ਮੈਨੂੰ ਜਦੋਂ ਡਾਕਟਰੀ ਦੀ ਗੱਲ ਕਰਦਾ ਸੀ ਤਾਂ ਲੋਕ ਕਹਿੰਦੇ ਇਹਨਾਂ ਨੇ ਕਿੱਥੇ ਪਾਸ ਹੋਣਾ, ਇਹ ਸਰਕਾਰੀ ਸਕੂਲਾਂ 'ਚ ਪੜ੍ਹੇ ਆ, ਉੱਥੇ ਸਾਰਾ ਕੁਝ ਤਾਂ ਇੰਗਲਿਸ਼ ਮੀਡੀਅਮ 'ਚ। ਤੇ ਉਹ ਪਾਪਾ ਦੇ ਦੋਸਤ ਬਾਹਰ ਖੜੇ ਸੀ ਤਾਂ ਉਹਨਾਂ ਨੇ ਕਹਿੰਦੇ ਕਿੱਥੇ ਚੱਲੇ? ਕਹਿੰਦੇ ਜੀ ਕਾਲਜ ਮੁੰਡੇ ਨੂੰ ਲਾਣਾ, ਐਡਮਿਸ਼ਨ ਕਰਵਾਉਣੀ ਹੈ। ਤੇ ਕਹਿੰਦੇ ਕੀ ਕਰਵਾਉਣਾ? ਕਹਿੰਦੇ ਮੈਂ ਮੈਡੀਕਲ ਡਾਕਟਰ ਬਣਵਾਉਣਾ ਚਾਹੁੰਦਾ ਮੁੰਡੇ ਨੂੰ। ਉਹ ਕਹਿੰਦੇ ਇਹਦੇ ਬਸ ਦੀ ਕਿੱਥੇ ਗੱਲ ਹੈ, ਇਹਨੇ ਕਿਤੇ ਉਹ ਨਿਆਣਿਆਂ ਦੇ ਇਹਨਾਂ ਦੇ ਬਸ ਦੀ ਗੱਲ ਨਹੀਂ, ਉਹ ਸਾਲ 2 ਸਾਲ ਖਰਾਬ ਕਰਾਉਣੇ। ਕਹਿੰਦੇ ਉਹ ਤਾਂ ਨਿਆਣੇ ਕਨਵੈਂਟ ਸਕੂਲਾਂ 'ਚ ਪੜ੍ਹਦੇ ਨੇ, ਇਹਨੂੰ ਕੋਈ ਬੜਾ ਮੋਟਾ ਕੰਮ ਸਿਖਾਓ ਜੀ, ਇਹ ਆਪਣਾ ਕੋਈ ਸਕੂਟਰ ਕਾਰਾਂ ਦਾ ਕੰਮ ਕੋਈ ਕਰ ਲਊਗਾ, ਮਕੈਨਿਕ ਬਣ ਜਾਣਗੇ, ITI ਕਰਾ ਦਿਓ, ਰੋਟੀ ਖਾਂਦੇ ਹੋ ਜਾਣਗੇ, ਪੋਲੀਟੈਕਨਿਕ ਕਰਾ ਦਿਓ। ਤੇ ਉਹ ਚੀਜ਼ ਨੇ ਮੈਨੂੰ ਐਕਚੁਅਲੀ ਬਹੁਤ ਹਿੱਟ ਕੀਤਾ। ਠੀਕ ਹੈ। ਤੇ ਮੈਂ ਆਈ ਥਿੰਕ ਦੈਟ ਵਾਜ਼ ਦਾ ਪੁਆਇੰਟ। ਉਹ ਮੇਰੇ ਲਈ ਬਹੁਤ ਵੱਡੀ ਇੰਸਪੀਰੇਸ਼ਨ ਸੀ, ਔਰ ਮੈਂ ਅੱਜ ਵੀ ਉਸ ਇਨਸਾਨ ਦਾ ਮੈਂ ਧੰਨਵਾਦ ਕਰਦਾ ਜੀ, ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਕਿ ਉਹ ਜਿਹੜਾ ਮੇਰੇ ਲਈ ਚੈਲੰਜ ਸੀ, ਮੈਂ ਉਸ ਦੈਟ ਵਾਜ਼ ਅ ਟਰਨਿੰਗ ਪੁਆਇੰਟ, ਉਹਨੂੰ ਮੈਂ ਚੈਲੰਜ ਬਣਾ ਕੇ ਫਿਰ ਮੈਂ ਪ੍ਰੈਪ 'ਚ ਐਡਮਿਸ਼ਨ ਲਿਆ ਜੀ। ਔਰ ਇੰਨੇ ਨਹੀਂ, ਫਿਰ ਬਹੁਤ ਅੱਛੇ ਮਾਰਕਸ ਵੀ ਆਏ ਜੀ, ਤੇ ਪ੍ਰੀ ਮੈਡੀਕਲ ਹੋ ਗਿਆ। ਉਸ ਤੋਂ ਬਾਅਦ ਜਦੋਂ PMT ਹੋਇਆ ਤੇ ਉਸ ਦੇ ਵਿੱਚ ਵੀ ਵਾਹਿਗੁਰੂ ਦੀ ਕਿਰਪਾ ਨਾਲ ਅੱਛੀ ਪੋਜੀਸ਼ਨ ਆਈ, ਔਰ ਫਿਰ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ MBBS ਦਾ ਐਡਮਿਸ਼ਨ ਮਿਲਿਆ। ਔਰ MBBS ਦੀ ਸਟੱਡੀ ਬੇਸ਼ੱਕ ਬਹੁਤ ਡਿਫਿਕਲਟ ਹੈ, ਬਟ ਇਹ ਵੀ ਜਦੋਂ ਵਾਂਸ ਯੂ ਆਰ ਔਨ ਦਾ ਟਰੈਕ ਤੇ ਫਿਰ ਉਹ ਸਾਰੀਆਂ ਜਿਹੜੀਆਂ ਮੰਜ਼ਲਾਂ ਬੰਦਾ ਸਰ ਕਰਦਾ ਚਲਾ ਜਾਂਦਾ। ਤੇ ਫਿਰ MBBS ਕੀਤੀ। ਉਸ ਤੋਂ ਬਾਅਦ ਫਿਰ ਮੈਂ ਕੁਝ ਦੇਰ ਦਿੱਲੀ ਸਫਦਰਜੰਗ ਹਸਪੀਟਲ 'ਚ ਰਿਹਾ। ਠੀਕ ਹੈ ਜੀ। ਮਨੋਹਰ ਲਾਲ ਲੋਹੀਆ ਉੱਧਰ ਰਿਹਾ ਜੀ, ਰਾਮ ਮਨੋਹਰ ਲੋਹੀਆ ਹਸਪੀਟਲ ਦੇ ਵਿੱਚ। ਤੇ ਫਿਰ ਦੈਨ ਆਈ ਥਾਟ ਆਫ ਕਿ PG ਵੀ ਕਰ ਲੈਣੀ ਚਾਹੀਦੀ ਹੈ। ਠੀਕ ਹੈ। MD, ਫਿਰ MD ਲਈ ਟੈਸਟ ਦਿੱਤਾ। ਫਿਰ MD ਦੇ ਵਿੱਚ ਜਿਹੜਾ ਰੇਡੀਓ ਡਾਇਗਨੋਸਿਸ ਹੈ, ਇਹ ਅੱਜ ਵੀ ਜਿਹੜੀ ਹੈ ਸਭ ਤੋਂ ਵਧੀਆ ਸਪੈਸ਼ਲਿਟੀ ਗਿਣੀ ਜਾਂਦੀ ਹੈ। ਦਿਸ ਇਜ਼ ਟੌਪਰਸ ਚੋਇਸ। ਤੇ ਫਿਰ ਮੇਰੇ ਮਾਰਕਸ, ਕਿਉਂਕਿ ਪੋਜੀਸ਼ਨ ਮੇਰਾ ਰੈਂਕ ਅੱਛਾ ਸੀ, ਤੇ ਮੈਂ MD ਰੇਡੀਓ ਡਾਇਗਨੋਸਿਸ ਦੀ ਕਰਨ ਦਾ ਸੋਚਿਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਮੈਂ 2000 ਦੇ ਵਿੱਚ ਪ੍ਰੈਕਟਿਸ 'ਚ ਆਇਆ, ਬਤੌਰ ਰੇਡੀਓਲੋਜਿਸਟ ਪ੍ਰੈਕਟਿਸ ਸ਼ੁਰੂ ਕੀਤੀ। ਔਰ ਉਹ ਵੀ ਦੈਟ ਵਾਜ਼ ਆਲਸੋ ਬਿਗ ਚੈਲੰਜ ਜੀ, ਕਿਉਂਕਿ ਇਕਵਿਪਮੈਂਟਸ ਬੜੇ ਮਹਿੰਗੇ ਨੇ। ਕਿ ਦੂਸਰਾ ਜੀ ਆਪਾਂ ਮੈਡੀਕਲ ਡਾਕਟਰ ਹੈ ਕੋਈ, ਉਹ ਤਾਂ ਟੇਬਲ ਚੇਅਰ ਲਗਾ ਕੇ ਆਪਾਂ ਬੈਠ ਜਾਈਦਾ ਜੀ। ਤੇ ਜਦੋਂ ਫਿਰ ਉਹ ਇਕਵਿਪਮੈਂਟਸ ਬੜੇ ਮਹਿੰਗੇ ਸੀ, ਔਰ ਪਾਪਾ ਵੀ ਉਦੋਂ ਬੈਂਕ, ਪੰਜਾਬ ਨੈਸ਼ਨਲ ਬੈਂਕ 'ਚ ਤੁਹਾਨੂੰ ਦੱਸਿਆ ਕਿ ਉੱਥੇ ਕੰਮ ਕਰਦੇ ਸੀ, ਰਿਟਾਇਰ ਹੋਏ ਸੀ। ਤੇ ਮੈਂ ਲੋਨ ਲੈਣ ਲਈ ਜਦੋਂ ਅਪਰੋਚ ਕੀਤਾ ਤਾਂ ਕਹਿੰਦੇ ਤੁਹਾਨੂੰ ਲੋਨ ਨਹੀਂ ਮਿਲ ਸਕਦਾ। ਅੱਛਾ, ਕੀ ਬਾਤ ਹੈ। ਜਾਣੀ ਮੌਜੂਦਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਲੋਨ ਤੋਂ ਮਨਾ ਕਰਤਾ ਸੀ। ਤੇ ਦੈਟ ਵਾਜ਼ ਅਗੇਨ ਚੈਲੰਜ। ਫਿਰ ਕੁਝ ਪਾਪਾ ਦੇ ਸਾਥੀ ਸੀ, ਦੋਸਤ ਸੀ, ਉਹਨਾਂ ਨੇ ਮਦਦ ਕੀਤੀ। ਠੀਕ ਹੈ ਜੀ। ਔਰ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਟਰੈਕ ਰਿਕਾਰਡ ਅੱਛਾ ਰਿਹਾ, ਲੋਨ ਵੀ ਲੈਂਦੇ ਗਏ।
ਤੇ ਕੰਮ ਵੀ ਅੱਛਾ ਚੱਲਦਾ ਰਿਹਾ ਔਰ ਬਹੁਤ ਅੱਛਾ ਲੋਕ ਸੇਵਾ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜੀ। ਆਪਣੇ ਡਾਇਗਨੋਸਟਿਕ ਸਰਵਿਸਿਜ਼ ਦੇ ਵਿੱਚ ਵੀ ਮਤਲਬ ਗਰੀਬੀ ਅਮੀਰੀ ਦੇਖ ਕੇ ਚੱਲਦੇ ਰਹੇ, ਕਿਉਂਕਿ ਗਰੀਬੀ ਦੇਖੀ ਸੀ ਗਰੀਬੀ ਬਹੁਤ ਨੇੜਿਓਂ ਦੇਖੀ ਸੀ। ਬਿਲਕੁਲ ਠੀਕ। ਕੁਝ ਕਿਸੇ ਗਰੀਬ ਨੂੰ ਕੋਈ ਫ੍ਰੀ ਸੇਵਾਵਾਂ ਦੇਣੀਆਂ ਹੁੰਦੀਆਂ, ਫ੍ਰੀ ਵੀ, ਔਰ ਉਹ ਚੱਲਦਾ ਰਿਹਾ। ਅੱਛਾ ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਦੱਸਿਓ, ਕਿਉਂਕਿ ਮੈਨੂੰ ਹੁੰਦਾ ਕਿ ਅਸੀਂ ਸਿਆਸਤਦਾਨਾਂ ਨੂੰ ਪੁਣੀਏ ਘੱਟ, ਤੇ ਜੇ ਅੱਜ ਦੇ ਸਮੇਂ ਦੇ ਲੋਕਾਂ ਨੂੰ ਕੁਝ ਲੱਭ ਪਵੇ ਤਾਂ ਉਹ ਵਧੀਆ। ਜਦੋਂ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹ ਕੇ ਤੁਸੀਂ ਮੈਡੀਕਲ ਪੜ੍ਹਨਾ ਸੀ, ਇੰਗਲਿਸ਼ ਦੀ ਸਮੱਸਿਆ ਸ਼ੁਰੂਆਤੀ ਦੌਰ 'ਚ ਆਈ ਹੋਊਗੀ, ਤੇ ਉਹ ਸਮੱਸਿਆ ਜਿਹੜੇ ਅੱਜ ਬੱਚੇ ਵਿਦੇਸ਼ ਜਾਣਾ ਚਾਹੁੰਦੇ ਉਹਨੂੰ ਆਇਲਟਸ ਵਿੱਚ ਵੀ ਆਉਂਦੀ ਹੈ ਜੀ। ਤੇ ਕਈ ਵਾਰੀ ਲੱਗਦਾ ਹੁੰਦਾ ਕਿ ਬੈਂਡ ਪੈਸੇ ਦੇ ਕੇ ਨਹੀਂ ਮਿਲਦੇ, ਆਮ ਹੀ ਗੱਲ ਚੱਲਦੀ ਹੈ ਕਿ ਜੀ ਸਾਡੇ ਨਿਆਣੇ ਤੋਂ ਤਾਂ ਹੋਇਆ ਨਹੀਂ। ਉਹ ਕੀ ਸੰਭਵ ਹੈ? ਜ਼ਰੂਰੀ ਨਹੀਂ ਕਿ ਹਰ ਬੱਚਾ ਹੁਸ਼ਿਆਰ ਹੋਵੇ, ਪਰ ਜੇ ਉਹ ਮਿਹਨਤੀ ਹੋਵੇ ਤਾਂ ਕੀ ਅੱਗੇ ਨੂੰ ਵੱਧ ਸਕਦਾ ਹੈ? ਜਿੱਥੇ ਤੱਕ ਆਪਣੀ ਅਸੀਂ ਗੱਲ ਕਰੀਏ, ਤੁਹਾਡਾ ਵੀ ਮੈਂ ਜਿੱਥੇ ਤੱਕ ਤੁਹਾਨੂੰ ਮੈਂ ਜਿੰਨਾ ਕੁ ਜਾਣਿਆ ਜੀ, ਤੇ ਤੁਸੀਂ ਤਾਂ ਸਾਡੇ ਹੁਸ਼ਿਆਰਪੁਰ ਦੇ ਹੀ ਹੋ, ਟਾਂਡੇ ਤੋਂ ਤੁਸੀਂ ਵੀ ਉਹਨਾਂ ਹਾਲਾਤਾਂ ਦੇ ਵਿੱਚ ਪੜ੍ਹ ਲਿਖ ਕੇ ਜੇ ਬਾਠ ਸਾਹਿਬ ਇੱਥੇ ਪਹੁੰਚ ਸਕਦੇ ਆ, ਜਾਂ ਜੇ ਰਾਜ ਕੁਮਾਰ ਤੋਂ ਡਾਕਟਰ ਰਾਜ MLA ਬਣ ਸਕਦਾ ਜੀ, ਤੇ ਮੈਂ ਸਮਝਦਾ ਵੀ ਕੋਈ ਵੀ ਜੇ ਤੁਹਾਡੇ 'ਚ ਇੱਛਾ ਹੈ, ਤੁਹਾਡੀ ਇੱਛਾ ਸ਼ਕਤੀ ਮਜ਼ਬੂਤ ਹੈ ਤੇ ਤੁਹਾਨੂੰ ਮੰਜ਼ਿਲ ਸਰ ਕਰਨ ਦੀ ਤੁਹਾਡੇ 'ਚ ਪੂਰਾ ਜਨੂਨ ਹੈ, ਤੇ ਮੈਂ ਸਮਝਦਾ ਕੋਈ ਐਸੀ ਮੰਜ਼ਿਲ ਨਹੀਂ ਜਿਹੜੀ ਸਰ ਨਹੀਂ ਕੀਤੀ ਜਾ ਸਕਦੀ। ਅੱਜ ਕੱਲ੍ਹ ਤਾਂ ਬੱਚਿਆਂ ਨੂੰ ਵੈਸੇ ਵੀ ਬਹੁਤ ਅਪੋਰਚੁਨਿਟੀਜ਼ ਨੇ। ਸਾਡੇ ਟਾਈਮ 'ਚ ਤੁਹਾਨੂੰ ਪਤਾ ਸੀ ਕਿ ਫੋਨ ਨਹੀਂ ਸੀ, ਉਦੋਂ TV ਨਹੀਂ ਸੀ। ਅੱਜ ਕੱਲ੍ਹ ਤਾਂ ਫੋਨ ਦੇ ਵਿੱਚ ਕਾਫੀ ਅੰਗਰੇਜ਼ੀ ਸਿੱਖ ਜਾਂਦੇ। ਸਹੀ ਗੱਲ ਹੈ ਜੀ। ਸੋ ਆਈਲੈਂਡਸ ਮੈਂ ਸਮਝਦਾ ਕਿ ਕੋਈ ਔਖਾ ਨਹੀਂ ਹੈ। ਅੱਜ ਕੱਲ੍ਹ ਸਕੂਲਸ ਵੀ ਬੈਟਰ ਹੋਏ ਨੇ। ਲੋਕਾਂ ਨੂੰ ਅੱਜ ਕੱਲ੍ਹ ਸਾਡੇ ਸਕੂਲ ਜਾਣ ਨੂੰ ਬੜੀਆਂ ਪ੍ਰੋਬਲਮ ਸੀਗੀਆਂ, ਪੈਦਲ ਜਾਂਦੇ ਸੀ, ਸਾਈਕਲ ਤੇ ਜਾਂਦੇ ਸੀ। ਸੋ ਅੱਜ ਕੱਲ੍ਹ ਤੇ ਬੜੇ ਹਾਲਾਤ ਬਿਹਤਰ ਨੇ, ਪ੍ਰੋਵਾਈਡਡ ਕਿ ਬੱਚੇ ਉਹਨਾਂ ਨੂੰ ਯੂਟਿਲਾਈਜ਼ ਕਰਨ। ਅੱਛਾ ਡਾਕਟਰ ਸਾਹਿਬ, ਹੁਣ ਚੋਪੜੀਆਂ ਤੇ ਦੋ ਹੋ ਗਈਆਂ, ਹੁਣ ਅਸਲੀ ਮੁੱਦੇ ਤੇ ਆਉਂਦੇ। ਠੀਕ ਹੈ ਜੀ। ਹੁਣ ਕਿਉਂਕਿ ਬੇਸ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਦੇਖਣ ਸੁਣਨ ਵਾਲਾ ਹੋਵੇ, ਸਾਡੇ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰ, ਉਹਨਾਂ ਨੂੰ ਪਤਾ ਹੋਵੇ ਕਿ ਜੇ ਇਸ ਰਾਜਨੀਤਿਕ ਲੀਡਰ ਨਾਲ ਅਸੀਂ ਗੱਲ ਕਰਦੇ ਹਾਂ, ਉਹਦਾ ਪਿਛੋਕੜ ਸਿਆਸੀ ਨਹੀਂ। ਉਹ ਬੰਦਾ ਪਿੰਡ 'ਚ ਉੱਠਿਆ ਤੇ ਹੋ ਸਕਦਾ ਡਾਕਟਰ ਰਾਜਕੁਮਾਰ ਨੇ ਵੀ ਕਿਸੇ ਵੇਲੇ 2 ਫੁਲਕੇ ਹੱਥੇ ਰੱਖ ਕੇ ਅਚਾਰ ਨਾਲ ਰਗੜ ਕੇ ਛਕੇ, ਹੁਣ ਆਮ ਹੀ ਹੁੰਦਾ ਪਿੰਡਾਂ 'ਚ। ਹੁਣ ਡਾਕਟਰ ਸਾਹਿਬ ਇਹ ਦੱਸਿਓ ਕਿ ਤੁਸੀਂ ਪੜ੍ਹੇ, ਤੁਹਾਨੂੰ ਪਤਾ ਹੈ ਕਿ ਸਮੱਸਿਆਵਾਂ ਕਿੰਨੀਆਂ ਹੁੰਦੀਆਂ। ਤੁਹਾਡੇ ਫਾਦਰ ਸਾਹਿਬ ਦੇ ਮਿੱਤਰਾਂ ਨੇ ਵੀ ਥੋੜ੍ਹਾ ਜਿਹਾ ਟੌਂਟ ਮਾਰਿਆ, ਫਿਰ ਲੋਨ ਵੀ ਨਹੀਂ ਸੀ ਮਿਲਦਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਬਹੁਤ ਰਫੜ ਪਿਆ। ਜਦੋਂ ਤੁਸੀਂ ਡਾਕਟਰ ਬਣ ਗਿਆ, ਜਦੋਂ 4 ਪੈਸੇ ਵੀ ਆ ਗਿਆ ਸੀ, ਰਾਜਨੀਤੀ ਦੇ ਵਿੱਚ ਆ ਗਿਆ, ਤੁਹਾਡੇ ਵੇਖਦਿਆਂ ਸੁਣਦਿਆਂ ਬੜੇ ਪ੍ਰੋਟੈਸਟ ਹੋਏ ਕਿ ਜੀ ਕਿਸੇ ਬੱਚੇ ਨੂੰ ਡਿਪਲੋਮਾ ਡਿਗਰੀ ਦੇਣ ਤੋਂ ਹੀ ਨਾ ਕਰਤੀ। ਕਿਸੇ ਨੂੰ ਕਹਿਤਾ ਕਿ ਭਾਈ ਸਰਕਾਰ ਤਾਂ ਪਤਾ ਨਹੀਂ ਪੈਸੇ ਦੇਵੇ ਕਿ ਨਹੀਂ ਨਾ ਦੇਵੇ। ਕੀ ਉਹਨਾਂ ਬੱਚਿਆਂ ਦਾ ਦਰਦ ਡਾਕਟਰ ਰਾਜਕੁਮਾਰ ਨੂੰ ਮਹਿਸੂਸ ਹੋਇਆ? ਕਿ ਉਸ ਮੁੱਦੇ ਦੇ ਉੱਤੇ ਇੱਕ ਲੀਡਰ ਦੇ ਤੌਰ ਤੇ ਨਹੀਂ, ਲੀਡਰ ਤਾਂ ਕਿਉਂਕਿ ਲੀਡਰਾਂ ਦਾ ਸਾਨੂੰ ਇਹ ਕੰਮ ਲੱਗਦਾ ਹੁੰਦਾ ਪ੍ਰੈਸ ਕਾਨਫਰੰਸ ਕਰਨੀ, ਫਿਰ ਲੱਗਦਾ ਹੁੰਦਾ ਇੱਕ ਅੱਧਾ ਮੁਜ਼ਾਹਰਾ ਕਰਨਾ, ਫੋਟੋਆਂ ਲਾਉਣਾ, ਵੱਧ ਤੋਂ ਵੱਧ ਪੁਲਿਸ ਦੀ ਜਿਹੜੀ ਬੱਸ ਹੁੰਦੀ ਆ ਉਹਦੇ ਵਿੱਚ ਬੈਠ ਕੇ ਤਾਂ ਫਿਰ ਐਂ ਕਰਨਾ ਕਿ ਅਸੀਂ ਕਰਾਂਗੇ, ਅਸੀਂ ਲੜਾਂਗੇ, ਮੁੜ ਕੇ ਘਰੇ ਵੜ ਜਾਣਾ। ਉਸ ਮੁੱਦੇ ਦੇ ਉੱਤੇ ਕੀ ਮਨ ਕਦੇ ਰੋਇਆ ਕਿ ਭਾਈ ਸਾਡੇ ਬੱਚਿਆਂ ਦੇ ਨਾਲ ਕੀ ਹੋ ਰਿਹਾ? ਕਿਉਂਕਿ ਹੋ ਸਕਦਾ ਜੇ ਆਹੀ ਕੰਮ 25 ਸਾਲ ਪਹਿਲਾਂ ਹੁੰਦਾ ਜਾਂ 40 ਸਾਲ ਪਹਿਲਾਂ ਦੇ ਡਾਕਟਰ ਰਾਜਕੁਮਾਰ ਅੱਜ ਜਨਮ ਲਿਆ ਹੁੰਦਾ ਤੇ ਤੁਸੀਂ ਉਹਨਾਂ ਵਿੱਚੋਂ ਇੱਕ ਹੁੰਦੇ। ਜੀ ਬਾਠ ਸਾਹਿਬ, ਪੋਸਟ ਮੈਟ੍ਰਿਕ ਸਕਾਲਰਸ਼ਿਪ ਮੈਂ ਉਹਦੀ ਥੋੜੀ ਬੈਕਗਰਾਊਂਡ ਜਾਣਾ ਚਾਹੁੰਦਾ ਜੀ ਕਿ ਸਾਡੇ UPA ਸਰਕਾਰ ਵੱਲੋਂ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ 2012 ਦੇ ਵਿੱਚ ਜੀ, ਤੇ ਇਹ 5 ਈਅਰ ਪਲਾਨ ਸੀ। ਔਰ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਸਾਡੀ ਸਰਕਾਰ ਦਾ, ਕਾਂਗਰਸ ਦਾ ਉਦੋਂ ਵਿਜ਼ਨ ਇਹ ਸੀ ਕਿ ਗਰੀਬ ਬੱਚੇ, SC BC ਬੱਚੇ ਜਿਹੜੇ ਉਹ ਪੜ੍ਹ ਨਹੀਂ ਜਿਹੜੇ ਸਕਦੇ, ਤੇ ਉਹਨਾਂ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾਮ ਦੀ ਇੱਕ ਸਕੀਮ ਜਿਹੜੀ ਹੈ ਉਹਨੂੰ ਸ਼ੁਰੂ ਕੀਤਾ ਗਿਆ। ਔਰ ਉਸ ਸਕੀਮ ਦੀ ਜੋ ਖੂਬੀ ਸੀ, ਜੋ ਖਾਸੀਅਤ ਇਹ ਸੀ ਵੀ 90% ਜਿਹੜਾ ਕੰਟਰੀਬਿਊਸ਼ਨ ਸੀ, ਜੋ ਟੋਟਲ ਗ੍ਰਾਂਟ ਜਿੰਨੀ ਵੀ ਬੱਚਿਆਂ ਨੂੰ ਜਾਣੀ ਹੈ, ਤੇ ਉਹਦੇ 'ਚ ਜਿਹੜਾ 90% ਕੰਟਰੀਬਿਊਸ਼ਨ ਉਹ ਹੁੰਦਾ ਸੀ ਸੈਂਟਰ ਗਵਰਨਮੈਂਟ ਦਾ, ਔਰ 10% ਜਿਹੜਾ ਕੰਟਰੀਬਿਊਸ਼ਨ ਉਹ ਸਟੇਟ ਗਵਰਨਮੈਂਟ ਦਾ, ਚਾਹੇ ਹਿੰਦੁਸਤਾਨ 'ਚ ਕੋਈ ਵੀ ਸਟੇਟ ਹੋਵੇ। ਔਰ ਉਹ ਪਲਾਨ ਚੱਲਦਾ ਰਿਹਾ, ਬੜਾ ਸਮੂਥਲੀ ਚੱਲਦਾ ਰਿਹਾ, ਔਰ ਬਹੁਤ ਬੱਚਿਆਂ ਨੇ, ਮੈਂ ਸਮਝਦਾ ਕਿ ਪਤਾ ਨਹੀਂ ਕਿੰਨੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਿਹਤਰ ਬਣੀ ਹੈ, ਜ਼ਿੰਦਗੀ ਨੂੰ ਰੋਸ਼ਨਾਇਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੇ। ਔਰ 17 ਤੱਕ ਤੁਸੀਂ ਦੇਖਿਆ ਹੋਣਾ ਕਿ ਦੇਰ ਵਾਜ਼ ਨੋ ਕੰਪਲੇਂਟ, ਕੋਈ ਪ੍ਰੋਬਲਮ ਨਹੀਂ ਸੀ, ਕੁਛ ਵੀ ਨਹੀਂ ਸੀ। 17 ਤੋਂ ਬਾਅਦ 14 'ਚ ਤੁਹਾਨੂੰ ਪਤਾ ਕਿ ਮੋਦੀ ਜੀ ਆ ਗਏ, ਔਰ ਜਦੋਂ NDA ਦੀ ਸਰਕਾਰ ਆਈ ਹੈ ਤੇ ਇਹਨਾਂ ਨੇ 17 ਤੋਂ ਬਾਅਦ ਉਸ ਸਕੀਮ ਨੂੰ ਰੀਵਿਜ਼ਿਟ ਕਰਨਾ, ਉਸ ਸਕੀਮ ਨੂੰ ਕੰਟੀਨਿਊ ਕਰਨਾ ਜ਼ਰੂਰੀ ਨਹੀਂ ਸਮਝਿਆ। ਠੀਕ ਹੈ। ਹੁਣ ਤੁਸੀਂ ਦੱਸੋ ਵੀ ਜਿਹੜਾ 90% ਤੁਹਾਨੂੰ ਪੈਸਾ ਸਟੇਟ ਨੂੰ ਆਉਂਦਾ ਹੈ, ਤੇ ਸਟੇਟ ਤਾਂ 10% ਤਾਂ ਈਜ਼ੀਲੀ ਸਟੇਟ ਕੋਈ ਵੀ ਪਾ ਸਕਦੀ ਹੈ, ਪਰ ਜਦੋਂ ਯੂਨੀਅਨ ਗਵਰਨਮੈਂਟ ਇਹ ਕਹਿੰਦੇ ਵੀ ਜੀ ਸਾਡੇ ਬਸ ਦੀ ਇਹ ਗੱਲ ਨਹੀਂ, ਅਸੀਂ ਇਸ ਸਕੀਮ ਨੂੰ
ਮਤਲਬ ਡਿਸਓਨ ਕਰ ਦਿੱਤਾ। ਸੋ ਸਾਰੀ ਗਵਰਨਮੈਂਟ ਸਾਰੀ ਜਿਹੜੀ ਰਿਸਪੌਂਸਿਬਿਲਿਟੀ ਸੀ ਸਟੇਟ ਤੇ ਆ ਗਈ। ਅੱਛਾ, ਸਟੇਟ ਨੂੰ ਇਹ ਲੱਗਦਾ ਰਿਹਾ ਕਿ ਦੇ ਵਿਲ ਸਟਾਰਟ, ਦੇ ਵਿਲ ਰੀਸਟਾਰਟ, ਦੇ ਵਿਲ ਰੀਵਿਜ਼ਿਟ ਦਾ ਸਕੀਮ, ਪਰ ਉਹ ਸੰਭਵ ਉਹ ਰੀਵਿਜ਼ਿਟ ਕਦੀ ਹੋਈ ਨਹੀਂ। ਔਰ ਤੁਸੀਂ ਦੇਖਿਆ ਹੋਣਾ ਕਿ ਹੁਣ ਜਦੋਂ ਵੀ ਗੱਲ ਕਰਦੇ ਸੀ, ਦੇਖੋ ਜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਕਾਇਆ 1500 ਕਰੋੜ ਰੁਪਈਆ, ਅੱਜ ਵੀ 1600 ਕਰੋੜ ਰੁਪਈਆ, ਕਿਉਂਕਿ 17 ਤੋਂ 20 ਤੱਕ ਤੇ ਯੂਨੀਅਨ ਗਵਰਨਮੈਂਟ ਨੇ ਅੱਖਾਂ ਬੰਦ ਕਰ ਲਈਆਂ, ਉਹਨਾਂ ਨੇ ਇਹਦੇ ਵੱਲ ਦੇਖਿਆ ਵੀ ਨਹੀਂ ਔਰ ਇਹਨੂੰ ਕੰਟਰੀਬਿਊਟ ਵੀ ਨਹੀਂ ਕੀਤਾ, ਔਰ 20 ਦੇ ਵਿੱਚ ਦੁਬਾਰਾ ਸ਼ੁਰੂ ਕਰਤਾ। ਅੱਛਾ, 20 ਦੇ ਵਿੱਚ ਜਦੋਂ ਦੁਬਾਰਾ ਸ਼ੁਰੂ ਕਰਨਾ ਸੀ, ਜੇ ਮੈਂ ਆਪਣੀ ਗੱਲ ਕਰਾਂ, ਬਿਕੋਜ਼ ਅਸੀਂ ਸਰਕਾਰ ਵਿੱਚ ਸੀਗੇ ਤੇ ਅਸੀਂ ਕੈਪਟਨ ਸਾਹਿਬ ਨੂੰ ਕਿਹਾ ਵੀ ਭਾਈ ਇਹਨਾਂ ਦਾ ਤਾਂ ਭਰੋਸਾ ਕੋਈ ਨਹੀਂ, ਕਿਉਂਕਿ ਇਹ ਤਾਂ ਸੱਤਾ 'ਚ ਜਿਹੜੀ ਗੱਲ ਕਰਕੇ ਆਉਂਦੇ ਉਹ ਕਰਦੇ ਤਾਂ ਹੈ ਨਹੀਂ, ਸੱਤਾ 'ਚ ਆ ਕੇ ਕੇਂਦਰ ਸਰਕਾਰ ਦੀ ਗੱਲ ਕਰਦਾ ਵੀ ਆਪਾਂ ਇੱਕ ਆਪਣੀ ਸਕੀਮ ਲਾਂਚ ਕਰੀਏ। ਸੋ ਮੇਰੀ ਬੇਨਤੀ ਕਰਨ ਨਾਲ, ਸਾਡੇ ਵਿਧਾਇਕਾਂ ਦੀ ਬੇਨਤੀ ਕਰਨ ਨਾਲ ਉਹਨਾਂ ਨੇ ਡਾਕਟਰ BR ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਤੱਕ ਲਿਆ ਵੀ ਚਾਹੇ ਯੂਨੀਅਨ ਗਵਰਨਮੈਂਟ ਦੇ ਪੈਸੇ ਆਉਣ ਜਾਂ ਨਾ ਆਉਣ, ਅਸੀਂ ਇਹ ਜਿਹੜੇ ਆਪੇ ਫੰਡਿੰਗ ਕਰਾਂਗੇ। ਔਰ ਦੁਬਾਰਾ ਸਕੀਮ ਸ਼ੁਰੂ ਹੋਈ ਔਰ ਉਸ ਤੋਂ ਬਾਅਦ ਇਹਨਾਂ ਦੀ ਜਾਗ ਵੀ ਖੁੱਲੀ ਜੀ। ਇਹਨਾਂ ਨੇ ਫਿਰ ਦੁਬਾਰਾ ਉਹ ਜਿਹੜੀ ਸਕੀਮ ਹੈ ਉਹਨੂੰ ਰੀਲਾਂਚ ਕਰਤਾ, ਪਰ ਉਹਨੂੰ ਰੀਲਾਂਚ ਕਹਿੰਦੇ ਜੀ ਅਸੀਂ 90% ਨਹੀਂ ਦੇਵਾਂਗੇ ਫੰਡ, ਅਸੀਂ 60% ਕੰਟਰੀਬਿਊਟ ਕਰਾਂਗੇ, 40% ਤੁਸੀਂ ਦਿਓ। ਸੋ ਉੱਥੇ ਜਾ ਕੇ ਵੀ ਅੜ ਗਏ। ਸੋ ਜੋ ਇਹਨਾਂ ਦੇ ਵੀ ਜਿਹੜੇ ਜੋ ਇਹਨਾਂ ਦੀ ਮੈਂ ਸਮਝਦਾ ਕਿ ਇੱਛਾ ਸ਼ਕਤੀ ਸੀ, ਉਹ ਵੀ ਕਿਤੇ ਨਾ ਕਿਤੇ ਉਸ ਦੇ ਵਿੱਚ ਖੋਟ ਸੀ, ਔਰ ਜਿਹਦੇ ਕਰਕੇ ਆ 3 ਸਾਲ ਬੱਚਿਆਂ ਨੇ ਬੜਾ ਸਫ਼ਰ ਕੀਤਾ। ਇਹ ਸਿਰਫ ਪੰਜਾਬ ਦੀ ਗੱਲ ਹੀ ਨਹੀਂ ਆ, ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਗਰੀਬ ਬੱਚਿਆਂ ਨੇ ਬੇਹੱਦ ਸਫ਼ਰ ਕੀਤਾ। ਔਰ ਉਸ ਤੋਂ ਬਾਅਦ ਬਹੁਤ ਹੋਰ ਘੁਟਾਲੇ ਵੀ ਹੋਏ, ਕਈ ਗੱਲਾਂ ਜੀ ਵੀ ਜੀ ਇਹ ਸਕੈਮ ਹੋ ਗਿਆ ਜੀ, ਸਾਧੂ ਸਿੰਘ ਧਰਮਸੋਤ ਜੀ ਦਾ ਜਦੋਂ ਸਕੈਮ ਹੋਇਆ ਤੇ ਬੜੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਫਿਰ ਜਦੋਂ ਸਰਕਾਰ ਆਈ ਤੇ ਇਸ ਤਰ੍ਹਾਂ ਮੀਡੀਆ ਨੇ ਸਾਨੂੰ ਕੁਐਸਚਨ ਕੀਤਾ ਕਿ ਭਾਈ ਇਹ ਸਾਧੂ ਸਿੰਘ ਧਰਮਸੋਤ ਜੀ ਗ੍ਰਿਫਤਾਰ ਕਿਉਂ ਨਹੀਂ ਹੋਏ। ਅਸੀਂ ਕਿਹਾ ਜੀ ਦੇਖੋ, ਪੋਸਟ ਮੈਟ੍ਰਿਕ ਸਕਾਲਰਸ਼ਿਪ ਤੁਸੀਂ ਜੋ ਕਹਿੰਦੇ ਸੀ ਕਿ ਬਹੁਤ ਵੱਡਾ ਕਪੜਾ ਹੈ, ਦੇਖੋ ਉਸ ਦੇ ਵਿੱਚ ਮੈਂ ਸਮਝਦਾ ਕਿ ਸਭ ਤੋਂ ਵੱਡੀ ਸਾਡੀ ਗਵਰਨਮੈਂਟ ਦੇ ਵਿੱਚ ਜੋ ਦਲੇਰੀ ਸੀ, ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਕਿਰਪਾ ਸ਼ੰਕਰ ਸਰੋਜ ਸੀ, ਉਹਨਾਂ 'ਚ ਐਡਾ ਦਮ ਸੀਗਾ, ਮਤਲਬ ਦੇਵਰ ਸੋ ਡੇਅਰਿੰਗ ਕਿ ਜੇ ਕਿਤੇ ਕੁਝ ਡਿਸਕ੍ਰਿਪੈਂਸੀ ਸੀਗੀਆਂ, ਪ੍ਰੋਬਲਮਾਂ, ਮੁਸ਼ਕਲਾਂ ਸੀਗੀਆਂ ਤੇ ਉਹਨਾਂ ਨੇ ਰੂਲ ਆਊਟ ਕੀਤਾ। ਆਪਣੀ ਸਰਕਾਰ 'ਚ ਕਿਸੇ ਵੀ ਪ੍ਰਿੰਸੀਪਲ ਸੈਕਟਰੀ ਨੇ ਆਪਣੇ ਮੰਤਰੀ ਦੇ ਖਿਲਾਫ ਰਿਪੋਰਟ ਕਦੀ ਅੱਜ ਤੱਕ ਤਿਆਰ ਨਹੀਂ ਹੋਈ। ਅਸੀਂ ਠੀਕ ਹੈ, ਅਸੀਂ ਇਹਨਾਂ ਨੂੰ ਕਿਹਾ ਠੀਕ ਹੈ ਵੀ ਤੁਹਾਡੀ ਗਵਰਨਮੈਂਟ ਆ ਗਈ, ਲੋਕਾਂ ਨੇ ਬਦਲਾਅ ਵਾਲੀ ਸਰਕਾਰ ਲੈ ਆਂਦੀ ਹੈ ਤੇ ਤੁਸੀਂ ਸਾਧੂ ਸਿੰਘ ਧਰਮਸੋਤ ਤੇ ਪਰਚਾ ਕਰੋ। ਤੁਸੀਂ ਦੇਖਿਆ ਹੁਣ ਵੀ ਆ ਹੁਣ ਕਿੰਨੇ ਮਹੀਨੇ ਲੰਘ ਗਏ, 5ਵਾਂ ਮਹੀਨਾ, ਆਲਮੋਸਟ 5th month is going on, ਤੇ ਹਜੇ ਤੱਕ ਸਾਧੂ ਸਿੰਘ ਧਰਮਸੋਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਪਰਚਾ ਨਹੀਂ ਹੋਇਆ ਉਹਦਾ ਉਹ ਜੰਗਲਾਂ ਤੇ ਪਰਚਾ ਹੋ ਗਿਆ। ਵੀ ਜੇ ਐਡਾ ਵੱਡਾ ਸਕੈਮ ਆ ਤੇ ਤੁਹਾਨੂੰ ਪਰਚਾ ਕਰੋ, FIR ਕਰੋ, ਬਾਕੀ ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਜੇ ਪਰਚਾ ਇਸ ਮੁੱਦੇ ਤੇ ਹੁੰਦਾ, ਜੇ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਇੱਕ ਨਿੱਕੇ ਪੈਸੇ ਦਾ ਵੀ ਵਿੱਚ ਇਨਵੋਲਵਮੈਂਟ ਪਾਈ ਜਾਂਦੀ, ਤਾਂ ਡਾਕਟਰ ਰਾਜਕੁਮਾਰ ਦਾ ਐਕਸ਼ਨ ਕੀ ਰਹੂਗਾ? ਦੇਖੋ, ਸਾਡਾ ਤੇ ਅਸੀਂ ਤਾਂ ਜਿਹੜਾ ਵੀ ਸਾਡੇ ਬੱਚਿਆਂ ਦੇ ਖਿਲਾਫ ਆ, ਜਿਹੜਾ ਸਾਡੇ ਪੰਜਾਬ ਦੇ ਖਿਲਾਫ ਆ, ਉਹ ਸਾਡਾ ਆਪਣਾ ਸਗਾ ਭਰਾ ਕਿਉਂ ਨਾ ਹੋਵੇ, ਸਾਡਾ ਕੋਈ ਸਗਾ ਕੋਈ ਐਕਸ ਕੈਬਨਿਟ ਮਿਨਿਸਟਰ ਵੀ ਰਿਹਾ ਕਿਉਂ ਨਾ, ਅਸੀਂ ਉਹਦੇ ਬਿਲਕੁਲ ਵਿਰੋਧ ਆ, ਕਿਉਂਕਿ ਜਿਹੜਾ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਖੇਲਦਾ ਹੈ ਉਹ ਸਾਡਾ ਦੁਸ਼ਮਣ ਹੈ। ਸਾਡਾ ਇਹ ਪੱਕਾ, ਅਸੀਂ ਤਾਂ ਹਮੇਸ਼ਾ ਇੱਕ ਬੇਸ ਬਣਾਇਆ ਹੋਇਆ, ਪਰ ਅਸੀਂ ਸਰਕਾਰ ਨੂੰ ਵੀ ਇਹ ਕਹਿੰਦੇ ਆ ਵੀ ਕਿਉਂਕਿ ਜੇ ਕੁਝ ਹੈ ਤੇ ਜ਼ਰੂਰ ਲੋਕਾਂ ਦੇ ਸਾਹਮਣੇ ਉਹਨੂੰ ਲਿਆਉਣਾ ਚਾਹੀਦਾ। ਈਵਨ ਸੋ ਮਚ ਸੋ CBI ਵੀ ਇਨਕੁਆਇਰੀ ਕਰ ਰਹੀ ਹੈ ਇਸ ਕੇਸ ਦੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਇਨਕੁਆਇਰੀ ਚੱਲ ਰਹੀ ਹੈ, ਤੇ ਮੈਂ ਤੇ ਕਹਿੰਦਾ ਵੀ ਭਾਈ ਤੁਸੀਂ ਜ਼ਰੂਰ ਐਕਸ਼ਨ ਲਓ, ਪਰਚਾ ਕਰੋ। ਅੱਛਾ ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਦੱਸਿਓ, ਮੈਨੂੰ ਇਹ ਗੱਲ ਮਹਿਸੂਸ ਹੋਈ, ਜੇ ਮੈਂ ਗਲਤ ਆ ਤਾਂ ਤੁਸੀਂ ਮੈਨੂੰ ਕਰੈਕਟ ਕਰ ਦੇਣਾ, ਕਿ ਜਦੋਂ 17 ਤੋਂ ਬਾਅਦ ਤੁਸੀਂ ਦੱਸਿਆ ਕਿ ਕੇਂਦਰ ਸਰਕਾਰ ਨੇ ਹੱਥ ਪਿੱਛੇ ਖਿੱਚ ਲਏ 2-3 ਸਾਲ, ਪੂਰੇ ਭਾਰਤ ਦੇ ਵਿੱਚ ਓਪੋਜੀਸ਼ਨ ਪਾਰਟੀ ਕਾਂਗਰਸ ਹੈ, ਐਂ ਕਿਤੇ ਲੱਗਿਆ ਕਿ ਜੇ ਕਰੋੜਾਂ ਬੱਚਿਆਂ ਦਾ ਭਵਿੱਖ ਤਬਾਹ ਹੋ ਰਿਹਾ ਸੀ ਤੇ ਨਾਲ ਉਹਨਾਂ ਦੇ 4-4 5-5 ਫੈਮਿਲੀ ਮੈਂਬਰ ਹੈ, ਕਿਤੇ ਨਾ ਕਿਤੇ ਕਮਜ਼ੋਰੀ ਰਹੀ ਹੈ ਕਿ ਇੱਕ ਮਾਹੌਲ ਹੀ ਨਹੀਂ ਕ੍ਰੀਏਟ ਕੀਤਾ ਜਾ ਸਕਿਆ, ਇੱਕ ਬੱਝਵਾਂ ਮਾਹੌਲ ਜਿਹੜਾ ਕਿ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਭਾਈ ਆ ਇੱਕ ਸਕੀਮ ਸੀ ਜਿਹਦੇ ਨਾਲ ਬੱਚੇ ਪੜ੍ਹਦੇ ਸੀ, ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਅਸੀਂ ਡਿਗਰੀਆਂ ਕਰ ਜਾਵਾਂਗੇ, ਇਸ ਸਕੀਮ ਦੇ ਨਾਲ ਡਿਗਰੀਆਂ ਕਰ ਗਏ, ਫਿਰ ਅੱਧ ਵਾਟੇ ਕੰਮ ਰੁਕ ਗਿਆ। ਕੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਹਾਈ ਕਮਾਂਡ ਪੂਰੇ ਭਾਰਤ ਦੇ ਵਿੱਚ ਇਸ ਚੀਜ਼ ਨੂੰ ਉੱਦਾਂ ਲਿਜਾ ਹੀ ਨਹੀਂ ਸਕੀ, ਨਹੀਂ ਤਾਂ ਹੋ ਸਕਦਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ? ਨਹੀਂ, ਦੇਖੋ, ਜਿਸ ਤੱਕ ਹਾਈ ਕਮਾਂਡ ਦਾ ਸਵਾਲ ਆ ਜਾਂ ਵਿਰੋਧੀ ਧਿਰ ਦਾ, ਤਮਾਮ ਵਿਰੋਧੀ ਧਿਰਾਂ ਦਾ ਸਵਾਲ ਹੈ, ਸਿਰਫ ਕਾਂਗਰਸ ਦੀ ਗੱਲ ਨਹੀਂ ਕਰਦਾ, ਕਿਉਂਕਿ ਬਾਕੀ ਵੀ ਜਿੰਨੀਆਂ ਪਾਰਟੀਆਂ ਨੇ ਉਹਨਾਂ ਨੇ ਸਾਰਿਆਂ ਨੇ ਇਸ ਇਸ਼ੂ ਨੂੰ ਕਿਸੇ ਨਾ ਕਿਸੇ ਪਲੇਟਫਾਰਮ ਤੇ ਚੱਕਿਆ ਔਰ ਇਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਕੇਂਦਰ ਸਰਕਾਰ ਨਵੀਂ ਆਈ ਸੀ ਔਰ ਆਪਣੇ ਦਮ ਤੇ ਚੱਲ ਰਹੀ ਸੀ, ਮਤਲਬ 14 ਤੋਂ ਬਾਅਦ 19 ਦੇ ਵਿੱਚ ਫਿਰ ਇੱਕ ਬਹੁਮਤ ਮਿਲ ਗਿਆ, ਤੇ ਉਹਨਾਂ ਦਾ ਇੱਕ ਸੋਚ ਸੀ ਵੀ ਅਸੀਂ ਜਿਹੜੀ ਜੋ ਪਾਲਿਸੀ ਜਿਹੜੀ ਆ, ਭਾਵੇਂ ਉਹ ਜਿੰਨੀ ਮਰਜ਼ੀ ਵਧੀਆ ਹੋਵੇ, ਜੇ ਕਾਂਗਰਸ ਨੇ ਕੀਤੀ ਹੈ ਤਾਂ ਕਾਂਗਰਸ ਮਾੜੀ ਹੈ, ਕਿਉਂਕਿ ਆਈਡੀਅਲੀ ਚਾਹੀਦਾ ਤੇ ਵੀ ਹੁਣ ਜਿਹੜੀਆਂ ਸਾਡੀਆਂ ਕੁਝ ਅੱਛੀਆਂ ਪਾਲਿਸੀਜ਼ ਨੇ ਸਾਨੂੰ ਉਹਨਾਂ ਨੂੰ ਕੈਰੀ ਫਾਰਵਰਡ ਕਰਨਾ ਚਾਹੀਦਾ, ਪਰ ਇਹਨਾਂ ਦੀ ਸੋਚ ਇਹ ਹੁੰਦੀ ਵੀ ਠੀਕ ਹੈ ਜੀ, ਇਹ ਜੋ ਇੱਧਰੋਂ ਸ਼ੁਰੂ ਹੋਇਆ ਇਹ ਗਲਤ ਹੈ, ਅਸੀਂ ਕੁਝ ਬਿਹਤਰ ਸ਼ੁਰੂ ਕਰਾਂਗੇ, ਪਰ ਉਹ ਬਿਹਤਰੀ ਦੇ ਵਿੱਚ ਜੋ ਨੁਕਸਾਨ ਹੋਇਆ
ਤੇ ਮੈਂ ਸਮਝਦਾ ਕਿ ਉਹਦੇ 'ਚ ਚਾਹੇ ਵਿਰੋਧੀ ਧਿਰ ਹੋਵੇ ਚਾਹੇ ਮੈਜੋਰਿਟੀ ਮੇਨਲੀ ਜਿਹੜੀ ਯੂਨੀਅਨ ਗਵਰਨਮੈਂਟ ਆ ਜਿਹੜੀ ਮੌਜੂਦਾ ਕੇਂਦਰ ਸਰਕਾਰ ਹੈ ਜਾਂ 14 ਤੋਂ ਆ ਉਹ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਹੁਣ ਤੁਹਾਡਾ ਕਿੱਤਾ ਜਿਹੜਾ ਡਾਕਟਰੀ ਵਾਲਾ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਸਰਕਾਰ ਨੇ ਕਹਿਤਾ ਬਣਾਉਣੇ ਆ, ਮੈਨੂੰ ਨਹੀਂ ਪਤਾ ਮਾੜੇ ਆ ਜਾਂ ਚੰਗੇ ਆ, ਉਹ ਤਾਂ ਖੁੱਲਣਗੇ ਬਾਅਦ 'ਚ ਪਤਾ ਲੱਗੂਗਾ। ਡਾਕਟਰ ਕਿੱਥੋਂ ਲਿਆਉਣੇ ਆ, ਦਵਾਈਆਂ ਕਿੱਥੋਂ ਲਿਆਉਣੀਆਂ। ਮੈਂ ਤੁਹਾਨੂੰ ਆਪ ਦਾ ਤਜਰਬਾ ਦੱਸਦਾ। ਇਹ ਗੱਲ ਕੋਈ ਸਿਆਸਤਦਾਨ ਮੰਨੇ ਨਾ ਮੰਨੇ, ਪਰ ਪੰਜਾਬ ਦੇ ਵਿੱਚ ਜੇ ਕਿਸੇ ਵਿਅਕਤੀ ਦਾ ਢਿੱਡ ਦੁਖਦਾ ਹੈ ਜਾਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਉਹਦੀ ਪ੍ਰਾਇੋਰਟੀ ਨਹੀਂ ਹੁੰਦੀ ਸਰਕਾਰੀ ਹਸਪਤਾਲ। ਜੇ ਕਿਸੇ ਕੋਲ 4 ਪੈਸੇ ਹੈਗੇ ਆ, ਹਾਲਾਂਕਿ ਤੁਹਾਡੇ ਕੋਲ ਅੰਕੜਾ ਹੋਊਗਾ ਜੀ ਸਾਡੀ ਸਰਕਾਰ ਵੇਲੇ ਲੱਖਾਂ ਲੋਕਾਂ ਨੇ OPD ਲਈ, ਆਹ ਲਈ, ਬਹੁਤ ਕੁਝ ਹੋਊਗਾ, ਪਰ ਫਿਰ ਵੀ ਕਿਤੇ ਨਾ ਕਿਤੇ, ਕਿਉਂਕਿ ਤੁਸੀਂ ਖੁਦ ਪ੍ਰੈਕਟਿਸ ਕਰਦੇ ਰਹੇ, ਤੁਹਾਨੂੰ ਵੀ ਪਤਾ ਕਿ ਤਰਜੀਹ ਹੁੰਦੀ ਹੈ ਕਿ ਜੇ ਭਾਈ ਬੰਦਾ ਬਚਾਉਣਾ ਹੈ ਤਾਂ ਉਹਨੂੰ ਕਿਸੇ ਪ੍ਰਾਈਵੇਟ ਹਸਪੀਟਲ ਲੈ ਕੇ ਜਾਈਏ। ਇਹਦਾ ਮਤਲਬ ਹੈ ਕਿ ਸਿਹਤ ਸਹੂਲਤਾਂ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀ ਸੀ। ਬੜੀ ਹੈਰਾਨੀ ਹੁੰਦੀ ਸੀ ਜਦੋਂ ਅਸੀਂ ਸੁਣਦੇ ਸੀ ਕਿ 15,000 ਮੇਰੇ ਖਿਆਲ 800 ਰੁਪਏ ਜਾਂ 16,800 ਦੇ ਵਿੱਚ ਮਹੀਨੇ 'ਚ ਡਾਕਟਰ ਭਰਤੀ ਕਰੀਦਾ ਸੀ, ਸਾਲ 2 ਸਾਲ 3 ਸਾਲ ਲਈ। ਤਾਂ ਮੈਂ ਸੋਚਦਾ ਸੀ ਕਿ ਭਾਈ ਜਿਹੜੇ ਬੰਦੇ ਨੇ MBBS ਕੀਤੀ ਹੈ, ਤੁਸੀਂ ਉਹਦੇ ਮੂਹਰੇ ਜੇ 1,15,000 ਰੱਖੋ ਤਾਂ ਫਿਰ ਸ਼ਾਇਦ ਉਹ ਬੰਦਾ ਮੰਨੇ। ਜਿੰਨੀ ਉਹਨੇ ਮਿਹਨਤ ਕੀਤੀ ਹੈ, ਉਹ ਤੜਕੇ ਵੀ ਜਾਗ ਗਿਆ, ਉਹ ਰਾਤ ਨੂੰ ਵੀ ਜਾਗ ਗਿਆ, ਤਾਂ ਉਹਨੇ ਦੁਨੀਆ ਬਚਾਉਣੀ ਹੈ, ਤੇ ਆਪਾਂ ਉਹਨੂੰ 15,800 ਜਾਂ 16,800 ਦਿੰਦੇ ਹਾਂ। ਕੀ ਮੁਹੱਲਾ ਕਲੀਨਿਕ ਸਹੀ ਨੇ ਜਾਂ ਗਲਤ ਨੇ ਵੱਖਰੀ ਗੱਲ ਹੈ, ਪਰ ਕਿਤੇ ਨਾ ਕਿਤੇ ਲੋੜ ਤਾਂ ਮਹਿਸੂਸ ਹੋ ਰਹੀ ਹੈ ਨਾ। ਜਿਹੜੀਆਂ ਪੁਰਾਣੀਆਂ ਪੇਂਡੂ ਡਿਸਪੈਂਸਰੀਆਂ ਖੰਡਰ ਬਣੀਆਂ, ਕਿਤੇ ਡਾਕਟਰ ਸਾਹਿਬ ਹੈਗੇ ਆ, ਕਿਤੇ ਨਹੀਂ। ਇੱਕ ਡਾਕਟਰ ਸਾਹਿਬ ਦੀ 2-2 3-3 ਜਗ੍ਹਾ ਡਿਊਟੀ ਹੈ। ਉਹਦੀ ਆਲੋਚਨਾ ਕਾਂਗਰਸ ਪਾਰਟੀ ਠੋਕ ਕੇ ਕਰ ਰਹੀ ਹੈ। ਜੇ ਗਲਤ ਹੈ ਤਾਂ ਕਰਨੀ ਵੀ ਚਾਹੀਦੀ ਹੈ, ਪਰ ਕੀ ਇਹ ਗੱਲ ਇੱਕ ਡਾਕਟਰ ਹੋਣ ਦੇ ਨਾਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਕਿਤੇ ਨਾ ਕਿਤੇ ਕਮਜ਼ੋਰੀ ਸੀ, ਲੋਕਾਂ ਦਾ ਯਕੀਨ ਅਸੀਂ ਨਹੀਂ ਜਿੱਤ ਸਕੇ? ਦੇਖੋ, ਜਿਸ ਤੱਕ ਤੁਸੀਂ ਹੁਣ ਹੈਲਥ ਦੀ ਗੱਲ ਕੀਤੀ ਹੈ, ਸਿਹਤ ਬਾਰੇ ਗੱਲ ਕੀਤੀ ਹੈ, ਸਿਹਤ ਸਾਡਾ ਇੱਕ ਬੜਾ ਮਹੱਤਵਪੂਰਨ ਮੁੱਦਾ ਹੈ। ਔਰ ਆਪਾਂ ਸਭ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਆਪਣੇ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਜੇ ਆਪਾਂ ਕੋਵਿਡ ਦੀ ਗੱਲ ਕਰ ਲਈਏ ਤੇ ਮੈਂ ਸਮਝਦਾ ਕਿ ਕੋਵਿਡ ਦੇ ਵਿੱਚ ਪੰਜਾਬ ਨੇ ਜਿਸ ਬਿਹਤਰੀ ਦੇ ਨਾਲ ਕੰਮ ਕੀਤਾ ਹੈ, ਉਹ ਅੱਜ ਵੀ ਮੈਂ ਸਮਝਦਾ ਕਿ ਸਾਡਾ ਜਿਹੜਾ ਮਾਡਲ ਸੋ ਕਾਲਡ ਦਿੱਲੀ ਮਾਡਲ ਜਿਹੜਾ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ, ਉਸ ਦੇ ਨਾਲੋਂ ਅਸੀਂ ਬਹੁਤ ਬਿਹਤਰ ਕੰਮ ਕੀਤਾ। ਉਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਆਲਮੋਸਟ ਦਿੱਲੀ ਤੇ ਪੰਜਾਬ ਦੀ ਪੋਪੂਲੇਸ਼ਨ ਸੇਮ ਹੈ, ਤੇ ਉਸ ਦੇ ਵਿੱਚ ਜੇਕਰ ਅਸੀਂ ਕਿਉਂਕਿ ਮੌਤ ਤੇ ਇੱਕੋ ਹੀ ਬਹੁਤ ਹੁੰਦੀ ਜਦੋਂ ਪਰਿਵਾਰ 'ਚੋਂ ਕੋਵਿਡ ਵਿੱਚ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਕੋਵਿਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ, ਕਿੰਨੇ ਲੋਕਾਂ ਨੂੰ ਸਮੱਸਿਆਵਾਂ ਆਈਆਂ, ਕਿੰਨੇ ਲੋਕਾਂ ਦੇ ਰੁਜ਼ਗਾਰ ਗਏ। ਪਰ ਹੈਲਥ ਦੇ ਵਿੱਚ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਹੀ ਜੋ ਸਥਿਤੀ ਰਹੀ ਹੈ ਉਹ ਬੜੀ ਭਿਆਨਕ ਰਹੀ ਹੈ। ਈਵਨ WHO ਨੇ ਵੀ ਇੱਕ ਉਹਦਾ ਅੰਕੜਾ ਆਇਆ ਕਿ ਜੀ 40 ਤੋਂ 50 ਲੱਖ ਦੇ ਕਰੀਬ ਜਿਹੜੀਆਂ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਡੈਥਸ ਹੋਈਆਂ ਨੇ, ਜਿਹੜੀਆਂ ਬਹੁਤ ਉਹਦੇ ਵਿੱਚੋਂ ਅਨਰਿਪੋਰਟਡ ਨੇ। ਤੇ ਜੇਕਰ ਦਿੱਲੀ ਦੀ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਕਰੀਬ 27,000 ਦੇ ਕਰੀਬ ਜਿਹੜੀਆਂ ਡੈਥਸ ਹੋਈਆਂ, ਪੰਜਾਬ ਦੇ ਵਿੱਚ 16,000 ਦੇ ਕਰੀਬ ਡੈਥਸ ਹੋਈਆਂ। ਪਰ ਪੰਜਾਬ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ ਜਿਹੜੀ ਆ ਓਵਰਆਲ ਦਿੱਲੀ ਨਾਲੋਂ ਕਾਫੀ ਬਿਹਤਰ ਤਰੀਕੇ ਨਾਲ ਮੈਨੇਜ ਹੋਈ ਹੈ। ਪਰ ਪੰਜਾਬ ਦੇ ਵਿੱਚ ਜੇ ਅਸੀਂ ਉੱਦਾਂ ਹੈਲਥ ਸੇਵਾਵਾਂ ਦੀ ਗੱਲ ਕਰੀਏ ਤੇ ਸਾਡੀਆਂ ਅੱਜ ਵੀ ਜਿਹੜੀਆਂ ਹੈਲਥ ਸੇਵਾਵਾਂ ਨੇ ਉਹ ਬਾਕੀ ਸੂਬਿਆਂ ਦੇ ਨਾਲੋਂ ਬਹੁਤ ਬਿਹਤਰ ਨੇ। ਜੇ ਮੈਂ ਸਮਝਦਾ ਕਿ ਜੇ ਅਸੀਂ ਫਸਟ ਤੇ ਨਹੀਂ ਤਾਂ ਅਸੀਂ ਸੈਕੰਡ ਜਾਂ ਥਰਡ ਨੰਬਰ ਤੇ ਸਾਡੀਆਂ ਹੈਲਥ ਸੇਵਾਵਾਂ ਨੇ, ਸਿਹਤ ਸੇਵਾਵਾਂ ਨੇ। ਔਰ ਅੱਜ ਵੀ ਜੇਕਰ ਮੈਂ ਆਮ ਲੋਕਾਂ ਦੀ ਗੱਲ ਕਰਾਂ, ਸ਼ਾਇਦ ਵੱਡੇ ਲੋਕ ਕਈ ਵਾਰੀ ਇਹ ਸੋਚਦੇ ਕਿ ਜੀ ਮੈਂ ਪ੍ਰਾਈਵੇਟ ਹਸਪੀਟਲ ਜਾਵਾਂ ਤੇ ਸਾਨੂੰ ਉੱਥੇ ਬਹੁਤ ਵਧੀਆ ਇਲਾਜ ਮਿਲੇਗਾ। ਤੁਸੀਂ ਬਿਲੀਵ ਨਹੀਂ ਕਰਨਾ, ਈਵਨ ਸਾਨੂੰ ਪਰਿਵਾਰ 'ਚੋਂ ਵੀ ਕਈ ਵਾਰ ਜਾਣ ਦਾ ਮੌਕਾ ਮਿਲਿਆ ਔਰ ਕਈਆਂ ਦੇ ਪਰਿਵਾਰ ਵੀ ਪ੍ਰਾਈਵੇਟ ਹਸਪੀਟਲਾਂ 'ਚ ਗਏ ਤੇ ਓਵਰਨਾਈਟ ਡਾਕਟਰ ਅਵੇਲੇਬਲ ਨਹੀਂ ਆਇਆ, ਡਾਕਟਰ ਦੇਖਣ ਤੱਕ ਨਹੀਂ ਆਇਆ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਸਮੇਂ 'ਚ, ਕੋਵਿਡ ਵੀ, ਨਾਨ ਕੋਵਿਡ ਵੀ, ਈਵਨ ਅੱਜ ਵੀ। ਔਰ ਗਵਰਨਮੈਂਟ ਹਸਪੀਟਲ ਇੱਕ ਐਸਾ ਸੈਟਅਪ ਹੈ ਕਿ ਅੱਜ ਕੋਈ ਵੀ ਬੰਦਾ ਉੱਥੇ ਜਾਓ ਤਾਂ ਉੱਥੇ 24 ਘੰਟੇ ਡਾਕਟਰ ਤੁਹਾਨੂੰ ਸਿਵਲ ਹਸਪੀਟਲ 'ਚ ਮਿਲੇਗਾ। ਸੋ ਮੈਂ ਸਮਝਦਾ ਕਿ ਅੱਜ ਵੀ ਸਾਡੀਆਂ ਹੈਲਥ ਫੈਸਿਲਿਟੀਜ਼ ਨੇ ਉਹ ਬਹੁਤ ਅੱਛੀਆਂ ਨੇ। ਹਾਂ, ਇਹਨਾਂ ਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਹੈ, ਇਹਨਾਂ ਨੂੰ ਤਕੜੇ ਕਰਨ ਦੀ ਜ਼ਰੂਰਤ ਹੈ, ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸਾਡੀਆਂ SSCs ਨੇ, ਸਾਡੇ ਸਬਸਿਡਰੀ ਹੈਲਥ ਸੈਂਟਰ ਨੇ, PSCs ਨੇ, ਸਾਡੇ ਸਿਵਲ ਹਸਪੀਟਲ ਨੇ, ਇਹਨਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਡਾਕਟਰ ਅੱਜ ਵੀ ਘੱਟ ਨੇ, ਭਾਵੇਂ ਕਿ ਡਾਕਟਰ ਪਾਪੂਲੇਸ਼ਨ ਰੇਸ਼ੋ ਸਾਡੀ ਪੰਜਾਬ ਦੀ ਅੱਜ ਵੀ ਦੂਜੇ ਸੂਬਿਆਂ ਨਾਲੋਂ ਬਹੁਤ ਬਿਹਤਰ, ਪਰ ਬਹੁਤ ਸਾਰੇ ਡਾਕਟਰ ਚਾਹੀਦੇ ਨੇ। ਪਰ ਉੱਤੋਂ ਤੁਸੀਂ ਉਹਦੇ ਵਿੱਚ ਉਸ ਪੰਜਾਬ ਦੇ ਵਿੱਚ ਦਿੱਲੀ ਦਾ ਮਾਡਲ ਲੈ ਕੇ ਆਉਣਾ, ਮੈਂ ਸਮਝਦਾ ਕਿ ਇਹਨਾਂ ਦੇ ਦਿਮਾਗ 'ਚ ਇੱਕ ਜਿਹੜੀ ਮੌਜੂਦਾ ਸਰਕਾਰ ਹੈ, ਦਿੱਲੀ ਮਾਡਲ ਇਹਨਾਂ ਦੇ ਦਿਮਾਗ 'ਚ ਘਰ ਕਰ ਗਿਆ ਵੀ ਸਾਡਾ ਚਾਹੇ ਜਿੰਨਾ ਮਰਜ਼ੀ ਅਸੀਂ ਚੰਗੀ ਹੋਈਏ, ਵੀ ਸਾਡਾ ਦਿੱਲੀ ਮਾਡਲ ਬਹੁਤ ਵਧੀਆ ਹੈ। ਸੋ ਇਹ ਹੈਲਥ ਕਲੀਨਿਕ ਦੀ ਹੁਣ ਮੁਹੱਲਾ ਕਲੀਨਿਕਸ ਦੀ ਗੱਲ ਕਰ ਰਹੇ ਨੇ ਤੇ ਮੁਹੱਲਾ ਕਲੀਨਿਕ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਸਾਂਝ ਕੇਂਦਰ ਸੀ, ਜਿਹੜੇ ਕੋਈ ਇਹਨਾਂ ਨੇ ਪਹਿਲਾਂ ਗਵਰਨਮੈਂਟ ਦੇ ਟਾਈਮ ਬਣੇ ਸੀ, ਹੁਣ ਕਹਿੰਦੇ ਜੀ ਅਸੀਂ ਉਹਨਾਂ ਨੂੰ ਮੁਹੱਲਾ ਕਲੀਨਿਕ ਬਣਾਵਾਂਗੇ, ਉਹਨਾਂ ਨੂੰ ਮੁਹੱਲਾ ਕਲੀਨਿਕ 'ਚ ਕਨਵਰਟ ਕਰਾਂਗੇ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਮੁਹੱਲਾ ਕਲੀਨਿਕ ਮੰਨ ਲਓ ਇੰਨੀ 16,000 ਬਾਟ ਸਾਹਿਬ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕੀਤੀ ਹੈ ਤੇ ਹੁਣ ਕਹਿੰਦੇ ਜੀ ਅਸੀਂ 75 ਜਿਹੜੇ ਆ ਉਹ ਆਜ਼ਾਦੀ ਦੇ ਦਿਹਾੜੇ ਤੇ ਅਸੀਂ 75 ਮੁਹੱਲਾ ਕਲੀਨਿਕ ਜਨਤਾ ਨੂੰ ਸਮਰਪਿਤ ਕਰ ਦਾਂਗੇ। ਤੇ ਇਹਦਾ ਮਤਲਬ 75 ਡਾਕਟਰ ਹੋਣਗੇ, 75 ਡਾਕਟਰ ਦੇ ਨਾਲ ਸਟਾਫ ਵੀ 3-3 4-4 ਹੋਣਗੇ।
ਸੋ ਤੁਸੀਂ ਇਹ ਸਟਾਫ 350 ਦੇ ਕਰੀਬ ਸਟਾਫ ਹੋਏਗਾ। ਤੇ ਮੈਂ ਇਹਨਾਂ ਨੂੰ ਇਹ ਮਤ ਜ਼ਰੂਰ ਦੇਣੀ ਚਾਹੁੰਦਾ, ਇਹਨਾਂ ਨੂੰ ਸੁਝਾਅ ਵੀ ਦੇਣਾ ਚਾਹੁੰਦਾ ਕਿ ਇਹੀ ਸਟਾਫ ਜੇਕਰ ਅਸੀਂ ਗਵਰਨਮੈਂਟ ਸਾਡੇ ਜਿਹੜੇ ਆਲਰੇਡੀ ਸੈਂਟਰ ਨੇ, ਤੁਸੀਂ ਕਿਹਾ ਵੀ ਕਈ ਡਿਸਪੈਂਸਰੀਆਂ ਵੀ ਅੱਜ ਵੀ ਮਤਲਬ ਬਿਲਕੁਲ ਡਾਕਟਰ ਹੀ ਕੋਈ ਨਹੀਂ ਉੱਥੇ, ਸਟਾਫ ਨਹੀਂ ਹੈ, ਇਹ ਵੀ ਸੱਚਾਈ ਹੈ। ਤੇ ਉੱਥੇ ਜੇਕਰ ਅਸੀਂ ਆਪਣੀਆਂ ਡਿਸਪੈਂਸਰੀਜ਼ ਨੂੰ ਸਟਰੋਂਗ ਕਰੀਏ, ਜੇਕਰ ਇਹਨਾਂ ਦੇ ਮਨ 'ਚ ਕੋਈ ਐਸਾ ਹੈ ਵੀ ਜੀ ਮੁਹੱਲਾ ਕਲੀਨਿਕ ਲਿਖ ਕੇ ਬਹੁਤ ਇਹਨਾਂ ਨੂੰ ਸੁੱਖ ਪ੍ਰਾਪਤ ਹੋਣਾ, ਤੇ ਸਾਡੇ ਸਿਵਲ ਹਸਪੀਟਲ ਦੇ ਬਾਹਰ ਹੀ ਮੁਹੱਲਾ ਕਲੀਨਿਕ ਲਿਖ ਦੇਣ। ਹਜੇ ਤੱਕ ਤਾਂ ਇਹਨਾਂ ਦੇ ਮੈਨੂੰ ਲੱਗਦਾ ਕਿ ਮੁਹੱਲਾ ਕਲੀਨਿਕ ਦਾ ਘੱਟ ਇਹਨਾਂ ਨੂੰ ਜੋ ਇਹ ਬਣਾ ਰਹੇ ਨਾ, ਮੈਨੂੰ ਤਾਂ ਲੱਗਦਾ ਹਲਕਾ ਕਲੀਨਿਕ ਹੀ ਬਣ ਰਿਹਾ। ਠੀਕ ਹੈ, ਇੱਕ ਇੱਕ ਹਲਕੇ 'ਚ ਇੱਕ ਕਲੀਨਿਕ ਕਹਿੰਦੇ ਸ਼ੁਰੂ ਕਰਾਂਗੇ ਤੇ ਅਸੀਂ 75 ਸਮਰਪਿਤ ਕਰਾਂਗੇ, ਬਾਕੀ ਹੌਲੀ ਹੌਲੀ ਬਣਾਉਂਦੇ ਰਹਾਂਗੇ। ਸੋ ਮੈਂ ਇਹਨਾਂ ਨੂੰ ਇਹ ਸੁਝਾਅ ਦੇਣਾ ਚਾਹੁੰਦਾ ਵੀ ਭਾਈ ਆਪਾਂ ਕਰੋ ਮਜ਼ਬੂਤ, ਅਸੀਂ ਵੀ ਵਿਲ ਸਪੋਰਟ ਯੂ। ਮੈਂ ਓਪੋਜੀਸ਼ਨ ਦਾ ਡਿਪਟੀ ਲੀਡਰ ਹਾਂ, ਬਤੌਰ ਡਿਪਟੀ ਲੀਡਰ, ਬਤੌਰ ਓਪੋਜੀਸ਼ਨ ਜਿਹੜਾ ਕੰਮ ਵਧੀਆ ਕਰਨਗੇ ਅਸੀਂ ਉਹਨੂੰ ਸਰਾਹਾਂਗੇ। ਪਰ ਇਹ ਵੀ ਲੋਕਾਂ ਨੂੰ ਅੱਜ ਜਿਹੜੀ ਦਵਾਈਆਂ ਉਹਨਾਂ ਦਵਾਈਆਂ ਦੀ ਜ਼ਰੂਰਤ ਹੈ। 5 ਮਹੀਨੇ ਹੋ ਗਏ ਲੋਕਾਂ ਨੂੰ ਅੱਜ ਵੀ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਮਿਲਦੀਆਂ। ਸੋ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਬਾਕੀ ਰਵਾਇਤੀ ਪਾਰਟੀਆਂ ਦਾ ਮਾਡਲ ਰਿਹਾ ਵੀ ਜੀ 6 ਮਹੀਨੇ ਪਹਿਲਾਂ ਦਵਾਈਆਂ ਦੇ ਦਾਂਗੇ, ਕਿਉਂਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਸਾਨੂੰ ਤਾਂ ਨਕਾਰ ਦਿੱਤਾ, ਇਹਨਾਂ ਨੂੰ ਬਦਲਾਅ ਦੇ ਤੌਰ ਤੇ ਲੈ ਕੇ ਆਉਂਦਾ। ਜੋ ਇਹਨਾਂ ਨੇ ਸੁਪਨਾ ਦਿਖਾਇਆ ਸੀ ਉਹ ਇਹ ਦਿਖਾਇਆ ਸੀ ਕਿ ਇੱਕ ਵਾਰੀ ਸਾਡੀ ਸਰਕਾਰ ਬਣ ਗਈ, ਅਗਲੇ ਦਿਨ ਤੋਂ ਬਸ ਚਾਬੀ ਜਿਹੜੀ ਅਸੀਂ ਬਸ ਔਨ ਹੋ ਜਾਣੀ ਹੈ ਤੇ ਅਸੀਂ ਬਦਲਾਅ ਕਰ ਦੇਣਾ। ਸੋ ਅੱਜ ਵੀ ਜਿਹੜੇ ਲੋਕ ਨੇ ਮੁਹੱਲਾ ਕਲੀਨਿਕ ਬਣਾਉਣ ਦੀ ਬਜਾਏ ਇਹਨਾਂ ਨੂੰ ਜਿਹੜੀਆਂ ਇਨਫਰਾਸਟ੍ਰਕਚਰ ਹੈ ਉਹਨੂੰ ਮਜ਼ਬੂਤ ਕਰਨਾ ਚਾਹੀਦਾ, ਸਟਾਫ ਮਜ਼ਬੂਤ ਕਰਨਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਮੈਂ ਫਿਰ ਉਸ ਫਿਗਰ ਦੇ ਉੱਤੇ ਆਉਣਾ ਜਿਹੜਾ 15,800 ਜਾਂ 16,800 ਸੀ। ਕੀ ਕਿਉਂਕਿ ਤੁਸੀਂ MBBS ਕੀਤੀ, ਅਗਲੀਆਂ ਪੜ੍ਹਾਈਆਂ ਤਾਂ ਚਲੋ ਉੱਪਰਲੀਆਂ ਤੁਸੀਂ ਬਾਅਦ 'ਚ ਕਰ ਲਈਆਂ, ਕੀ ਜਾਣੀ ਸਿਆਸਤਦਾਨ ਕਿਸ ਮਾਈਂਡ ਸੈੱਟ ਨਾਲ ਉਦੋਂ ਸੋਚਦੇ ਆ, ਚਾਹੇ ਪਹਿਲੇ ਸਾਲ ਲਈ, ਚਾਹੇ 2 ਸਾਲ ਲਈ, ਚਾਹੇ 3 ਸਾਲ ਲਈ? ਆਪਾਂ ਕਿਵੇਂ ਜਸਟੀਫਾਈ ਕਰ ਸਕਦੇ ਹਾਂ ਕਿਸੇ ਟੀਚਰ ਨੂੰ 5400 ਤੇ 4400 ਤੇ 9000 ਤੇ, ਕੋਈ ਡਾਕਟਰ ਨੂੰ 16,000 ਤੇ? ਤੁਹਾਡੀਆਂ ਸੁੱਖ ਨਾਲ ਤਨਖਾਹਾਂ ਫਿਰ ਵੀ ਠੀਕ ਨੇ ਉੱਥੇ, ਹੈ ਨਾ, ਫਿਰ ਵੀ ਠੀਕ ਨੇ। ਜਾਣੀ ਉਹ ਕਿਹੜਾ ਸੌਫਟਵੇਅਰ ਹੁੰਦਾ ਸਿਆਸਤਦਾਨ ਦੇ ਮਨ ਦੇ ਵਿੱਚ ਕਿ ਭਾਈ ਕੋਈ ਗੱਲ ਨਹੀਂ ਇਹਨਾਂ ਨੂੰ 15,000 ਦੇ ਰੱਖ ਲਓ? ਨਹੀਂ ਦੇਖੋ, ਇਹ ਜੋ ਤਨਖਾਹਾਂ ਨੇ ਵਾਕਈ ਤੁਸੀਂ ਦੱਸਿਆ, ਜਿਸ ਤਰ੍ਹਾਂ ਇੱਕ ਦਰਦ ਤੁਸੀਂ ਬਿਆਨ ਕੀਤਾ ਕਿ MBBS ਡਾਕਟਰ ਦਾ ਉਹਨੂੰ ਬਣਾਉਣ ਦੇ ਲਈ ਘਰ ਵਾਲਿਆਂ ਦੀ ਕਿੰਨੀ ਵਿਚਾਰਿਆਂ ਦੀ ਐਨਰਜੀ ਲੱਗਦੀ ਹੈ, ਕਿੰਨਾ ਪੈਸਾ ਲੱਗਦਾ, ਉਹਦੀ ਆਪਣੀ ਐਨਰਜੀ ਪੈਸਾ ਕਿੰਨਾ ਲੱਗਦਾ, ਉਹਦੇ ਲਈ ਜੋ ਇਹ ਬਿਲਕੁਲ ਇੱਕ ਤਾਂ ਇੱਕ ਮਹਿਜ਼ ਮਜ਼ਾਕ ਹੈ ਜੀ। ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਈਵਨ ਵਾਕ ਇਨ ਇੰਟਰਵਿਊਜ਼ ਵੀ ਜਿਹੜੀਆਂ ਕਰਦੇ ਹਾਂ, ਅਸੀਂ ਸਪੈਸ਼ਲਿਸਟ ਬੁਲਾਉਂਦੇ ਹਾਂ, ਉਹ ਆਉਂਦੇ ਨਹੀਂ। ਕਿਉਂ ਆਉਣਗੇ? ਜੇ ਅਸੀਂ ਉਹਨਾਂ ਨੂੰ 75,000 ਜਾਂ ਲੱਖ ਰੁਪਈਆ ਦੇਣਾ, ਉਹ ਕਿਉਂ? ਜੇ ਉਹਨੂੰ ਬਾਹਰ 3.5 ਲੱਖ 4 ਲੱਖ ਰੁਪਈਆ ਸਟਾਰਟਿੰਗ ਆ ਉਹਦੀ, ਤੇ ਉਹ ਕਿਉਂ ਆਉਣਗੇ? ਸੋ ਬਾਕੀ ਜਿਹੜੇ ਅੱਜ ਇਹ ਮੁਹੱਲਾ ਕਲੀਨਿਕ ਦੀ ਬਜਾਏ ਸਰਕਾਰਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਡਾਕਟਰਸ ਦੀ ਸੈਲਰੀ ਵਧਾਈਏ, ਟੀਚਰਸ ਨੂੰ ਰੈਗੂਲਰ ਕਰੀਏ। ਜਿਹੜੀ ਚੀਜ਼ ਨੂੰ ਇਹ ਜਿਹਦਾ ਲੁਤਫ ਉਠਾਉਂਦੇ ਰਹੇ, ਜਿਹੜੇ ਮੁੱਦੇ ਉਠਾਉਂਦੇ ਰਹੇ ਕਿ ਜੀ ਕਾਂਗਰਸ ਨੇ ਆਹ ਨਹੀਂ ਕੀਤਾ, ਕਾਂਗਰਸ ਇਹ ਨਹੀਂ ਕਰ ਸਕੀ, ਜੇ ਅਸੀਂ ਡਾਕਟਰ ਨਹੀਂ, ਕੋਈ ਸਪੈਸ਼ਲਿਸਟ ਨਹੀਂ ਅਪਾਇੰਟ ਕਰ ਸਕੇ ਤੇ ਤੁਹਾਨੂੰ ਅੱਗੇ ਆਉਣਾ ਚਾਹੀਦਾ ਜੀ, ਕਿਉਂਕਿ ਪੰਜਾਬ ਦਾ ਮਾਡਲ ਇਨਫੈਕਟ ਇਹਨਾਂ ਨੂੰ ਬਣਾਉਣਾ ਚਾਹੀਦਾ, ਨਾ ਕਿ ਦਿੱਲੀ ਮਾਡਲ। ਅੱਛਾ ਡਾਕਟਰ ਸਾਹਿਬ, ਮੰਨਦੇ ਹੋ ਕਿ ਕਿਤੇ ਨਾ ਕਿਤੇ ਪਿਛਲੀ ਸਰਕਾਰ ਦੇ ਵਿੱਚ ਕੁਝ ਕਮੀਆਂ ਰਹੀਆਂ? ਜਿਹੜੀ 5 ਸਾਲ ਤੁਹਾਡੀ ਸਰਕਾਰ ਸੀ, ਤੁਸੀਂ ਉਹਦੇ ਵਿੱਚ MLA ਸੀ, ਹਾਲਾਂਕਿ ਕੈਬਨਿਟ ਜ਼ਿੰਮੇਵਾਰ ਹੁੰਦੀ ਹੈ ਫੈਸਲਿਆਂ ਦੇ ਲਈ, ਪਰ ਕਿਉਂਕਿ ਤੁਹਾਡੀ ਪਾਰਟੀ ਦੀ ਸਰਕਾਰ ਸੀ, ਅਸੀਂ ਤੁਹਾਨੂੰ ਵਿੱਚ ਹੀ ਰੱਖਦੇ ਹਾਂ ਵੀ ਚਾਹੇ ਸਿਹਤ ਦੇ ਪੱਖ ਤੋਂ, ਸਿੱਖਿਆ ਦੇ ਪੱਖ ਤੋਂ, ਜਾਣੀ ਲੋਕਾਂ ਨੇ ਐਵੇਂ ਨਹੀਂ 80 ਤੋਂ 17-18 ਤੇ ਲਿਆਂਦੇ ਹੁਣੇ, ਕੋਈ ਗੱਲ ਤਾਂ ਹੋਣੀ ਹੈ ਨਾ? ਦੇਖੋ, ਮੈਂ ਬਾਟ ਸਾਹਿਬ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ 77 ਆਏ ਸੀ, ਹਾਂਜੀ, ਤੇ ਅਸੀਂ ਬੜੇ ਖੁਸ਼ ਸੀ, ਇਹਨਾਂ ਵਾਂਗੂ ਅਸੀਂ ਬਹੁਤ ਮਤਲਬ ਪੂਰੇ ਅਸਮਾਨ ਤੇ ਜੋਸ਼ ਇੱਦਾਂ ਸੀ। ਠੀਕ ਹੈ ਜੀ। ਤੇ ਅਸੀਂ ਇਹ ਸੋਚਿਆ ਸੀ ਵੀ ਸਾਨੂੰ ਲੋਕਾਂ ਨੇ ਜਿਤਾਇਆ ਜੀ, ਪਰ ਉਦੋਂ ਹੁਣ ਸਾਨੂੰ ਪਤਾ ਲੱਗਾ 5 ਸਾਲ ਬਾਅਦ ਵੀ ਲੋਕਾਂ ਨੇ ਨਹੀਂ ਜਿਤਾਇਆ ਸੀ, ਲੋਕਾਂ ਨੇ ਅਕਾਲੀ ਦਲ ਨੂੰ ਹਰਾਇਆ ਸੀ। ਠੀਕ ਹੈ, ਅਸੀਂ ਅਕਾਲੀ ਦਲ ਨੂੰ ਹੈਰਾਨ ਕਰਕੇ ਅਸੀਂ ਜਿੱਤੇ ਸੀ ਜੀ। ਪਰ ਇਹ ਵੀ 5 ਸਾਲ ਅਸੀਂ ਦੇਖੋ, ਜੇ 5 ਸਾਲ ਦੇ ਮੈਂ ਕੰਮ ਗਿਣਾਉਣ ਲੱਗਾ ਤੇ ਅਸੀਂ ਬਹੁਤ ਸਾਰੇ ਐਸੇ ਕੰਮ ਕੀਤੇ ਆ ਜਿਹੜੇ ਸ਼ਾਇਦ ਸੋਚ ਵੀ ਨਹੀਂ ਸਕਦੇ। ਠੀਕ ਹੈ, ਜੇਕਰ ਆਪਾਂ ਕਿਉਂਕਿ ਸਾਡੀ ਧਰਤੀ ਜਿਹੜੀ ਸਾਡੇ ਕਿਸਾਨ ਜਿਹੜਾ ਸਾਡਾ ਰੀੜ੍ਹ ਦੀ ਹੱਡੀ ਆ, ਔਰ ਖੇਤੀ ਜਿਹੜਾ ਸਾਡਾ ਮੁੱਖ ਪੇਸ਼ਾ ਹੈ, ਉਹਦੇ ਕਰਜ਼ ਮਾਫੀ ਦੀ ਗੱਲ ਇਹ ਕਹਿੰਦੇ ਜੀ ਤੁਸੀਂ ਤਾਂ ਜੀ ਸਾਰੇ ਕਰਜ਼ਿਆਂ ਦੇ ਲੀਕ ਮਾਰਨ ਦੀ ਗੱਲ ਕੀਤੀ ਸੀ, 90,000 ਕਰੋੜ ਮਾਫ ਕਰਨ ਦੀ। ਅਸੀਂ ਹਾਲਾਂਕਿ 2 ਲੱਖ ਦੇ ਹਿਸਾਬ ਨਾਲ ਵੀ ਕਰੀਬ 5500 ਕਰੋੜ ਦੇ ਕਰੀਬ ਜਿਹੜਾ ਕਿਸਾਨੀ ਦਾ ਕਰਜ਼ਾ ਮਾਫ ਕੀਤਾ, ਔਰ 500 ਕਰੋੜ ਦੇ ਕਰੀਬ ਈਵਨ ਜਿਹੜੇ ਖੇਤ ਮਜ਼ਦੂਰ ਸੀ ਉਹਨਾਂ ਦਾ ਕਰਜ਼ਾ ਮਾਫ ਕੀਤਾ। ਔਰ ਇਹਨਾਂ ਨੇ ਉਸ ਤੋਂ ਬਾਅਦ, ਮੈਂ ਚਲੋ ਇੱਥੇ ਤਾਂ ਬਾਅਦ ਚ ਆਉਣਾ, ਜੋ ਇਹਨਾਂ ਨੇ ਕੀਤਾ, ਔਰ ਉਸ ਤੋਂ ਬਾਅਦ ਜੇ ਅਸੀਂ ਪੜ੍ਹਾਈ ਦੀ ਗੱਲ ਕਰੀਏ ਤੇ ਪੜ੍ਹਾਈ ਵੀ ਬਹੁਤ ਬਿਹਤਰ ਹੋਈ ਆ। ਜੇ ਅੱਜ ਸਾਡੇ ਸਕੂਲ ਨੈਸ਼ਨਲ ਪਰਫਾਰਮੈਂਸ ਗ੍ਰੇਡਿੰਗ ਸਿਸਟਮ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਆ, ਜਾਂ ਨੈਸ਼ਨਲ ਅਚੀਵਮੈਂਟ ਸਰਵੇ ਦੇ ਵਿੱਚ ਪਹਿਲੇ ਨੰਬਰ ਦੇ ਵਿੱਚ ਯੂਨੀਅਨ ਗਵਰਨਮੈਂਟ ਵੱਲੋਂ ਐਲਾਨੇ ਜਾਂਦੇ ਆ, ਤੇ ਮੈਂ ਸਮਝਦਾ ਕਿ ਇੱਕ ਅਚੀਵਮੈਂਟ ਹੈ, ਕਿਉਂਕਿ ਕੋਈ ਵੀ ਚੀਜ਼ ਦੇਖੋ ਦੂਜੇ ਵਾਲੇ ਨੂੰ ਪਹਿਲੇ ਤੇ ਲਿਆਂਦਾ ਜਾ ਸਕਦਾ, 10ਵੇਂ ਵਾਲੇ ਨੂੰ ਪਹਿਲੇ ਤੇ ਲਿਆਂਦਾ ਨਹੀਂ ਜਾ ਸਕਦਾ। ਸੋ ਅਸੀਂ ਪੜ੍ਹਾਈ ਦੇ ਖੇਤਰ 'ਚ ਬਿਹਤਰ ਕੰਮ ਕੀਤੇ ਆ, ਹੈਲਥ ਦੇ ਖੇਤਰ 'ਚ ਕੋਵਿਡ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ, ਈਵਨ ਇੱਥੋਂ ਤੱਕ ਕਿ ਜਿੰਨੀ ਕਿ ਇੰਪਲੋਇਮੈਂਟ ਦੇ ਸਕਦੇ ਸੀ ਬਹੁਤ ਸਾਰੇ ਟੀਚਰਸ ਨੂੰ, ਕਰੀਬ 24,000 ਦੇ ਕਰੀਬ ਟੀਚਰਸ ਨੂੰ ਰੈਗੂਲਰ ਵੀ ਕੀਤਾ, ਤੇ ਜਾਣ ਲੱਗੇ ਅਸੀਂ ਜਿਹੜੇ ਕੰਟਰੈਕਚੁਅਲ ਇੰਪਲੋਈਜ਼ ਸੀਗੇ ਉਹ ਵੀ ਫਾਈਲ ਜਿਹੜੀ ਗਵਰਨਰ ਨੂੰ ਭੇਜੀ, ਸਮਾਂ
ਉਹ ਨਹੀਂ ਹੋ ਸਕੀ। ਸੋ ਚਾਹੇ ਹੈਲਥ ਹੋਵੇ, ਐਜੂਕੇਸ਼ਨ ਹੋਵੇ, ਹਰ ਖੇਤਰ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਵਧੀਆ ਕੀਤਾ ਜਾਵੇ। ਔਰ ਡਿਵੈਲਪਮੈਂਟ ਏਜੰਡਾ ਜਿਸ ਤੱਕ ਵਿਕਾਸ ਦੀ ਗੱਲ ਹੈ, ਪਿੰਡਾਂ ਦੇ ਵਿੱਚ ਅੱਜ ਤੁਸੀਂ ਜਾ ਕੇ ਦੇਖੋ, ਪਿੰਡਾਂ ਦੇ ਮੈਂ ਕਹਿੰਦਾ ਵੀ 5 ਸਾਲ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਕੰਮ ਹੋਇਆ, ਪਰ ਕੁਛ ਨਾ ਕੁਛ ਕਮੀਆਂ ਤੁਹਾਡੇ ਵਾਲੀ ਗੱਲ 'ਤੇ ਸਾਡੇ ਜ਼ਰੂਰ ਰਹੀਆਂ ਹੋਣਗੀਆਂ। ਸਾਨੂੰ ਜਿਹੜਾ ਲੋਕਾਂ ਨੇ ਡਿਸਓਨ ਕੀਤਾ, ਅਸੀਂ ਲੋਕਾਂ ਨੂੰ ਕੋਈ ਸਾਡੇ ਆਪਣੇ ਕੁਝ ਫੈਸਲੇ ਕਿਤੇ ਨਾ ਕਿਤੇ ਸਾਡੇ ਲੀਡਰਸ਼ਿਪ ਦੇ ਵਿੱਚ ਬਦਲਾਅ ਜਿਹੜੇ ਆ ਉਹ ਵੀ ਸਾਡੇ ਹਾਰ ਦੇ ਜਿਹੜੇ ਕਾਰਨ ਉਹ ਜ਼ਰੂਰ ਕਿਤੇ ਨਾ ਕਿਤੇ ਮੈਂ ਸਮਝਦਾ ਇੱਕ ਵਨ ਆਫ ਦੋਜ਼ ਰੀਜ਼ਨ ਉਹ ਵੀ ਰਹੇ ਆ। ਔਰ ਲੋਕਾਂ ਨੂੰ ਜੋ ਉਮੀਦ ਸੀ, ਬੇਅਦਬੀ ਦੇ ਮਸਲੇ ਸੀ, ਸ਼ਾਇਦ ਉਹਨਾਂ 'ਤੇ ਅਸੀਂ ਕੁਛ ਉਹਨਾਂ ਬਿਹਤਰ ਨਹੀਂ ਕਰ ਪਾਏ, ਔਰ ਜਿਹਦੇ ਨਾਲ ਲੋਕਾਂ ਨੇ ਸਾਨੂੰ ਜਿਹੜਾ ਉਹ ਬਦਲਾਅ ਲਿਆਂਦਾ, ਔਰ ਇਹਨਾਂ ਨੇ ਉਸ ਬਦਲਾਅ ਨੂੰ ਇਨਕੈਸ਼ ਵੀ ਕੀਤਾ। ਤੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਇਹਨਾਂ ਨੂੰ ਵੀ ਇਹੀ ਤੁਹਾਡੇ ਇਸ ਮੀਡੀਆ ਰਾਹੀਂ ਜਿਹੜਾ ਕਿ ਬਹੁਤ ਅੱਜ ਪ੍ਰਚਲਿਤ ਮੀਡੀਆ ਹੈ, ਸਭ ਤੋਂ ਪ੍ਰਭਾਵਸ਼ਾਲੀ ਮੀਡੀਆ ਪ੍ਰਾਈਮ ਏਸ਼ੀਆ, ਇਸ ਦੇ ਥਰੂ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਵੀ ਇਹ ਗਲਤ ਫਹਿਮੀ 'ਚ ਨਹੀਂ ਰਹਿਣਾ ਚਾਹੀਦਾ ਕਿ ਇਹਨਾਂ ਦੇ 92 ਜਿੱਤੇ ਆ। ਲੋਕਾਂ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਹਰਾਇਆ, ਲੋਕਾਂ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਹਰਾਇਆ, ਇਹਨਾਂ ਨੂੰ ਜਿਤਾਇਆ, ਪਰ ਇਹ ਜੋ ਲੋਕਾਂ ਦੀ ਜੋ ਸੁਪਨੇ ਨੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜ਼ਰੂਰ ਉੱਥੇ ਅੱਜ ਮੈਂ ਦੁਬਾਰਾ ਦਵਾਈਆਂ ਵਾਲੇ ਪਾਸੇ ਆਉਣਾ, ਪਰ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ। ਤੁਹਾਡੇ ਆਸੇ-ਪਾਸੇ 2 ਮਿਨਿਸਟਰ ਸੀਗੇ, ਇੱਕ ਬਹੁਤਾ ਸਮਾਂ ਰਿਹਾ, ਇੱਕ ਥੋੜਾ ਸਮਾਂ। ਗਿਲਜੀਆਂ ਸਾਹਿਬ ਥੋੜਾ ਸਮਾਂ ਰਹੇ, ਪਰ ਉਹ ਇਲੈਕਸ਼ਨ ਤੱਕ ਸੀ। ਇਧਰਲੇ ਪਾਸੇ ਹੁਣ ਤੁਹਾਡੇ 'ਚ ਵੀ ਨਹੀਂ ਹੈਗੇ ਹੁਸ਼ਿਆਰਪੁਰ ਵਾਲੇ ਸੁੰਦਰ ਸ਼ਾਮ ਅਰੋੜਾ ਸਾਹਿਬ, ਉਹ ਪਾਰਟੀ ਵੀ ਛੱਡ ਗਏ, ਉਹ ਦੋਨੋਂ ਸੀਟਾਂ ਹਾਰ ਗਿਆ। ਤੁਸੀਂ ਤੁਹਾਡੇ ਵਾਲੀ ਕਿਵੇਂ ਜਿੱਤ ਗਿਆ? ਜਾਣੀ ਤੁਸੀਂ ਉਹਨਾਂ ਤੋਂ ਵੱਖਰਾ ਕੀ ਕਰਦੇ ਸੀ? ਜਾਣੀ ਤੁਸੀਂ ਮਿਨਿਸਟਰ ਵੀ ਨਹੀਂ ਬਣੇ। ਇਹਦੇ ਬਾਵਜੂਦ ਵੀ ਜੇ ਇਸ ਹਲਕੇ ਦੇ ਵਿੱਚ 40-45 ਸਾਲ ਕਾਂਗਰਸ ਕਦੇ ਜਿੱਤੀ ਨਹੀਂ, ਡਾਕਟਰ ਰਾਜਕੁਮਾਰ ਚੱਬੇਵਾਲ ਹੋਰੀ 2 ਵਾਰੀ ਜਿੱਤ ਗਏ। ਤੁਹਾਡੇ ਖਿਲਾਫ ਵਾਲੇ ਕੈਂਡੀਡੇਟ ਨਹੀਂ ਠੀਕ ਸੀ ਜਾਂ ਤੁਸੀਂ ਕੰਮ ਚੰਗਾ ਕਰਦੇ ਸੀ? ਜਾਣੀ ਕਹਾਣੀ ਕੀ ਸੀ? ਤੇ ਨਾਲ ਲੱਗਦਾ ਇੱਕ ਸਵਾਲ ਤਰਕਸੰਗਤ ਤੁਹਾਨੂੰ ਨਹੀਂ ਲੱਗਿਆ? ਜਵਾਬ ਮੈਂ ਲੈਣਾ, 5 ਸਾਲਾਂ 'ਚ ਕੈਪਟਨ ਸਾਹਿਬ ਨੂੰ ਕਿੰਨੀ ਵਾਰੀ ਮਿਲੇ? ਦੇਖੋ, ਜਿੱਥੇ ਤੱਕ ਤੁਸੀਂ ਮੈਨੂੰ ਹੁਸ਼ਿਆਰਪੁਰ ਦੀ ਗੱਲ ਕੀਤੀ ਆ, ਹੁਸ਼ਿਆਰਪੁਰ ਦੀਆਂ ਸਾਡੀਆਂ 7 ਵਿਧਾਨ ਸਭਾ ਸੀਟਾਂ ਨੇ, ਠੀਕ ਹੈ, ਔਰ 7 ਚੋਂ ਅਸੀਂ ਪਿਛਲੀ ਵਾਰ 5 ਜਿੱਤੇ ਸੀ, ਔਰ ਇਸ ਵਾਰੀ ਅਸੀਂ 7 ਚੋਂ ਮੇਰੇ ਵਾਲੀ ਸੀਟ ਚੱਬੇਵਾਲ ਅਸੀਂ ਜਿੱਤੇ ਜੀ। ਤੇ ਮੈਂ ਸਮਝਦਾ ਕਿ ਜੇਕਰ ਇਹ ਜਿੱਤ ਦਾ ਸਿਹਰਾ ਹੈ ਤੇ ਮੈਂ ਸਭ ਤੋਂ ਵੱਡਾ ਜਿਹੜਾ ਸਿਹਰਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਦਿੰਦਾ ਜੀ, ਆਪਣੇ ਮਾਤਾ ਪਿਤਾ ਨੂੰ ਦਿੰਦਾ, ਔਰ ਉਸ ਤੋਂ ਵੀ ਮੈਂ ਸਮਝਦਾ ਕਿ ਉਸ ਵਾਹਿਗੁਰੂ ਦੀ ਕਿਰਪਾ ਸਾਡੀ ਸੰਗਤ ਤੇ ਸਾਡੇ ਜੋ ਹਲਕੇ ਦੇ ਲੋਕ ਨੇ ਉਹਨਾਂ ਨੇ ਸ਼ਾਇਦ ਮੇਰੇ ਕੰਮਾਂ ਨੂੰ ਬਹੁਤ ਪਸੰਦ ਕੀਤਾ, ਜਿਸ ਕਰਕੇ ਐਡੀ ਵੱਡੀ ਸੁਨਾਮੀ ਦੇ ਵਿੱਚੋਂ ਵੀ ਉਹਨਾਂ ਨੇ ਮੈਨੂੰ ਕੱਢਿਆ, ਮੈਨੂੰ ਜਿਤਾਇਆ। ਤੇ ਮੈਂ ਉਹਨਾਂ ਦਾ ਮੈਂ ਸਮਝਦਾ ਕਿ ਮੈਂ ਰਿਣੀ ਆ, ਉਹਨਾਂ ਦਾ ਇਹ ਕਰਜ਼ ਮੈਂ ਅਦਾ ਨਹੀਂ ਕਰ ਸਕਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿੱਥੇ ਲੋਕ ਸਾਡੇ ਲੀਡਰ ਹਾਰੇ ਵੀ ਨੇ, ਉਹ ਸ਼ਾਇਦ ਆਪਣੀਆਂ ਪਰਫਾਰਮੈਂਸਿਸ ਕਰਕੇ ਜਾਂ ਉਹਦੇ ਕਰਕੇ ਨਹੀਂ ਹਾਰੇ। ਇੱਕ ਵੇਵ, ਇੱਕ ਹਨੇਰੀ ਸੀ ਜਿਹੜੀ ਉਸ ਹਨੇਰੀ ਨੇ ਕਰਨੀ ਆ ਹਾਰੇ ਨਹੀਂ, ਜ਼ਮਾਨਤਾਂ ਵੀ ਕਈਆਂ ਦੀ ਜ਼ਬਤ ਹੋਈਆਂ ਜੀ। ਉਹ ਹਨੇਰੀ ਤੇ ਦੇਖੋ, ਜਦੋਂ ਇਹ ਹਨੇਰੀ ਆਉਂਦੀ ਨਾ ਜੀ, ਹਨੇਰੀ ਖੁੱਡ 'ਚ ਵੀ ਵੜ ਜਾਂਦੀ, ਫਿਰ ਹਨੇਰੀ ਦੇ ਵਿੱਚ ਜ਼ਮਾਨਤਾਂ ਵੀ ਜ਼ਬਤ ਹੁੰਦੀਆਂ ਨੇ। ਤੁਸੀਂ ਵਿਸ਼ਵਾਸ ਨਹੀਂ ਕਰਨਾ, ਤੁਹਾਨੂੰ ਪਤਾ ਹੀ ਹੈ ਕਿ ਮੌਜੂਦਾ ਮੁੱਖ ਮੰਤਰੀ ਵੀ ਹਾਰੇ, ਸਾਬਕਾ ਮੁੱਖ ਮੰਤਰੀ ਵੀ ਹਾਰੇ, ਮਤਲਬ ਜਿੰਨੇ ਮੰਤਰੀ ਹਾਰੇ। ਸੋ ਬਹੁਤ ਵੱਡੇ, ਕਿਉਂਕਿ ਜਦੋਂ ਬਦਲਾਅ ਦੀ ਹਨੇਰੀ ਹੈ, ਜਦੋਂ ਉਸ ਹਨੇਰੀ ਦੇ ਵਿੱਚ ਸਾਰੇ ਜਿਹੜੇ ਆ ਉਹ ਲੂਜ਼ ਕੀਤੇ ਆ। ਬਾਕੀ ਕੈਪਟਨ ਸਾਹਿਬ ਦੀ ਜੇਕਰ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਦੇਖੋ ਜੀ, ਮੈਂ ਤੇ ਸਾਡੇ ਬਹੁਤ ਸਾਰੇ MLAs ਨੇ ਵਿਰੋਧ ਵੀ ਕੀਤਾ, ਪਰ ਮੈਂ ਜਿੰਨੀ ਵਾਰੀ ਚਾਹਿਆ ਮੈਂ ਉਨੀ ਵਾਰੀ ਉਹਨਾਂ ਨੂੰ ਮਿਲਿਆ। ਕੀ ਬਾਤ ਆ! ਹਾਂ, ਜਿੰਨੀ ਵਾਰੀ ਮੈਂ ਮਤਲਬ ਮੈਂ ਅੱਜ ਵੀ ਮੈਨੂੰ ਆਮ ਪ੍ਰਾਊਡ ਟੂ ਸੇ ਕਿ ਮੈਂ ਜਦੋਂ ਵੀ ਰਿਕੁਐਸਟ ਪਾਈ ਹੈ ਤੇ ਜਾਂ ਵੈਸੇ ਵੀ ਬਿਨਾਂ ਅਪਾਇੰਟਮੈਂਟ ਤੋਂ ਵੀ ਕਦੀ ਚਲਾ ਗਿਆ ਤੇ ਉਹਨਾਂ ਨੂੰ ਮਿਲਿਆ ਜ਼ਰੂਰ। ਪਰ ਉਹਨਾਂ ਨੇ ਸਿਸਟਮ ਜਿਹੜਾ ਸੀਗਾ, ਸਾਡੇ ਕੰਮ ਵੈਸੇ ਪ੍ਰਿੰਸੀਪਲ ਸੈਕਟਰੀ ਸੀ, ਹੋਰ ਲੋਕ ਸੀਗੇ, ਉਹਨਾਂ ਤੋਂ ਹੀ ਸਾਡੇ ਕੰਮ ਹੋ ਜਾਂਦੇ ਸੀ। ਉਹ ਤਾਂ ਕਈ ਵਾਰੀ ਹੁੰਦਾ ਵੀ ਜਦੋਂ ਮੁੱਖ ਮੰਤਰੀ ਸਾਹਮਣੇ ਜਾਂ ਆਪਣੇ ਬੌਸ ਸਾਹਮਣੇ ਸ਼ਕਲ ਦਿਖਾਉਣ ਜਾਣਾ ਹੁੰਦਾ ਤੇ ਜੀ ਅਸੀਂ ਹੈਗੇ ਆ। ਪਰ ਇਹ ਵੀ ਮੈਨੂੰ ਤੇ ਉਹਨਾਂ ਦੇ ਜਿਹੜਾ ਕਦੇ ਕੋਈ ਮਿਲਣ ਦੇ ਵਿੱਚ ਅੱਜ ਤੱਕ, ਕਿਉਂਕਿ MLA ਨੂੰ ਤਾਂ ਵੈਸੇ ਕੋਈ ਰੋਕਦਾ ਹੀ ਨਹੀਂ ਜੀ, ਸੋ ਮੈਨੂੰ ਕਦੇ ਅੱਜ ਤੱਕ ਮਿਲਣ ਦੇ ਵਿੱਚ ਕੋਈ ਸਮੱਸਿਆ ਨਹੀਂ। ਚਲੋ, ਮੈਂ ਹੁਣ ਨਾਂ ਨਹੀਂ ਲੈਂਦਾ, ਤੁਹਾਡੇ ਨਾਲ ਹੀ ਵਿਧਾਨ ਸਭਾ ਤੁਹਾਡੀ ਪਾਰਟੀ ਦੇ ਸੱਜਣ ਬੈਠੇ ਹੁੰਦੇ, ਉਹ ਤਾਂ ਕਹਿੰਦੇ ਮੈਂ ਅਫਸਰ ਦੀ ਗੱਡੀ 'ਚ ਲੁੱਕ ਕੇ ਗਿਆ ਸੀ ਇੱਕ ਵਾਰੀ ਕਿ ਮੈਨੂੰ ਮਿਲ ਨਹੀਂ ਸੀ ਦਿੰਦੇ। ਚਲੋ, ਆਪਾਂ ਉਸ ਕੰਟਰੋਵਰਸੀ 'ਚ ਪੈਂਦੇ ਨਹੀਂ, ਆਪਾਂ ਅੱਗੇ ਚੱਲਦੇ ਹਾਂ। ਡਾਕਟਰ ਸਾਹਿਬ, ਮੈਂ ਬਹੁਤ ਸਾਰੀਆਂ ਚੀਜ਼ਾਂ ਗੱਲਾਂ ਤੁਹਾਡੇ ਨਾਲ ਕਰ ਸਕਦਾ ਜਿਹਦੇ ਵਿੱਚੋਂ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਬੜਾ ਸਵਾਦ ਆਊਗਾ, ਪਰ ਮੈਂ ਉਹ ਕਰਨੀਆਂ ਨਹੀਂ। ਮੈਂ ਰਾਜਾ ਵੜਿੰਗ ਸਾਹਿਬ ਬਾਰੇ ਪੁੱਛ ਲਾਂ, ਮੈਂ ਡਾਕਟਰ ਰਾਜਕੁਮਾਰ ਵੇਰਕਾ ਹੋਰਾਂ ਬਾਰੇ ਪੁੱਛ ਲਾਂ, ਜਿੰਨੇ ਬੰਦੇ ਤੁਹਾਡੀ ਪਾਰਟੀ ਛੱਡ ਕੇ ਚਲੇ ਗਏ ਜਾਂ ਜਿੰਨਿਆਂ ਨੇ ਵਿਰੋਧ ਕੀਤਾ, ਸਿੱਧੂ ਸਾਹਿਬ ਬਾਰੇ ਪੁੱਛ ਲਾਂ, ਜਿੰਨੇ ਬੰਦੇ ਤੁਹਾਡੇ ਜੇਲ੍ਹਾਂ 'ਚ ਕਿਉਂ ਨੇ, ਤੇ ਕਈਆਂ ਦੇ ਐਨ ਲਟਕੀ ਹੋਈ ਆ ਤਲਵਾਰ। ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡਦੇ ਹਾਂ, ਮੈਂ ਦਵਾਈਆਂ ਵਾਲੇ ਪਾਸੇ ਆਉਣਾ ਹੈ। ਮੈਂ ਤਾਂ ਮੈਡੀਕਲ ਦਾ ਵਿਦਿਆਰਥੀ ਨਹੀਂ, ਮੈਂ ਲਿਟਰੇਚਰ ਦਾ ਵਿਦਿਆਰਥੀ ਹਾਂ ਜਾਂ ਜਰਨਲਿਜ਼ਮ ਦਾ। ਹਮੇਸ਼ਾ ਮਨ ਦੇ ਵਿੱਚ ਇੱਕ ਗੱਲ ਰਹੀ, ਅਸੀਂ ਸੁਣਦੇ ਹਾਂ ਸਾਥੀ ਪੱਤਰਕਾਰਾਂ ਤੋਂ ਜਿਹੜੇ ਰਾਜਸਥਾਨ ਦੇ ਵਿੱਚ ਕੰਮ ਕਰਦੇ ਆ ਕਿ ਉੱਥੇ ਕੁਛ ਐਸੀਆਂ ਦੁਕਾਨਾਂ ਬਣੀਆਂ ਹੋਈਆਂ ਜਿੱਥੇ ਸਰਕਾਰੀ ਦੁਕਾਨਾਂ ਨੇ, ਸਸਤੇ ਭਾਅ ਦੀਆਂ ਜੈਨਰਿਕ ਦਵਾਈਆਂ ਜਿਹੜੀਆਂ ਉਹ ਮਿਲਦੀਆਂ। ਕੀ ਤੁਸੀਂ, ਤੁਹਾਡੀ ਸਰਕਾਰ ਰਹੀ ਹੈ, ਤੁਹਾਨੂੰ ਸਾਰੇ ਪਤਾ ਲੂਪ ਹੋਲ ਕੀ ਨੇ, ਕਮਜ਼ੋਰੀਆਂ ਕੀ ਨੇ, ਕੀ ਇੱਦਾਂ ਦਾ ਸਿਸਟਮ ਪੰਜਾਬ 'ਚ ਨਹੀਂ ਬਣ ਸਕਦਾ? ਚਲੋ, ਵਿਦੇਸ਼ੀ ਫੇਰੀਆਂ ਵੀ ਹੋਣਗੀਆਂ, ਸਾਰਾ ਕੁਝ ਹੀ ਹੋਊਗਾ, ਕੰਪਨੀਆਂ ਉਹਨਾਂ ਨੇ ਕਾਰੋਬਾਰ ਚਲਾਉਣਾ ਹੈ, ਪਰ ਅਸੀਂ ਤਾਂ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਮੰਨਦੇ ਹਾਂ। ਕੀ ਇੱਦਾਂ ਹੋ ਨਹੀਂ ਸਕਦਾ ਕਿ ਜਿਹੜੀਆਂ ਸਸਤੀਆਂ ਦਵਾਈਆਂ ਨੇ
ਉੱਦਾਂ ਦਾ ਹੀ ਕੰਮ ਕਰਦੀਆਂ, ਨੇੜ ਤੇੜੀ ਕੰਮ ਕਰਦੀਆਂ ਕਿ ਪੰਜਾਬ ਦੇ ਲੋਕਾਂ ਕੋਲ ਪੈਸੇ ਤਾਂ ਹੈ ਨਹੀਂ, ਤੁਹਾਨੂੰ ਪਤਾ ਅਸੀਂ ਆਰਥਿਕ ਤੌਰ 'ਤੇ ਥੱਲੇ ਲੱਗੇ ਹੋਏ ਹਾਂ। ਕੀ ਉਹ ਸੰਭਵ ਹੋ ਸਕਦਾ ਹੈ ਕਿ ਸਰਕਾਰੀ ਪ੍ਰਾਈਵੇਟ ਜਿਹੜੇ ਮਰਜ਼ੀ ਹਸਪਤਾਲ ਹੋਣ, ਜਿਹੜੀਆਂ ਉਹੀ ਕੰਮ ਕਰਦੀਆਂ ਸਸਤੀਆਂ ਦਵਾਈਆਂ ਲੋਕਾਂ ਨੂੰ ਲਿਖੀਆਂ, ਕਾਨੂੰਨੀ ਤੌਰ 'ਤੇ ਸੰਭਵ ਨਹੀਂ ਹੈ? ਦੇਖੋ, ਕਾਨੂੰਨੀ ਤੌਰ ਤੇ ਤਾਂ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਅਸੰਭਵ ਹੋਵੇ ਜੀ। ਆਊਟ ਆਫ ਪਾਕਟ ਜਿਹੜਾ ਖਰਚਾ ਹੈ ਅੱਜ ਸਾਡੇ ਜਿਹੜੇ ਮਰੀਜ਼ਾਂ ਦਾ ਉਹ ਬਹੁਤ ਜ਼ਿਆਦਾ ਹੈ, ਤੇ ਰੱਬ ਨਾ ਕਰੇ ਕਿਸੇ ਮਰੀਜ਼ ਨੂੰ ਕੋਈ ਐਸੀ ਪ੍ਰੋਬਲਮ ਹੋ ਜਾਏ, ਬਿਮਾਰੀ ਹੋ ਜਾਏ, ਤੇ ਉਹਦੇ ਮੇਰੇ ਖਿਆਲ ਕਰਜ਼ਾ ਸਿਰ ਤੇ ਚੜ੍ਹ ਜਾਂਦਾ। ਠੀਕ ਹੈ ਜੀ। ਔਰ ਅੱਜ ਕੱਲ੍ਹ ਮੈਡੀਸਿਨ ਜਾਂ ਪ੍ਰਾਈਵੇਟ ਪ੍ਰੈਕਟਿਸ ਦੇ ਜਾਂ ਪ੍ਰਾਈਵੇਟ ਜੋ ਮੈਡੀਕਲ ਸਹਾਇਤਾ ਹੈ ਉਹ ਬਹੁਤ, ਮੈਂ ਕਹਿੰਦਾ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਤੁਸੀਂ ਗੱਲ ਛੱਡ ਦਿਓ। ਸੋ ਜੈਨਰਿਕ ਡਰੱਗਸ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਹੋ ਸਕਦਾ ਹੈ ਜੇ ਇੱਛਾ ਸ਼ਕਤੀ ਹੋਵੇ, ਮੰਤਰੀ ਦੀ ਇੱਛਾ ਸ਼ਕਤੀ ਹੋਵੇ, ਸਰਕਾਰ ਦੀ ਇੱਛਾ ਸ਼ਕਤੀ ਹੋਵੇ, ਤੇ ਹਰ ਕੰਮ ਮੈਂ ਸਮਝਦਾ ਕਿ ਸੰਭਵ ਆ। ਔਰ ਸਾਨੂੰ ਵਾਕਿਆ ਹੀ ਹੈਲਥ ਨੂੰ ਜਿਹੜਾ ਹੋਰ ਇੰਪਰੂਵ ਕਰਨ ਦੀ ਜ਼ਰੂਰਤ ਹੈ ਠੀਕ ਹੈ, ਬਟ ਜੇ ਇਸ ਤੋਂ ਵੀ ਜ਼ਿਆਦਾ ਕੋਈ ਇੰਪਰੂਵਮੈਂਟ ਕੀਤੀ ਜਾ ਸਕੇ, ਅਸੀਂ ਜਿਹੜੀਆਂ ਸਿਹਤ ਸੇਵਾਵਾਂ ਅਸੀਂ ਉਹਨਾਂ ਦੇ ਦਾਇਰੇ ਦੇ ਵਿੱਚ, ਇੱਕ ਆਮ ਲੋਕਾਂ ਦੇ ਦਾਇਰੇ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਦਾਇਰੇ 'ਚ ਲੈ ਕੇ ਆ ਸਕੀਏ, ਮੈਂ ਸਮਝਦਾ ਕਿ ਬਹੁਤ ਵੱਡੀ ਇਹ ਉਪਲਬਧੀ ਹੋਏਗੀ। ਇਹ ਨਹੀਂ ਵੀ ਰਾਜਸਥਾਨ 'ਚ ਬਹੁਤ ਠੀਕ ਨੇ, ਹਾਂ ਠੀਕ ਹੈ, ਪਰ ਕਿਤੇ ਥੋੜ੍ਹਾ ਮਸਲੇ ਜ਼ਰੂਰ ਹੱਲ ਹੋਏ ਨੇ, ਪਰ ਇਹ ਵੀ ਜੇਕਰ ਅਸੀਂ ਚਾਹੀਏ, ਜੇਕਰ ਸਰਕਾਰਾਂ ਚਾਹਣ ਤੇ ਮਸਲੇ ਹੱਲ ਹੋ ਸਕਦੇ, ਸੰਭਵ ਨੇ, ਬਿਲਕੁਲ ਸੰਭਵ ਨੇ। ਜੇ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਜਿਹੜੇ ਵੀ ਸਿਹਤ ਮੰਤਰੀ ਹੁਣ ਜੋੜੇ ਮਾਜਰਾ ਸਾਹਿਬ ਨੇ, ਇੱਕ ਦੀ ਤਾਂ ਚਲੋ ਗੱਦੀ ਚਲੇਗੀ ਸਿੰਗਲਾ ਸਾਹਿਬ ਦੀ, ਜੇ ਉਹ ਕਿਤੇ ਇਦਾਂ ਦਾ ਮੁੱਦਾ ਕੋਈ ਲੈ ਕੇ ਆਉਣ ਤਾਂ ਐਜ਼ ਏ ਡਾਕਟਰ ਤੁਸੀਂ ਸੁਝਾਅ ਦਿਓਗੇ? ਬਿਲਕੁਲ, ਅਸੀਂ ਤਾਂ ਪਹਿਲਾਂ ਵੀ ਵਿਧਾਨ ਸਭਾ 'ਚ ਸੁਝਾਅ ਦੇ ਚੁੱਕੇ ਹਾਂ ਕਿ ਜਿਹੜੀ ਇਹ ਤੁਸੀਂ ਮੁਹੱਲਾ ਕਲੀਨਿਕ ਵੀ ਖੋਲ ਰਹੇ ਆ ਜਾਂ ਜੋ ਵੀ ਤੁਸੀਂ ਕਰ ਰਹੇ ਆ, ਅਲਟੀਮੇਟਲੀ ਸਾਡਾ ਗੋਲ ਇਹ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਜਿਹੜੀਆਂ ਸਹੂਲਤਾਂ ਉਹ ਪਹੁੰਚਣ, ਉਹਨਾਂ ਦੀ ਜੇਬ ਤੱਕ ਜਿਹੜੀਆਂ ਉਹ ਸਹੂਲਤਾਂ ਪਹੁੰਚਣ, ਉਹਨਾਂ ਦੀ ਜੇਬ ਤੇ ਭਾਰ ਨਾ ਪਵੇ, ਤਾਂ ਕਿ ਆਪਾਂ ਉਹਨਾਂ ਨੂੰ ਰੱਬ ਨਾ ਕਰੇ ਕੋਈ ਐਸੀ ਸਮੱਸਿਆ ਆਵੇ, ਉਹ ਵਿਚਾਰੇ ਲੋਕ ਬਿਮਾਰ ਹੋਣ ਤੋਂ ਬਾਅਦ ਆਪਣੇ ਆਪ ਨੂੰ ਇਹ ਨਾ ਪਏ ਕਰਜ਼ਾ ਲੈ ਕੇ ਆਪਣੀ ਜਿਹੜੇ ਇਲਾਜ ਕਰਵਾਉਣ। ਸਾਡਾ ਹਮੇਸ਼ਾ ਇਹ ਕੋਸ਼ਿਸ਼ ਰਹੇਗੀ, ਔਰ ਅਸੀਂ ਬਿਲਕੁਲ ਜੇ ਉਹ ਇਸ ਮਕਸਦ ਵੱਲ ਉਹਨਾਂ ਦਾ ਇਰਾਦੇ ਮਜ਼ਬੂਤ ਹੈ ਸਿਹਤ ਸੇਵਾਵਾਂ ਨੂੰ ਵਧੀਆ ਕਰਨ, ਤੇ ਅਸੀਂ ਉਹਨਾਂ ਦੇ ਨਾਲ ਬਿਲਕੁਲ ਨਾਲ। ਅੱਛਾ ਡਾਕਟਰ ਸਾਹਿਬ, ਇੱਕ ਨਾ ਪੰਜਾਬ ਦੇ ਆਮ ਲੋਕਾਂ ਦਾ ਇੱਕ ਦਰਦ ਹੈ, ਉਹ ਕਹਿੰਦੇ ਜੀ ਜਦੋਂ ਤੱਕ ਤਨਖਾਹਾਂ ਵਧਾਉਣੀਆਂ ਹੁੰਦੀਆਂ ਲੀਡਰਾਂ ਨੇ, ਉਦੋਂ ਤਾਂ ਵਿਧਾਨ ਸਭਾ 'ਚ ਇਕੱਠੇ ਨੇ, ਵਿਆਹ ਸ਼ਾਦੀ ਤੇ ਇੱਕ ਦੂਜੇ ਦੇ ਜਾਣਾ ਚਾਹੀਦਾ ਇਕੱਠੇ ਨੇ, ਵਿਧਾਨ ਸਭਾ ਦੀ ਕਾਰਵਾਈ ਖਤਮ ਹੋ ਗਈ, ਚਾਹ ਪਾਣੀ ਪੀਣਾ ਤਾਂ ਇਕੱਠੇ ਨੇ, ਪਰ ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ, ਮੰਨ ਲਓ ਪੰਜਾਬ ਨੇ ਕੇਂਦਰ ਤੋਂ ਕੁਝ ਮੰਗਣਾ ਹੈ, ਚਾਹੇ ਖੇਤੀਬਾੜੀ ਲਈ, ਪਰਾਲੀ ਦੇ ਪ੍ਰਬੰਧਨ ਲਈ, ਚਾਹੇ ਸਿਹਤ ਸਿੱਖਿਆ ਲਈ, ਉਦੋਂ ਤੁਸੀਂ ਇੱਕ ਦੂਜੇ ਨਾਲ ਇਕੱਠੇ ਨਹੀਂ। ਮੈਂ ਅੱਜ ਤੱਕ ਕਦੇ ਪੰਜਾਬ ਦੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ, ਵਿਧਾਨ ਸਭਾ ਦੇ ਵਿੱਚ ਵਿਧਾਇਕ ਦਲ ਦੇ ਨੇਤਾ ਕਦੇ ਦਿੱਲੀ ਨੂੰ ਇਕੱਠੇ ਇੱਕ ਬੱਸ ਦੇ ਵਿੱਚ ਇੱਕ ਗੱਡੀ ਜਾਂਦੇ ਨਹੀਂ ਦੇਖੇ, ਭਾਈ ਆਪਾਂ ਇਕੱਠੇ ਜਾ ਕੇ ਦਿੱਲੀੋਂ ਮੰਗਦੇ ਹਾਂ, ਇੱਦਾਂ ਕਿਉਂ? ਈਵਨ ਤੁਸੀਂ ਦੇਖਿਆ ਪਿਛਲੇ ਜਿਹੜਾ ਇਤਿਹਾਸਕ ਕਿਸਾਨ ਅੰਦੋਲਨ ਹੋਇਆ ਜੀ, ਉਸ ਅੰਦੋਲਨ ਦੇ ਵਿੱਚ ਵੀ ਜਦੋਂ ਸਾਡੀ ਸਰਕਾਰ ਵੀ ਸੀ, ਅਸੀਂ ਆਲ ਪਾਰਟੀ ਮੀਟਿੰਗਸ ਵੀ ਕੀਤੀ, ਆਲ ਪਾਰਟੀ ਲੀਡਰਸ ਵੀ ਆਉਂਦੇ ਰਹੇ, ਕਿਤੇ ਨਾ ਕਿਤੇ ਸਾਡਾ ਜਿਹੜਾ ਸਹਿਯੋਗ ਉੱਧਰ ਨੂੰ, ਸਾਡੀ ਕੋਸ਼ਿਸ਼ ਸੀ ਕਿ ਜੇ ਸਾਰੀ ਲੀਡਰਸ਼ਿਪ ਇਕੱਠੀ ਹੋਵੇ ਤੇ ਕੋਈ ਐਸਾ ਮਸਲਾ ਨਹੀਂ ਜਿਹੜਾ ਹੱਲ ਨਹੀਂ ਕੀਤਾ ਜਾ ਸਕਦਾ। ਪਰ ਇਹ ਵੀ ਜਦੋਂ ਦੀ ਆ ਮੌਜੂਦਾ ਸਰਕਾਰ ਆਈ ਹੈ, ਆਮ ਆਦਮੀ ਪਾਰਟੀ ਦੀ ਸਰਕਾਰ, ਮੈਂ ਜਦੋਂ ਦਾ ਦੇਖ ਰਿਹਾ, ਤੁਸੀਂ ਦੇਖਿਆ ਹੋਣਾ ਵੀ ਜਦੋਂ ਚੰਡੀਗੜ੍ਹ ਦਾ ਮਸਲਾ ਆਇਆ, ਯੂਨੀਅਨ ਗਵਰਨਮੈਂਟ ਨੇ ਜਦੋਂ ਇਹ ਫੈਸਲਾ ਕੀਤਾ, ਹੋਮ ਮਿਨਿਸਟਰ ਨੇ, ਵੀ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਨਿਯਮ ਨੇ ਉਹ ਉੱਥੋਂ ਦੇ EMPLOYEES ਤੇ ਲਾਗੂ ਕੀਤੇ ਆ, ਉਸ ਤੋਂ ਬਾਅਦ ਫਿਰ ਇਹਨਾਂ ਨੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਬੁਲਾਇਆ, ਔਰ ਉਸ ਇਜਲਾਸ ਦੇ ਵਿੱਚ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਵੀ ਤੁਸੀਂ ਇਹ ਬਜਾਏ ਕਿ ਆਪਾਂ ਅੱਜ ਪ੍ਰਸਤਾਵ ਪੇਸ਼ ਕਰਕੇ ਗਵਰਨਰ ਨੂੰ ਭੇਜ ਦਈਏ, ਇਹ ਤਾਂ ਜਿਹੜੀਆਂ ਜੋ ਇਹ ਫਾਰਮੈਲਿਟੀਜ਼ ਨੇ, ਇਹ ਤਾਂ ਪਤਾ ਨਹੀਂ ਸਦੀਆਂ ਤੋਂ ਹੁੰਦੀਆਂ ਹੀ ਆਈਆਂ ਨੇ, ਵੀ ਅਸੀਂ ਤੁਹਾਡੇ ਨਾਲ ਆ, ਸਾਨੂੰ ਲੈ ਕੇ ਚੱਲੋ, ਪ੍ਰਾਈਮ ਮਿਨਿਸਟਰ ਨੂੰ ਮਿਲਣਾ ਪ੍ਰਾਈਮ ਮਿਨਿਸਟਰ ਨੂੰ ਮਿਲੀਏ, ਉਹਦੇ ਬਾਹਰ ਬੈਠਣਾ ਬਾਹਰ ਧਰਨਾ ਮਾਰਾਂਗੇ, ਤੁਸੀਂ ਗ੍ਰਹਿ ਮੰਤਰੀ ਨੂੰ ਮਿਲਣਾ ਗ੍ਰਹਿ ਮੰਤਰੀ ਨੂੰ ਮਿਲੀਏ, ਆਪਾਂ ਕਰੀਏ। ਪਰ ਇਹ ਵੀ ਅਫਸੋਸ ਕਿ ਮੈਂ ਸਮਝਦਾ ਕਿ ਸਰਕਾਰ ਜਿਹੜੀ ਆ, ਇਹ ਮੌਜੂਦਾ ਸਰਕਾਰ ਜਿਹੜੀ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਵਿਜ਼ਨ ਲੈ ਕੇ ਆਈ ਹੈ, ਸੋ ਕਾਲਡ ਵੀ ਜੀ ਸਾਡਾ ਅਸੀਂ ਬਦਲਾਅ ਲਿਆਉਣਾ, ਉਹ ਬਦਲਾਅ ਦੇ ਵਿੱਚ ਇਹ ਬਦਲਾਅ ਮੈਨੂੰ ਨਜ਼ਰ ਨਹੀਂ ਆਉਂਦਾ। ਔਰ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਵੀ ਆਪਾਂ ਹੁਣ ਦੇਖੀਏ, ਇਹ ਵੀ ਹੌਲੀ ਹੌਲੀ ਜਿਹੜੀ ਆ ਕੇਂਦਰ ਸਰਕਾਰ ਨੇ ਲੈ ਜਾਣੀ ਹੈ, ਪਰ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਔਰ ਮੈਂ ਸਮਝਦਾ ਕਿ ਜਿਹੜਾ ਇਹ ਗੱਲਾਂ ਜਿਹਨਾਂ ਪਤਾ ਨਹੀਂ ਇਹਨਾਂ ਦੀ ਯਾਦਾਸ਼ਤ ਬੜੀ ਥੋੜ੍ਹੀ ਆ। ਤੁਸੀਂ ਇਹਨਾਂ ਦਾ ਜਦੋਂ ਗੱਲ ਆਈ ਹੈ ਜੰਗਲਾਂ ਦੀ, ਮਤਲਬ ਵਾਲੇ ਜੰਗਲਾਂ ਦੀ ਗੱਲ ਆਈ ਹੈ, ਤੇ ਇਹਨਾਂ ਨੇ ਪਹਿਲਾਂ ਉਹਦਾ ਵਿਰੋਧ ਕੀਤਾ ਹੋਇਆ, ਭਗਵੰਤ ਮਾਨ ਜੀ ਨੇ ਵਿਰੋਧ ਕੀਤਾ ਹੋਇਆ, ਔਰ ਉੱਥੇ ਤੁਸੀਂ ਜਿਹੜਾ ਆਪਣਾ ਉਹ ਪ੍ਰੋਜੈਕਟ ਨੂੰ ਤੁਸੀਂ ਕਹਿੰਦੇ ਜੀ ਅਸੀਂ ਇਹਦੇ ਨਾਲ ਸਹਿਮਤ ਹਾਂ, ਤੁਸੀਂ ਉਹਨੂੰ ਲੈ ਕੇ ਆ ਰਹੇ ਹੋ ਦੁਬਾਰਾ ਜਦੋਂ ਆ ਰਹੇ ਹੋ। ਸੋ ਜੋ ਇਹਨਾਂ ਦੀ ਸੋਚ ਹੈ, ਉਹ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੀ ਮੈਂ ਗੱਲ ਕਰਨ ਲੱਗਾ ਸੀ, ਸੋ ਉਲਟਾ ਗੱਲਾਂ ਇਹ ਕੀਤੀਆਂ ਜਾ ਰਹੀਆਂ। ਜੇਕਰ ਉਹ ਮੰਗਦੇ ਨੇ, ਜਿੱਦਾਂ ਨਿਆਣੇ ਬੱਚੇ ਮੰਗਦੇ ਹੁੰਦੇ ਨਾ ਕਿ ਜੀ ਮੈਨੂੰ ਤਾਂ ਜੀ ਵਿਧਾਨ ਸਭਾ ਦੀ ਕਹਿੰਦੇ ਜ਼ਮੀਨ ਦੇ ਦਿਓ ਉੱਥੇ ਚੰਡੀਗੜ੍ਹ 'ਚ ਜੀ, ਤੇ ਇਹ ਵੀ ਨਿਆਣਿਆਂ ਵਾਂਗੂ ਨਾਲ ਹੀ ਕਹਿੰਦੇ ਜੀ ਮੈਨੂੰ ਵੀ ਦੇ ਦਿਓ। ਠੀਕ ਹੈ, ਬੱਚਿਆਂ ਵਾਲੀ ਗੱਲ ਹੋ ਗਈ ਨਾ ਕਿ ਮੁੱਖ ਮੰਤਰੀ ਨੂੰ ਇਹ ਕਹਿਣਾ ਜੀ ਮੈਨੂੰ, ਸਾਡੇ ਤਾਂ ਹਾਈ ਕੋਰਟ ਨੂੰ ਵੀ ਕਹਿੰਦੇ ਜਗ੍ਹਾ ਦੇ ਦਿਓ। ਵੀ ਭਾਈ ਆਲਰੇਡੀ ਸਾਡੇ ਪੰਜਾਬ ਦੀ ਜ਼ਮੀਨ ਆ,
ਸਾਡੇ ਪੰਜਾਬ ਦੀ ਜ਼ਮੀਨ ਤੇ ਸਾਡੀ ਵਿਧਾਨ ਸਭਾ ਵੀ ਚੱਲ ਰਹੀ ਹੈ, ਉਹ ਤਾਂ ਸਾਡੇ ਉੱਥੇ ਕਿਰਾਏਦਾਰ ਨੇ। ਸਾਡੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਹਾਈ ਕੋਰਟ ਚੱਲ ਰਹੀ ਹੈ, ਉਹਨਾਂ ਦਾ ਮੰਗਣਾ ਔਰ ਉਹਨਾਂ ਦਾ ਵੀ ਇਹ ਮੰਗਣਾ, ਉਹਨਾਂ ਨੂੰ ਇਹ ਮੰਗਣਾ ਚਾਹੀਦਾ ਕਿ ਚੰਡੀਗੜ੍ਹ ਤੋਂ ਬਾਹਰ। ਤੇ ਮੈਂ ਸਮਝਦਾ ਕਿ ਉਹ ਤਾਂ ਗੱਲ ਠੀਕ ਆ। ਸੋ ਮੈਂ ਸਮਝਦਾ ਕਿ ਇਹਨਾਂ ਦੀ ਜਿਹੜੀ ਸੋਚ ਆ, ਜੋ ਇਹਨਾਂ ਦੀ ਪੰਜਾਬ ਦੇ ਬਾਰੇ ਜੋ ਇਹਨਾਂ ਦਾ ਵਿਜ਼ਨ ਆ, ਉਹ ਕੋਈ ਬਹੁਤ ਬਹੁਤ ਬੜਾ ਨੈਰੋ ਮਾਈਂਡਡ ਨੇ। ਔਰ ਮੈਂ ਸਮਝਦਾ ਕਿ ਮੈਨੂੰ ਲੱਗਦਾ ਕਿ ਆਹ 5 ਸਾਲ ਦੇ ਵਿੱਚ ਅਸੀਂ ਸਭ ਕੁਝ ਇਹਨਾਂ ਗਵਾ ਦਈਏ। ਅੱਛਾ, ਤੁਹਾਨੂੰ ਖਤਰਾ ਲੱਗਦਾ? ਖਤਰਾ ਬਿਲਕੁਲ ਖਤਰਾ ਆ। ਪੰਜਾਬ ਜਿਹੜਾ ਬਿਲਕੁਲ ਖਤਰੇ 'ਚ, ਕਿਉਂਕਿ ਇਹਨਾਂ ਦੀ ਸੋਚ ਹੀ ਕੋਈ ਨਹੀਂ ਹੈ। ਜਿਹੜੀਆਂ ਗੱਲਾਂ ਕੇਂਦਰ ਸਰਕਾਰ ਕਰਦੀ ਉਹੀ ਇਹ ਕਰਦੇ ਨੇ, ਜਾਂ ਤਾਂ ਉਹਨਾਂ ਦੀ ਬੀ ਟੀਮ ਹੈ ਜਿਹੜਾ ਕੁਸਕਦੇ ਨਹੀਂ, ਉਹਨਾਂ ਦੀ ਬੀ ਟੀਮ ਦੇ ਤੌਰ ਤੇ ਕੰਮ ਕੀਤਾ ਜਾ ਰਿਹਾ। ਔਰ ਮੈਂ ਭਗਵੰਤ ਮਾਨ ਜੀ ਨੂੰ ਆਪ ਜੀ ਦੇ ਚੈਨਲ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਮਜ਼ਬੂਤ ਹੋ ਕੇ ਕੰਮ ਕਰੋ। ਤੁਸੀਂ ਪੰਜਾਬੀ ਹੋ, ਤੁਸੀਂ ਤਾਂ ਆਪ ਵੀ ਕਹਿੰਦੇ ਰਹੇ ਹੋ ਜੀ ਦਿੱਲੀ ਤੋਂ ਸਰਕਾਰਾਂ ਚੱਲਦੀਆਂ ਨੇ, ਫਿਰ ਤੁਹਾਡੀ ਸਰਕਾਰ ਵੀ ਦਿੱਲੀ ਤੋਂ ਕਿਉਂ ਚੱਲ ਰਹੀ? ਫਿਰ ਤੁਸੀਂ ਇਹਨੂੰ ਪੰਜਾਬ ਤੋਂ ਚਲਾਓ, ਅਸੀਂ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੇ ਹਾਂ। ਤੁਸੀਂ ਜੋ ਫੈਸਲੇ ਲਓਗੇ, ਤੁਸੀਂ ਪੰਜਾਬ ਦੀ ਗੱਲ ਕਰੋ, ਪੰਜਾਬੀਅਤ ਦੀ ਗੱਲ ਕਰੋ। ਜੇ ਦੋ ਟੋਟਰੂ ਬਹਿ ਕੇ ਉੱਥੋਂ ਦਿੱਲੀ ਤੋਂ ਸਰਕਾਰ ਚਲਾਉਣਗੇ ਤੇ ਫਿਰ ਪੰਜਾਬ ਦੇ ਲੋਕਾਂ ਨੇ ਤਾਂ ਨਾ ਅੱਜ ਤੱਕ ਇਹਨੂੰ ਪਸੰਦ ਕੀਤਾ ਹੈ। ਤੇ ਤੁਸੀਂ ਦੇਖੋ ਵੀ ਕਿਸੇ ਸਰਕਾਰ ਦੇ ਵਿੱਚ ਕੋਈ ਐਸੀ ਸਰਕਾਰ ਅੱਜ ਤੱਕ ਨਹੀਂ ਆਈ ਹੋਣੀ ਜਿਹਦਾ ਹਨੀਮੂਨ ਪੀਰੀਅਡ 'ਚ ਕੀ ਕਹਿੰਦੇ ਹੁੰਦੇ ਵੀ ਜਿਹੜਾ ਡਿਵੋਰਸ ਵੱਲੋਂ ਜਾ ਰਹੀ ਹੈ। ਠੀਕ ਹੈ ਜੀ। 100 ਦਿਨ ਹੋਏ ਸੀ, 100 ਦਿਨ ਤੇ ਸੰਗਰੂਰ ਦੀ ਸੀਟ ਹਾਰ ਗਏ, ਜਿੱਥੇ ਕਹਿੰਦੇ ਸੀ ਕ੍ਰਾਂਤੀ ਸ਼ੁਰੂ ਹੋਈ ਹੈ, ਜਿੱਥੇ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਸੰਗਰੂਰ 'ਚ, ਤੇ ਉਹ ਜੜ੍ਹਾਂ ਹਿੱਲਣ ਤੱਕ ਗੱਲ 100 ਦਿਨਾਂ 'ਚ ਆ ਗਈ ਔਰ ਪਾਰਟੀ ਉੱਥੇ ਆ ਗਈ। ਔਰ ਬੜੇ ਡਰਾਮੇਬਾਜ਼, ਦੇਖੋ ਦਿੱਲੀ ਦੇ ਲੋਕ ਇਹਨਾਂ ਦੇ ਡਰਾਮਿਆਂ ਨੂੰ ਕਿਸੇ ਹੱਦ ਤੱਕ ਸੁਣ ਸਕਦੇ ਆ, ਉਹਨਾਂ ਨੂੰ ਸਮਝ ਆ ਸਕਦੀ ਹੈ, ਪਰ ਪੰਜਾਬੀਆਂ ਨੂੰ ਡਰਾਮੇ ਇਹਨਾਂ ਦੇ ਬਿਲਕੁਲ ਮਨਜ਼ੂਰ ਨਹੀਂ ਆ। ਇਹਨਾਂ ਵੱਲੋਂ ਜਿਹੜੇ ਜੋ ਡਰਾਮੇ ਕੀਤੇ ਜਾ ਰਹੇ ਜੀ, ਆਪਣਾ ਹੈਲਥ ਮਿਨਿਸਟਰ ਫੜ ਲਿਆ ਜੀ, ਅੱਛਾ ਨਾ ਉਹਦੇ ਕੋਲ ਕੋਈ ਉਹਦੀ ਆਡੀਓ ਟੇਪ ਅਜੇ ਤੱਕ ਸਾਹਮਣੇ ਆਈ, ਸ਼ਾਇਦ ਤੁਹਾਡੇ ਚੈਨਲ ਕੋਲ ਵੀ ਨਹੀਂ ਆਈ, ਸਾਡੇ ਕੋਲ ਵੀ, ਸਾਨੂੰ ਪਤਾ ਨਹੀਂ। ਉਸ ਤੋਂ ਬਾਅਦ ਪੈਸੇ ਉਹਦੇ ਕੋਲ ਨਹੀਂ ਫੜੇ ਗਏ। ਵੀ ਤੁਸੀਂ ਇਹ ਡਰਾਮੇ ਤਾਂ ਕਰਦੇ, ਡਰਾਮੇ ਇਹ ਆ ਵੀ ਅਸੀਂ ਚਲੋ ਜੀ ਅਸੀਂ ਆਪਣੇ ਜਿਹੜੇ ਭ੍ਰਿਸ਼ਟਾਚਾਰ 'ਚ ਅਸੀਂ ਆਪਣਿਆਂ ਨੂੰ ਵੀ ਬਖਸ਼ਦੇ ਨਹੀਂ, ਅਸੀਂ ਤਾਂ ਸੰਗਰੂਰ ਦਾ ਚੋਣ ਜਿੱਤ ਜਾਵਾਂਗੇ, ਤੇ ਹੋਇਆ ਉਲਟਾ। ਸੋ ਪੰਜਾਬ ਦੇ ਲੋਕ ਉਹਨਾਂ ਸਾਰੇ ਡਰਾਮਿਆਂ ਨੂੰ ਭਲੀ ਭਾਂਤੀ ਜਾਣਦੇ ਨੇ। ਪੰਜਾਬੀਆਂ ਨੂੰ ਜਿਸ ਮਕਸਦ ਦੇ ਨਾਲ ਅਸੀਂ ਆਏ ਆ, ਉਹ ਮਕਸਦ ਤੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ। ਡਾਕਟਰ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਜੇ ਪੰਜਾਬ ਦੇ ਫੈਸਲੇ ਪੰਜਾਬ 'ਚ ਬੈਠ ਕੇ ਲਈ ਜਾਣ ਤਾਂ ਸਾਰੇ ਇਕੱਠੇ ਹੋਣਗੇ, ਤੁਸੀਂ ਸਾਥ ਦਿਓਗੇ? ਬਿਲਕੁਲ ਦਵਾਂਗੇ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਮੈਨੂੰ ਹੁਣ ਇੱਕ ਗੱਲ ਜ਼ਰੂਰ ਥੋੜ੍ਹੀ ਜਿਹੀ ਸਮਝਾਉਣ ਦੀ ਖੇਚਲ ਕਰਿਓ ਕਿ ਪਿਛਲੇ ਸਮੇਂ ਦੇ ਵਿੱਚ ਗੈਂਗਸਟਰ ਕਲਚਰ ਦਾ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਕਹਿੰਦੇ ਜੀ ਅਸੀਂ 4 ਮਹੀਨਿਆਂ 'ਚ ਨਾਲ ਥੋੜ੍ਹੋ ਲੈ ਆਏ ਬੁੱਕਲ 'ਚ। ਇਹ ਪਿਛਲੀਆਂ ਸਰਕਾਰਾਂ ਦਾ ਕੀਤਾ ਧਰਿਆ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਇਹਨਾਂ ਨੂੰ ਨੱਥ ਨਹੀਂ ਪਾਈ, ਇਹ ਸ਼ਹਿ ਦਿੰਦੇ ਰਹੇ, ਜੇਲ੍ਹਾਂ ਦੇ ਵਿੱਚ ਆਹ ਕੁਛ ਕੰਮ ਚੱਲਦਾ ਰਿਹਾ। ਉਹਨਾਂ ਦੇ ਇਲਜ਼ਾਮ ਨੇ ਤੇ ਇਸ ਗੱਲ ਤੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ। ਦੇਖੋ ਡਾਕਟਰ ਸਾਹਿਬ, ਇੱਕ ਗੱਲ ਤਾਂ ਹੈ, ਤੁਸੀਂ ਜਿਸ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਹੋ ਉਹ ਕੰਢੀ ਇਲਾਕਾ ਵੀ ਪੈਂਦਾ ਉਸ ਜ਼ਿਲ੍ਹੇ 'ਚ, ਉੱਥੇ ਰੇਤਾ ਰੂਤਾ ਵਾਲਾ ਜਗਾੜ ਜਗੂੜ ਵੀ ਚੱਲੀ ਜਾਂਦਾ ਰਹਿੰਦਾ ਨਾ, ਆਪਾਂ ਪਿਛਲੇ ਸਮੇਂ 'ਚ ਦੇਖਿਆ। ਹੁਣ ਨਵੀਂ ਸਰਕਾਰ ਦੇ ਗੱਲ ਤਾਂ ਸਾਰਾ ਕੁਝ ਪੈ ਰਿਹਾ ਕਿ ਭਾਈ ਤੁਸੀਂ ਆਹ ਬੰਦ ਨਹੀਂ ਕਰਦੇ, ਆਹ ਨਹੀਂ ਬੰਦ ਕਰਦੇ, ਪਰ ਕਿਤੇ ਨਾ ਕਿਤੇ ਲੱਗਦਾ ਸੀ ਕਿ ਮਿਲਿਆ ਉਹਨਾਂ ਨੂੰ ਬਹੁਤਾ ਕੁਝ ਵਿਰਾਸਤ ਹੈ, ਵਿਰਾਸਤ ਵੀ ਥੋੜੀ ਸਰਕਾਰ ਵੀ ਸੀ। ਦੇਖੋ ਜਦੋਂ ਵੀ ਕੁਝ ਮਿਲਦਾ ਹੈ, ਕਿਉਂਕਿ ਕੈਪਟਨ ਸਾਹਿਬ ਨੇ ਕਿਹਾ ਫਾਈਲ ਮੈਂ ਬੀਬੀ ਸੋਨੀਆ ਗਾਂਧੀ ਨੂੰ ਦਿੱਤੀ ਹੈ। ਦੇਖੋ ਜਦੋਂ ਕੋਈ ਵੀ ਸਰਕਾਰ ਆਉਂਦੀ ਹੈ ਜੀ, ਇਹ ਅਲੱਗ ਗੱਲ ਹੈ, ਇਹਨਾਂ ਦਾ ਆਪਣਾ ਬੈਗੇਜ ਨਹੀਂ ਹੈ। ਔਰ ਵੈਸੇ ਨਾਰਮਲੀ ਹਰ ਕੁਝ ਜਿਹੜਾ ਵਿਰਾਸਤ 'ਚ ਮਿਲਦਾ ਹੈ ਜੀ। ਔਰ ਜਦੋਂ ਵਿਰਾਸਤ 'ਚ ਮਿਲਣਾ ਹੁੰਦਾ, ਜਦੋਂ ਅਸੀਂ ਕਹਿੰਦੇ ਸਾਡੀ ਸਰਕਾਰ ਬਣਨੀ ਹੈ, ਤੇ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਇਹਨਾਂ ਨੂੰ। ਉਦੋਂ ਕਹਿੰਦੇ ਸੀ ਜੀ ਬਦਲਾਓ, ਤੇ ਇੱਕ ਬਦਲਾਓ ਦੀ ਜ਼ਰੂਰਤ ਹੈ ਪੰਜਾਬ ਨੂੰ, ਲੋਕਾਂ ਨੇ ਬਦਲਾਓ ਵੀ ਲੈ ਆਂਦਾ। ਫਿਰ ਕਹਿੰਦੇ ਜੀ ਇੱਕ ਮੌਕਾ ਕੇਜਰੀਵਾਲ, ਲੋਕਾਂ ਨੇ ਮੌਕਾ ਵੀ ਦੇ ਦਿੱਤਾ ਇਹਨਾਂ ਨੂੰ। ਤੇ ਬਾਅਦ 'ਚ ਕਹਿੰਦੇ ਜੀ ਹੁਣ ਸਾਨੂੰ ਹੋਰ ਸਮਾਂ ਦਿਓ, ਹੁਣ ਸਮਾਂ ਮੰਗਦੇ ਨੇ। ਪਰ ਗੱਲ ਇਹ ਵੀ ਜਦੋਂ ਅਸੀਂ ਲੋਕਾਂ ਨੂੰ ਕਹਿੰਦੇ, ਲੋਕਾਂ ਨੂੰ ਦੱਸਣਾ ਚਾਹੀਦਾ ਵੀ ਭਾਈ ਅਸੀਂ ਬਦਲਾਓ ਵੀ ਲਿਆਵਾਂਗੇ, ਸਾਨੂੰ ਮੌਕਾ ਦਿਓ, ਅਸੀਂ ਸਭ ਕੁਝ ਕਰਾਂਗੇ, ਸਾਨੂੰ ਟਾਈਮ ਦੀ ਜ਼ਰੂਰਤ ਹੈ। ਜਦੋਂ ਲੋਕਾਂ ਨੂੰ ਸੁਪਨੇ ਦਿਖਾਉਂਦੇ ਆਪਾਂ ਵੀ ਜੀ ਅਸੀਂ ਤਾਂ ਜੀ ਸਾਡੇ ਕੋਲ ਜਿਹੜਾ ਅਲਾਦੀਨ ਦਾ ਚਿਰਾਗ ਆਏਗਾ ਅਸੀਂ ਰਗੜਾਂਗੇ, ਔਰ ਜਿੰਨ ਬਾਹਰ ਆਏਗਾ ਪੰਜਾਬ ਦੇ ਵਿੱਚ ਹਾਲਾਤ ਜਿੱਦਾਂ ਉਹ ਕਹਿਣਗੇ ਉੱਦਾਂ ਚੇਂਜ ਕਰ ਦਾਂਗੇ। ਹੋਇਆ ਇਹ ਵੀ ਲੋਕਾਂ ਨੂੰ ਆਸ ਇਹ ਸੀ ਬਹੁਤ ਕਿ ਪੰਜਾਬ ਦੇ ਵਿੱਚ ਆਉਂਦੇ ਹੀ ਬਦਲਾਅ ਹੋ ਜਾਏਗਾ। ਸ਼ਾਇਦ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਪਰ ਉਹ ਬਦਲਾਅ ਅੱਜ 4-5 ਸਾਲ ਬਾਅਦ, 4-5 ਮਹੀਨਿਆਂ ਬਾਅਦ ਵੀ ਉਹ ਬਦਲਾਅ ਧਰਤੀ ਤੇ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਪੰਜਾਬ ਦੀ ਧਰਤੀ ਤੇ। ਔਰ ਇਹ ਗੱਲ ਜਿਹੜੀ ਹੁਣ ਗੱਲ ਕਰਦੇ ਜੀ ਗੈਂਗਸਟਰ ਜਿਹੜੇ ਆ ਉਹ ਵਿਰਾਸਤ 'ਚ ਮਿਲੇ ਆ ਜਾਂ ਕੁਝ ਹੋਰ ਜੋ ਵੀ ਹੈ। ਹੁਣ ਦਿੱਲੀ ਦੀ ਜਿਹੜੀ ਜੇਲ੍ਹ ਹੈ ਉਹ ਇਹਨਾਂ ਦੇ ਹੱਥ, ਬਿਲਕੁਲ ਇਹਨਾਂ ਦੇ ਕੰਟਰੋਲ 'ਚ, ਇਹਨਾਂ ਦੀ ਟੈਰੀਟਰੀ ਦੇ ਅੰਡਰ ਆ। ਤੇ ਉੱਥੇ ਵੀ ਜਿਹੜਾ ਗੈਂਗਸਟਰਵਾਦ ਹੈਗਾ, ਕੀ ਇਹਨਾਂ ਨੇ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ, ਕੀ ਇਹਨਾਂ ਨੇ ਉਸ ਨੂੰ ਨੱਥ ਪਾ ਲਈ ਹੈ? ਕੀ ਉੱਥੇ ਗੈਂਗਸਟਰਵਾਦ ਨਹੀਂ ਹੈ? ਕਿ ਉੱਥੋਂ ਦੇ ਗੈਂਗਸਟਰਸ ਦਾ ਰੋਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਿੱਚ ਨਹੀਂ ਹੈ?
ਉੱਥੇ ਤਾਂ ਅੱਜ ਤੱਕ ਤੁਸੀਂ ਤੁਹਾਨੂੰ 7 ਸਾਲ ਹੋ ਗਏ, ਤੁਸੀਂ ਦਿੱਲੀ ਦੇ ਵਿੱਚ ਤੁਸੀਂ ਇਹ ਦੱਸੋ ਤੁਸੀਂ ਗੈਂਗਸਟਰ ਨੂੰ ਨੱਥ ਨਹੀਂ ਪਾਈ। ਇਹਦਾ ਮਤਲਬ ਤੁਹਾਡਾ ਜਿਹੜਾ ਉੱਥੇ ਦਾ ਗੈਂਗਸਟਰਵਾਦ ਆ ਉਹ ਵੀ ਸਾਨੂੰ ਪੰਜਾਬ ਨੂੰ ਵਿਰਾਸਤ 'ਚ ਮਿਲਿਆ, ਤੁਸੀਂ ਉਹ ਵਿਰਾਸਤ ਠੀਕ ਨਹੀਂ ਕਰ ਪਾਏ। ਸੋ ਇਹ ਜਿਹੜੀਆਂ ਗੱਲਾਂ ਕਰਨ ਦੀਆਂ ਅੱਜ ਉਹ ਗੱਲਾਂ ਕਰਨ ਦੀ ਲੋੜ ਨਹੀਂ ਕਿ ਸਾਨੂੰ ਜਿਹੜਾ ਕੰਮ ਨਹੀਂ ਹੁੰਦਾ। ਹੁਣ ਮਾਈਨਿੰਗ ਦੀ ਗੱਲ ਕਰਦੇ ਆ, ਕਹਿੰਦੇ ਜੀ ਮਾਈਨਿੰਗ ਸਾਨੂੰ ਵਿਰਾਸਤ 'ਚ ਮਿਲੀ ਹੈ, ਔਰ ਅੱਜ ਵੀ ਜਿਹੜੇ ਰੇਤਾ ਦੇ ਰੇਟ ਨੇ, ਰੇਤਾ ਦੇ ਭਾਅ ਨੇ ਅੱਜ ਵੀ ਅਸਮਾਨ ਛੂਹ ਰਹੇ ਨੇ। ਉਹ ਅੱਜ ਵੀ ਡਬਲ ਹੋ ਗਏ ਨੇ, 3-3 ਹਜ਼ਾਰ ਨੂੰ ਜਿਹੜੀ ਟਰਾਲੀ ਮਿਲ ਰਹੀ ਹੈ। ਸੋ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਅੱਜ ਤੁਸੀਂ ਇਹ ਬਜਾਏ ਕਿ ਵਿਰਾਸਤਵਾਦ ਦੀਆਂ ਗੱਲਾਂ ਛੱਡੀਏ, ਆਪਾਂ ਉਹ ਕਰੀਏ ਜੋ ਤੁਸੀਂ ਜਾਦੂ ਕਰਨਾ ਹੈ, ਜੋ ਲੋਕਾਂ ਨੂੰ ਉਸ ਜਾਦੂ ਤੁਸੀਂ ਦਿਖਾਉਣਾ ਚਾਹੁੰਦੇ ਸੀ, ਉਸ ਬਦਲਾਅ ਦਾ ਜਾਦੂ, ਉਹ ਜਾਂ ਤੁਸੀਂ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਜਿਹੜੀ ਜੋ ਸੁਪਨਾ ਦਿਖਾਇਆ, ਜਾਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਆ, ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲਾਉਣ ਦੇ ਨਾਲ ਪੰਜਾਬ ਦੇ ਵਿੱਚ ਬਦਲਾਅ ਨਹੀਂ ਆਉਣਾ। ਜੇ ਬਦਲਾਅ ਆਉਣਾ ਹੈ ਤੇ ਉਹਨਾਂ ਦੀ ਸੋਚ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਹੀ ਬਦਲਾਅ ਆ ਸਕਦਾ। ਸੋ ਇਹ ਲੋਕ ਅੱਜ ਤੁਸੀਂ ਦੇਖਿਆ ਵੀ ਅਸੀਂ ਵੀ ਬਹੁਤ ਕੁਝ ਕਹਿੰਦੇ ਰਹੇ, ਲੋਕਾਂ ਨੇ ਉਹਨੂੰ ਬਿਲਕੁਲ ਅਣਸੁਣਿਆ ਕਰਤਾ, ਕਹਿੰਦੇ ਇਹਨਾਂ ਨੇ ਨਹੀਂ ਕੀਤਾ ਕੰਮ। ਅਸੀਂ ਦੱਸਦੇ ਰਹੇ ਅਸੀਂ ਜੀ ਕਿਸਾਨੀ, ਅਸੀਂ ਕਰਜ਼ ਮਾਫ ਕੀਤਾ, ਫਲਾਂ ਕੀਤਾ, ਇਹ ਵੀ ਕੀਤਾ, ਡਿਵੈਲਪਮੈਂਟ ਕੀਤੀ, ਹਰ ਬੰਦੇ ਦਾ ਕੰਮ ਕੀਤਾ, ਕਹਿੰਦੇ ਨਹੀਂ ਤੇ ਤੁਸੀਂ ਸਾਡੇ ਸੁਪਨਿਆਂ ਨੂੰ ਪੂਰਾ ਨਹੀਂ ਕੀਤਾ। ਅੱਜ ਪੰਜਾਬ ਦੇ ਸੁਪਨਿਆਂ ਦੀ ਗੱਲ ਆ, ਅੱਜ ਪੰਜਾਬੀਆਂ ਦੇ ਸੁਪਨਿਆਂ ਦੀ ਗੱਲ ਆ। ਅੱਜ ਸਾਡੇ ਜਿਹੜੇ NRI ਜਿਹੜੇ ਸਾਡੇ ਭਰਾ ਇੱਥੇ ਬਾਹਰ ਰਹਿੰਦੇ ਆ, ਜਿਨ੍ਹਾਂ ਦਾ ਦਿਲ ਅੱਜ ਵੀ ਸਾਡੇ ਦੇਸ਼ ਪੰਜਾਬ ਲਈ ਧੜਕਦਾ ਹੈ, ਜਿਹੜੇ ਅੱਜ ਵੀ ਉੱਥੇ ਮੈਂ ਸਮਝਦਾ ਕਿ ਇੱਕ ਪੈਰਲਲ ਸਰਕਾਰ ਵਾਂਗ, ਜਿੱਥੇ ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ, ਸਾਡੇ ਪੰਜਾਬੀ ਜਿਹੜੇ NRI ਇੱਥੇ ਬੈਠੇ ਨੇ ਅੱਜ ਵੀ ਉੱਥੇ ਵਿਚਾਰੇ ਇੰਨੇ ਉੱਥੇ ਸਹਿਯੋਗ ਕਰ ਰਹੇ ਨੇ, ਗਰੀਬਾਂ ਦੀ ਮਦਦ ਕਰ ਰਹੇ ਨੇ, ਟੂਰਨਾਮੈਂਟ ਹੋ ਰਹੇ ਆ, ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ। ਅੱਜ ਮੈਂ ਸਮਝਦਾ ਕਿ ਉਹਨਾਂ ਦੀ ਸਹਾਇਤਾ ਲੈ ਕੇ ਵੀ ਉੱਥੇ ਕੰਮ ਲੋਕ ਚਾਹੁੰਦੇ ਨੇ। ਲੋਕ ਕਹਿੰਦੇ ਕਿ ਪਰਫਾਰਮੈਂਸ ਦਿਓ ਤਾਂ ਕਿ ਆਪਾਂ ਦੇਖੋ ਇਵੈਲੂਏਸ਼ਨ ਦਾ ਤਾਂ ਹੀ ਹੋਏਗੀ ਜੇ ਤੁਸੀਂ ਕੁਝ ਕਰੋਗੇ। ਤੁਸੀਂ ਅੱਜ ਪੰਜਾਬੀਆਂ ਨੂੰ ਪੁੱਛ ਲਓ, ਕੋਈ ਕਿਸੇ ਸਰਕਾਰ ਤੋਂ ਇੰਨੀ ਜਲਦੀ ਮੋਹ ਭੰਗ ਕਿਸੇ ਦਾ ਮੇਰਾ ਖਿਆਲ ਅੱਜ ਤੱਕ ਇਤਿਹਾਸ ਦੇ ਵਿੱਚ ਨਹੀਂ ਹੋਇਆ ਹੋਵੇਗਾ ਕਿ ਵਿਦਿਨ 100ਵੇਂ ਦਿਨ ਇਹਦੀ ਪਾਰਟੀ ਬਾਈ ਇਲੈਕਸ਼ਨ ਹਾਰ ਜਾਏ। ਮਤਲਬ ਇਸ ਤੋਂ ਵੱਡੀ ਮੈਂ ਸਮਝਦਾ ਕਿ ਕੁਝ ਸ਼ੇਮਫੁਲ ਹੋ ਨਹੀਂ ਸਕਦਾ। ਡਾਕਟਰ ਸਾਹਿਬ, ਸਮਾਂ ਸਮਾਪਤੀ ਵਾਲੇ ਪਾਸੇ ਆ, 4-5 ਮਿੰਟ ਆਪਾਂ ਹੋਰ ਗੱਲ ਕਰਨੀ ਆ। ਮੈਂ ਇਹ ਪੁੱਛਣਾ ਸੀ ਕਿ ਜੇ ਤੁਸੀਂ ਦੱਸ ਸਕਦੇ ਹੋ, ਪਾਰਟੀ ਦੇ ਅੰਦਰ ਦੀ ਗੱਲ ਇੱਕ ਪੁੱਛਣੀ ਹੈ। ਬੜੀਆਂ ਪਾਰਟੀ ਦੀਆਂ ਮੀਟਿੰਗ ਹੁੰਦੀਆਂ, ਕਦੇ ਨਹੀਂ ਗੱਲ ਹੋਈ ਕਿ ਕਈ ਬੰਦੇ ਨੇ ਜਿਹੜੇ ਤੁਹਾਡੀ ਪਾਰਟੀ 'ਚ ਹੀ ਨੇ, ਇਲੈਕਸ਼ਨ ਹਾਰ ਗਏ, ਪਹਿਲਾਂ ਵੱਡੇ ਅਹੁਦਿਆਂ 'ਤੇ ਸੀ, ਮੈਂ 2-3 ਨਾਂ ਲੈ ਦਿੰਦਾ। ਖਜ਼ਾਨੇ ਵਾਲਾ ਝੋਲਾ ਚਾਹੇ ਖਾਲੀ ਸੀ, ਚਾਹੇ ਜਿੱਦਾਂ ਮਰਜ਼ੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਸਾਂਭਿਆ, ਸਾਨੂੰ ਕਦੇ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਬਾਅਦ ਉਹ ਨਜ਼ਰ ਨਹੀਂ ਆਏ। ਚਰਨਜੀਤ ਸਿੰਘ ਚੰਨੀ ਸਾਹਿਬ ਇੱਕ ਦਿਹਾੜੀ ਨਜ਼ਰ ਆਏ ਹੋਣਗੇ, ਨਹੀਂ ਆਏ। ਸੁੱਖ ਨਾਲ ਮੁੱਖ ਮੰਤਰੀ ਬਣਾਏ ਸੀ ਤੇ ਅੱਗੋਂ ਵੀ ਬਣਾਉਣੇ ਸੀ ਜੇ ਲੋਕ ਤੁਹਾਨੂੰ ਵੋਟਾਂ ਪਾ ਦਿੰਦੇ ਸਾਰੀ ਪਾਰਟੀ ਨੂੰ। ਕੀ ਪਾਰਟੀ ਦੇ ਅੰਦਰ ਚਰਚਾ ਨਹੀਂ ਚੱਲਦੀ ਹੁੰਦੀ ਕਿ ਭਾਈ ਜਦੋਂ ਤਾਂ ਮਲਾਈਦਾਰ ਮਹਿਕਮੇ ਮਿਲਦੇ ਸੀਗੇ ਉਦੋਂ ਤਾਂ ਆਪਾਂ ਭਾਈ ਪੰਜਾਬ ਦੇ ਵਿੱਚ ਸੀ, ਸਾਰਾ ਕੁਝ ਕਰਾਂਗੇ, ਆਹ ਵੀ ਕਰਾਂਗੇ, ਆਹ ਵੀ, ਉਰਦੂ ਦੇ ਸ਼ੇਰ ਵੀ ਚੱਲਦੇ ਸੀ, ਸਾਰਾ ਕੁਝ ਚੱਲਦਾ ਸੀ, ਤੇ ਉਦੋਂ ਤਾਂ ਆਪਾਂ ਭੰਗੜੇ ਵੀ ਪਾ ਲਈਦੇ ਸੀ ਸਟੇਜ 'ਤੇ ਜਾ ਕੇ। ਹੁਣ ਆਪਾਂ ਪੰਜਾਬ ਤੋਂ ਵਿੱਚੋਂ ਇੱਕਦਮ ਸੱਜੇ ਖੱਬੇ ਹੋ ਗਏ, ਲੋਕ ਸੇਵਾ ਇਹਨੂੰ ਕਹਿੰਦੇ ਆ। ਕਦੇ ਪਾਰਟੀ ਦੇ ਅੰਦਰ ਚਰਚਾ ਨਹੀਂ ਹੁੰਦੀ ਕਿ ਉਹ ਬੰਦੇ ਕਿੱਥੇ ਨੇ। ਦੇਖੋ, ਮੇਰਾ ਇਹ ਆਪਣਾ ਓਪੀਨੀਅਨ ਹੈ ਵੀ ਜਦੋਂ ਅਸੀਂ ਸੱਤਾ ਦਾ ਸੁੱਖ ਮਾਣਦੇ ਹਾਂ ਜੀ, ਤੇ ਉਹ ਸੱਤਾ ਦੇ ਵਿੱਚ ਜਦੋਂ ਅਸੀਂ ਉਹ ਪਾਵਰ ਇੰਜੋਏ ਕਰਦੇ, ਸਾਡੀਆਂ ਜ਼ਿੰਮੇਵਾਰੀਆਂ ਸਾਡੀਆਂ ਹੁੰਦੀਆਂ ਜੀ। ਜਿੱਤ ਦੇ ਵਿੱਚ ਵੀ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ, ਹਾਰ ਨੂੰ ਵੀ ਅਸੀਂ ਕਬੂਲਣਾ ਹੁੰਦਾ ਜੀ। ਤੇ ਮੈਂ ਸਮਝਦਾ ਕਿ ਇਹਨਾਂ ਨੂੰ ਜ਼ਰੂਰ, ਸਾਡੇ ਜਿਹੜੇ ਸਾਥੀ ਅੱਜ ਐਕਟਿਵ ਨਹੀਂ ਵੀ ਆ, ਉਹਨਾਂ ਨੂੰ ਜ਼ਰੂਰ ਹਾਰ ਕਬੂਲ ਕੇ ਲੋਕਾਂ ਦੇ ਵਿੱਚ ਆਉਣਾ ਚਾਹੀਦਾ। ਹੋ ਸਕਦਾ ਗਲਤੀਆਂ ਤਾਂ ਸਾਰਿਆਂ ਤੋਂ ਹੁੰਦੀਆਂ ਨੇ, ਗਲਤੀਆਂ ਅੱਜ ਤੱਕ ਕਿਸ ਤੋਂ ਨਹੀਂ ਹੋਈਆਂ। ਸੋ ਪਾਰਟੀ ਨੂੰ, ਜੋ ਪਾਰਟੀ ਨੇ ਉਹਨਾਂ ਨੂੰ ਦਿੱਤਾ ਐਡੇ ਵੱਡੇ ਅਹੁਦੇ, ਐਡੇ ਵੱਡੀਆਂ ਜ਼ਿੰਮੇਵਾਰੀਆਂ, ਚਾਹੇ ਉਹ ਮੁੱਖ ਮੰਤਰੀ ਦਾ ਅਹੁਦਾ ਕਿਉਂ ਨਾ ਹੋਵੇ, ਔਰ ਦੁਬਾਰਾ ਜਿਸ ਤਰ੍ਹਾਂ ਤੁਸੀਂ ਕੀਤਾ ਕਿ ਦੁਬਾਰਾ CM ਫੇਸ ਐਲਾਨ ਕਰਨਾ, ਈਵਨ ਸਾਡੇ ਮਨਪ੍ਰੀਤ ਬਾਦਲ ਜੀ ਜਿਹੜੇ ਕਿ ਜਿਨ੍ਹਾਂ ਕੋਲ ਖਜ਼ਾਨਾ ਹੀ ਜਿਹਨਾਂ ਕੋਲ ਸੀ, ਹਮੇਸ਼ਾ ਹੁੰਦਾ ਸੀ, ਭਾਵੇਂ ਉਹ ਖਜ਼ਾਨਾ ਕਈ ਵਾਰੀ ਦੱਸਦੇ ਸਾਡੇ ਕੋਲ ਖਾਲੀ ਰਹਿੰਦਾ, ਪਰ ਇਹ ਵੀ ਉਹਨਾਂ ਨੂੰ ਉਹ ਜ਼ਿੰਮੇਵਾਰੀਆਂ ਓਨ ਕਰਕੇ ਤੇ ਉਹਨਾਂ ਨੂੰ ਜ਼ਰੂਰ, ਮੈਂ ਤੇ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਲੋਕਾਂ 'ਚ ਆਉਣਾ ਚਾਹੀਦਾ। ਠੀਕ ਹੈ, ਲੋਕਾਂ 'ਚ, ਕਿਉਂਕਿ ਹਾਰ ਉਹਨਾਂ ਦੀ ਇਕੱਲਿਆਂ ਹੀ ਥੋੜ੍ਹੀ ਹੋਈ, ਹਾਰ ਤਾਂ ਬੜੇ ਬੜੇ ਲੀਡਰਾਂ ਦੀ ਹੋਈ ਹੈ, ਬੜੇ ਬੜੇ ਪਾਰਟੀਆਂ ਦੀ ਹੋਈ ਹੈ। ਐਵਰੀਬਡੀ ਲੋਸਟ, ਤੇ ਜਿੱਤਾਂ ਹਾਰਾਂ ਬਾਕੀ ਜੰਗ ਦੇ ਵਿੱਚ ਸਭ ਜਾਇਜ਼ ਨੇ, ਜਿੱਤਾਂ ਹਾਰਾਂ ਜੰਗ ਦੇ ਵਿੱਚ ਹੀ ਹੁੰਦੀਆਂ, ਉਸ ਦੇ ਵਿੱਚੋਂ ਅਸੀਂ ਉੱਭਰਨਾ ਹੈ, ਮਜ਼ਬੂਤ ਹੋ ਕੇ ਅਸੀਂ ਦੁਬਾਰਾ ਆਉਣਾ ਹੈ। ਸੋ ਮੈਂ ਆਪਣੇ ਸਾਥੀਆਂ ਨੂੰ, ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜ਼ਰੂਰ ਪਾਰਟੀ, ਕਿਉਂਕਿ ਜਦੋਂ ਅਪਸ ਐਂਡ ਡਾਊਨਸ ਆਉਂਦੀਆਂ ਰਹਿੰਦੀਆਂ ਨੇ। 17 ਤੋਂ ਪਹਿਲਾਂ ਕਦੇ ਅਸੀਂ ਸੋਚਿਆ ਨਹੀਂ ਸੀ ਕਿ ਸਾਡੀਆਂ ਇੰਨੀਆਂ ਸੀਟਾਂ ਆਉਣਗੀਆਂ, ਔਰ ਸਾਡੀਆਂ ਸੀਟਾਂ 17 'ਚ ਆਈਆਂ, ਸਰਕਾਰ ਵੀ ਬਣੀ, ਔਰ ਸੱਤਾ ਦੇ ਵਿੱਚ ਅਸੀਂ ਵੀ ਰਹੇ, ਸਾਡੇ ਮੰਤਰੀ ਸਾਹਿਬਾਨ ਵੀ ਰਹੇ। ਸੋ ਬਿਲਕੁਲ ਜਿਹੜਾ ਮੁੱਖ ਧਾਰਾ ਦੇ ਵਿੱਚ ਆਉਣਾ ਚਾਹੀਦਾ। ਡਾਕਟਰ ਸਾਹਿਬ, ਆਖਰੀ ਸਵਾਲ, ਆਮ ਹੀ ਗੱਲ, ਕਿਉਂਕਿ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਆਮ ਬੰਦੇ, ਤੁਸੀਂ ਲੀਡਰ ਬੰਦੇ, ਹੁਣ ਸਾਨੂੰ ਇਹ ਗੱਲ ਜ਼ਰੂਰ ਦੱਸਿਓ ਕਿ ਕਹਿੰਦੇ ਹੁੰਦੇ ਆ ਜੀ SHO ਸਾਹਿਬ ਵੀ MLA ਸਾਹਿਬ ਦੇ ਕਹਿਣ 'ਤੇ ਲੱਗਦੇ ਹੁੰਦੇ ਆ, ਜਾਂ ਤੁਸੀਂ MLA ਰਹੇ ਹੋ, ਮੈਂ ਤਾਂ ਪੁੱਛਦਾ, ਤਹਿਸੀਲਦਾਰ ਸਾਹਿਬ ਵੀ ਤੁਹਾਡੇ ਕਹਿਣ 'ਤੇ ਲੱਗਦੇ ਆ,
ਕੀ ਉਹਨਾਂ ਨੂੰ ਲੀਡਰਾਂ ਦੇ ਕਹਿਣ ਤੇ ਲਵਾਉਣਾ ਜ਼ਰੂਰੀ ਹੁੰਦਾ? ਕੰਮ ਕਹਿ ਕੇ ਆਪਣੇ ਬੰਦਿਆਂ ਦੇ ਕਰਾਉਣੇ ਹੁੰਦੇ ਆ ਕਿ ਲੋਕਾਂ ਦੇ ਕਰਾਉਣੇ ਹੁੰਦੇ ਆ? ਜਾਣੀ ਮੈਨੂੰ ਇਹ ਲੱਗਦਾ ਹੁੰਦਾ ਕੰਮ ਕਰਨ ਦੇਣਾ ਚਾਹੀਦਾ ਸਿਸਟਮ ਨੂੰ। ਸਿਸਟਮ ਦੇ ਵਿੱਚ ਲੋੜੋਂ ਵੱਧ ਦਖਲਅੰਦਾਜ਼ੀ ਨਹੀਂ, ਇੰਨੇ ਕਿਤੇ ਸਿਸਟਮ ਕਰਪਟ ਤਾਂ ਨਹੀਂ ਕੀਤਾ ਇਸ ਚੀਜ਼ ਨੇ? ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦਾ ਇਹਦੇ 'ਚ, ਕਿਉਂਕਿ ਮੈਂ ਬਤੌਰ MLA, ਹਾਂ ਠੀਕ ਹੈ ਤੁਹਾਡੀ ਗੱਲ, ਅਸੀਂ SHO ਵੀ ਲਵਾਉਂਦੇ ਰਹੇ ਹਾਂ, ਠੀਕ ਹੈ, SP ਵੀ ਲਵਾਉਂਦੇ ਰਹੇ ਹਾਂ, DSP ਵੀ ਲਵਾਉਂਦੇ ਰਹੇ ਹਾਂ, ਪਰ ਮੇਰਾ ਆਪਣਾ ਤਜਰਬਾ ਇਹ ਹੈ ਵੀ ਜਿਹੜੇ ਸਾਡੇ ਆਫੀਸਰ ਜੀ ਸਾਡੀ ਸਰਕਾਰ ਲਾ ਕੇ ਉੱਪਰੋਂ ਭੇਜਦੀ ਸੀ, ਉਹ ਸਾਡੇ ਕੰਮ ਬਹੁਤ ਬਿਹਤਰ ਕਰਦੇ ਸੀ। ਠੀਕ ਹੈ ਜੀ, ਵਧੀਆ ਕਰਦੇ ਸੀ। ਸੋ ਇਹ ਸਾਡੇ ਇੱਕ ਮਨ 'ਚ ਇੱਕ ਵਹਿਮ ਹੁੰਦਾ ਕਿ ਜੀ ਮੈਂ SHO ਲਵਾਤਾ ਜੀ ਤੇ ਮੈਂ ਆਹ ਕਰਵਾ ਲਾਂਗਾ, ਪਰ ਇਹ ਵੀ ਗਲਤ ਕੰਮ ਸਾਡੇ ਅੱਜ ਤੱਕ ਤਾਂ ਨਾ ਅਸੀਂ ਕਿਹਾ ਵੀ ਨਹੀਂ ਤੇ ਸਾਡੇ SHOs ਨੇ ਸਾਡੀ ਸਰਕਾਰ 'ਚ ਕੀਤਾ ਵੀ ਨਹੀਂ। ਚਾਹੇ SP ਦੀ ਗੱਲ ਹੋਵੇ, ਚਾਹੇ SSP ਵੀ ਰਹਿ ਕੇ ਗਏ ਆ, ਤੇ ਈਵਨ ਹੁਣ ਵੀ ਜੇ SSP ਨੂੰ ਅਸੀਂ ਕਹਿ ਦਈਏ ਵੀ ਸਾਡੇ ਜਿਹੜੇ ਕੋਈ ਕੰਮ ਜਿਹੜੇ ਜੈਨੂਨ ਹੁੰਦੇ ਆ, ਉਹ ਆਫੀਸਰ ਜਿਹੜੇ ਜ਼ਰੂਰ ਕੰਸੀਡਰ ਕਰਦੇ ਆ। ਸੋ ਇਹ ਇੱਕ ਮਨ ਦੇ ਲੀਡਰਾਂ ਦੇ ਵਹਿਮ ਨੇ ਜੀ। ਤੇ ਮੇਰਾ SHO ਹੋਊਗਾ, ਮੇਰਾ ਤਹਿਸੀਲਦਾਰ ਹੋਏਗਾ ਤੇ ਮੇਰਾ ਕੰਮ ਕਰ ਦਊਗਾ, ਇਸ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਨਾ ਹੁੰਦੀ। ਅੱਛਾ ਡਾਕਟਰ ਸਾਹਿਬ, ਜਾਣੀ ਮੈਨੂੰ ਮੰਨ ਲਓ ਕਿ ਮੈਨੂੰ ਕਿਸੇ ਨੇ ਕੁਛ ਕਾਨੂੰਨ ਦੇ ਖਿਲਾਫ ਜਾ ਕੇ ਕਿਹਾ ਜਿਹੜਾ ਕਿ ਬਣਦਾ ਨਹੀਂ ਸੀ, ਕਹਿਣਾ ਮੇਰੇ ਨਾਲ ਧੱਕਾ ਹੋਇਆ, ਮੈਂ ਜਾਣਾ, ਮੈਂ ਜਾ ਕੇ ਕੰਪਲੇਂਟ ਲਿਖਾਉਣੀ ਆ, ਮੈਨੂੰ ਤੁਹਾਡੇ ਕੋਲ ਕਿਉਂ ਆਉਣਾ ਪੈਂਦਾ? ਸਿਸਟਮ ਆਪਣੇ ਆਪ ਵਰਕ ਕਿਉਂ ਨਹੀਂ ਕਰਦਾ? ਤੁਹਾਨੂੰ ਵੀ ਜੈਨੂਨ ਕੰਮ ਕਿਉਂ ਕਹਿਣੇ ਪੈਂਦੇ ਆ? ਉੱਥੇ ਆਮ ਬੰਦੇ ਦੀ ਸੁਣਵਾਈ ਕਿਉਂ ਨਹੀਂ? ਮੈਂ ਤੁਹਾਡਾ ਉਹੀ ਕਿਉਂਕਿ ਤੁਹਾਡੇ ਕੈਨੇਡਾ ਵਿੱਚ ਆਇਆ ਹੋਇਆ, ਮੈਂ ਅਮਰੀਕਾ ਵੀ ਥੋੜ੍ਹੇ ਦਿਨ ਲਗਾ ਕੇ ਆਇਆ, ਪਰ ਮੈਂ ਦੇਖਦਾ ਵੀ ਇੱਥੇ ਸਿਸਟਮ ਇਜ਼ ਵੰਡਰਫੁਲ ਜੀ। ਇੱਕ ਸਿਸਟਮ ਜਿਹੜਾ ਉਹ ਆਪਣੇ ਆਪ ਹੀ ਕੰਮ ਕਰ ਰਿਹਾ। ਸੋ ਸਾਡੇ ਵੀ ਬਿਲਕੁਲ ਸਿਸਟਮ ਦੇ ਵਿੱਚ ਜੇਕਰ ਇਸ ਤਰ੍ਹਾਂ ਦਾ ਅਸੀਂ ਬਦਲਾਅ ਲਿਆਉਂਦੇ ਹਾਂ ਤੇ ਇਹ ਲੋਕਾਂ ਲਈ ਬਹੁਤ ਬਿਹਤਰ ਹੋਏਗਾ। ਜਿਹੜੇ ਜਾਇਜ਼ ਨਜਾਇਜ਼ ਕੰਮ ਵਾਲੇ, ਤੇ ਮੈਂ ਸਮਝਦਾ ਕਿ ਇਹਦਾ ਕੋਈ ਜ਼ਿਆਦਾ ਲੀਡਰ ਨੂੰ ਨੁਕਸਾਨ ਹੀ ਹੁੰਦਾ ਅੱਜ ਤੱਕ। ਜੇ ਕੋਈ ਲੀਡਰ ਕਹਿੰਦਾ ਨਾ ਜੀ ਮੈਂ ਫਲਾਂ ਤੇ ਆਹ ਕਰਤਾ, ਮੈਂ ਉਹ ਕਰਤਾ, ਤੇ ਉਹ ਅੱਜ ਤੱਕ ਲੀਡਰ ਨੂੰ ਨੁਕਸਾਨ ਹੀ ਹੋਏਗਾ। ਆਹ ਕੇਜਰੀਵਾਲ ਦਾ ਜਿਹੜੇ ਜਿੱਤਣ ਦਾ ਕਾਰਨ ਦਿੱਲੀ ਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਪੁਲਿਸ ਇਹਦੇ ਅੰਡਰ ਨਹੀਂ ਸੀ। ਅੱਛਾ ਠੀਕ ਹੈ, ਸਭ ਤੋਂ ਵੱਡਾ ਕਾਰਨ ਇਹ ਜਦੋਂ ਅਸੀਂ ਪੁਲਿਸ ਇੰਟਰਫੇਰੈਂਸ ਜ਼ਿਆਦਾ ਕਰਦੇ ਹਾਂ, ਅਸੀਂ ਜਦੋਂ ਐਡਮਿਨਿਸਟ੍ਰੇਸ਼ਨ ਨੂੰ ਜ਼ਿਆਦਾ ਇੰਟਰਫੇਅਰ ਕੋਈ ਵੀ MLA ਜਾਂ ਕੋਈ ਵੀ ਮੰਤਰੀ ਕਰਦਾ ਤੇ ਉਹ ਹਮੇਸ਼ਾ ਹੀ ਇਜ਼ ਐਟ ਦਾ ਲਾਸਿਸ, ਉਹਨੂੰ ਹਮੇਸ਼ਾ ਨੁਕਸਾਨ ਹੁੰਦਾ। ਕਿਉਂਕਿ ਮੇਰਾ ਤੇ ਮੈਂ ਤਾਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ, ਮੇਰਾ 5 ਸਾਲ ਦਾ ਸਰਕਾਰ ਦਾ ਤਜਰਬਾ ਹੈ। ਸੋ ਕੰਮ ਜਿਹੜੇ ਉਹ ਸਹੀ ਕਰਨੇ ਚਾਹੀਦੇ ਆ, ਔਰ ਸਹੀ ਜਦੋਂ ਤੁਸੀਂ ਸਹੀ ਹੁੰਦੇ ਆ, ਸਾਨੂੰ ਇਹ ਲੱਗਦਾ ਕਿ ਪਤਾ ਨਹੀਂ ਸਾਨੂੰ ਇਹ ਵੋਟ ਨਹੀਂ ਪਾਏਗਾ। ਅੱਛਾ, ਵੋਟ ਤਾਂ ਤੁਹਾਨੂੰ ਤੁਸੀਂ ਉਹਦਾ ਕੰਮ ਕਰਦੇ ਹੋ, ਮੈਂ ਤੇ 8-10 ਲੋਕ ਤੁਹਾਨੂੰ ਗਿਣਾ ਸਕਦਾ ਜਿਨ੍ਹਾਂ ਦੇ ਮੈਂ ਕੰਮ ਕੀਤੇ, ਉਹਨਾਂ ਨੇ ਵੋਟਾਂ ਫਿਰ ਸਾਨੂੰ ਨਹੀਂ ਪਾਈ। ਸੋ ਇਹ ਦਿਸ ਇਜ਼ ਆਲ ਮਤਲਬ ਇਰਰੈਲੇਵੈਂਟ। ਲੀਡਰਾਂ ਨੂੰ ਜਿਹੜੇ ਕੰਮ ਆ ਉਹ ਇੱਕ ਨਿਊਟਰਲ ਹੋ ਕੇ ਕਰਨੇ ਚਾਹੀਦੇ ਜਦੋਂ ਚੁਣੇ ਜਾਂਦੇ ਆ। ਫਿਰ ਕੋਈ ਕਾਂਗਰਸ, ਕੋਈ ਅਕਾਲੀ ਦਲ, ਕੋਈ ਆਮ ਆਦਮੀ ਪਾਰਟੀ ਨਹੀਂ, ਫਿਰ ਤੁਸੀਂ ਲੋਕਾਂ ਦੇ ਤੁਸੀਂ ਨੁਮਾਇੰਦੇ ਆ, ਸਾਰਿਆਂ ਦੇ ਕੰਮ ਕਰੋ ਤੇ ਲੋਕ ਤੁਹਾਨੂੰ ਜ਼ਰੂਰ ਸਨਮਾਨਿਤ ਵੀ ਕਰਦੇ। ਲੋਕਾਂ ਨੇ ਮੈਨੂੰ ਕੀਤਾ ਵੀ। ਜੇ ਦੂਸਰੀ ਵਾਰ MLA ਬਣਾਉਣਾ, ਮੈਂ ਸਮਝਦਾ ਕਿ ਬਹੁਤ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ। ਸਾਰਾ ਜ਼ਿਲ੍ਹਾ ਜਿੱਥੇ ਹੁੰਝਿਆ ਗਿਆ ਉੱਥੇ ਤੁਸੀਂ ਇਕੱਲੇ ਬਚੇ। ਮੈਂ ਸੋਚਿਆ ਨਹੀਂ ਸੀ ਕਿ ਮਤਲਬ ਇਸ ਤਰ੍ਹਾਂ ਹੋਏਗਾ। ਸੋ ਲੋਕ ਸਨਮਾਨਿਤ ਕਰਦੇ ਨੇ, ਲੋਕਾਂ ਨਾਲ ਤੁਸੀਂ ਮਿਲੋ, ਲੋਕਾਂ ਨੂੰ ਪਿਆਰ ਕਰੋ ਜੀ। ਜੇ ਲੋਕਾਂ ਨੂੰ ਅਸੀਂ ਪਿਆਰ ਕਰੀਏ ਤੇ ਲੋਕ ਤੁਹਾਨੂੰ ਜ਼ਰੂਰ ਪਿਆਰ ਕਰਦੇ ਨੇ। ਡਾਕਟਰ ਸਾਹਿਬ, ਮੈਂ ਤੁਹਾਨੂੰ ਪਹਿਲੀ ਵਾਰੀ ਮਿਲਿਆ ਅੱਜ ਤੇ ਉਮੀਦ ਕਰਦੇ ਹਾਂ ਤੁਹਾਡੀ ਸਿਹਤ ਚੰਗੀ ਰਹੇ, ਤੇ ਸਭ ਤੋਂ ਵੱਡੀ ਗੱਲ ਮਾਨਸਿਕ ਸਿਹਤ ਚੰਗੀ ਰਹੇ। ਤੇ ਜੇ ਵਿਧਾਨ ਸਭਾ 'ਚ ਸਰਕਾਰ ਕੋਈ ਚੰਗਾ ਕੰਮ ਕਰੇ ਤਾਂ ਨਾਲ ਤੁਰਿਓ, ਡੈਫੀਨੇਟਲੀ। ਮਾੜਾ ਕਰੇ ਤਾਂ ਵਿਰੋਧੀ ਧਿਰ ਦੇ ਕਰਕੇ ਲੋਕਤੰਤਰ ਖੜਾ ਹੈ। ਅਸੀਂ ਉਮੀਦ ਕਰਦੇ ਹਾਂ ਜੀ। ਬਿਲਕੁਲ ਬਿਲਕੁਲ, ਸ਼ੁਕਰੀਆ, ਥੈਂਕ ਯੂ ਵਾਟਸਐਪ, ਧੰਨਵਾਦ ਜੀ। ਸੋ ਪ੍ਰਾਈਮ ਟਾਈਮ ਦੇ ਵਿੱਚ ਆਮ ਤੌਰ ਦੇ ਉੱਤੇ ਆਪਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਨਾਲ ਗੱਲਬਾਤ ਨਹੀਂ ਕਰਦੇ ਹੁੰਦੇ, ਪਰ ਅੱਜ ਪਹਿਲਾ ਤਜਰਬਾ ਸੀ। ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਆਏ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ? ਸਵਾਲ ਕਿੱਦਾਂ ਦੇ ਲੱਗੇ? ਜੇ ਕੋਈ ਸਵਾਲ ਜਿਹੜਾ ਇੰਪੋਰਟੈਂਟ ਤੁਹਾਨੂੰ ਲੱਗਿਆ ਰਹੇਗਾ, ਉਹਦੀ ਟਿੱਪਣੀ ਕਰ ਦਿਓ, ਆਪਾਂ ਅਗਲੀ ਵਾਰੀ ਫਿਰ ਪੁੱਛ ਲਾਂਗੇ। ਤੇ ਉਹਨਾਂ ਦੇ ਜਵਾਬ ਤੁਹਾਨੂੰ ਕਿੰਨੇ ਕੁ ਸੰਤੁਸ਼ਟ ਕਰ ਸਕੇ। ਤੇ ਦੂਸਰੀ ਗੱਲ, ਬਹੁਤ ਸਾਰੇ ਸਿਆਸੀ ਸਵਾਲ ਸੀ ਜਿਨ੍ਹਾਂ ਦੇ ਬਾਬਤ ਤੁਹਾਡੀਆਂ ਟਿੱਪਣੀਆਂ ਆਉਂਦੀਆਂ, ਆਹ ਵਧੀਆ ਕੀਤਾ ਲੀਡਰ ਸਾਹਿਬ ਨੂੰ ਖਿੱਚਿਆ, ਆਹ ਸਵਾਲ ਨੇ ਤਾਂ ਅੱਤ ਕਰਾਤੀ। ਉਹ ਸਵਾਲ ਮੈਂ ਨਹੀਂ ਪੁੱਛੇ, ਕਿਉਂਕਿ ਦਵਾਈਆਂ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ, ਸਿੱਖਿਆ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਉਹ ਸਵਾਲ ਕਰਨੇ ਜ਼ਰੂਰੀ ਸੀ। ਭਵਿੱਖ ਦੇ ਵਿੱਚ ਜੇ ਕਿਸੇ ਸਮੱਸਿਆ ਦਾ ਹੱਲ ਹੋ ਸਕਦਾ, ਸਾਨੂੰ ਪੱਤਰਕਾਰਾਂ ਨੂੰ ਵੀ ਤੇ ਲੀਡਰ ਸਾਹਿਬਾਨਾਂ ਨੂੰ ਵੀ ਉੱਧਰ ਵਧਣਾ ਚਾਹੀਦਾ। ਕਿਹੋ ਜਿਹਾ ਰਿਹਾ ਇਹ ਤਜਰਬਾ ਤੁਸੀਂ ਦੱਸ ਦੇਣਾ। ਚੜ੍ਹਦੀ ਕਲਾ 'ਚ ਰਹਿਣਾ ਹੈ, ਨਿਰਾਸ਼ ਬਿਲਕੁਲ ਨਹੀਂ ਹੋਣਾ। ਗਰਮੀ ਬਹੁਤ ਹੈ, ਪਾਣੀ ਧਾਣੀ ਜਿਹੜਾ ਉਹ ਪੀਂਦੇ ਰਹੋ, ਤੇ ਆਪਾਂ ਸੁਖੀ ਸਾਂਦੀ ਦੁਬਾਰਾ ਫਿਰ ਮਿਲਣਾ ਹੈ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।